नाजरीन स्वागत है सब का तुहाडा जी आया नू वेलकम। कुलविंदर खैरा होरां दा लिखिया होया सुच्चा सिंह कैनेडियन। Good morning, ladies and gentlemen, and welcome to Jetstar Flight JQ11 through to Tokyo Narita. We are now inviting all business class passengers to now board through gate number 9. It is now time to turn off. ਆਦਾ ਯਾਰ ਪੰਗਾ ਹੀ ਆ ਉਹ ਨਾ ਬੋਲੀ ਦੀ ਸਮਝ ਨਾ ਵਾਸਤਾ ਕੀ ਪਤਾ ਇੱਥੇ ਪੰਜਾਬੀਆਂ ਦਾ ਕਿਸੇ ਨੂੰ ਪੁੱਛਣ ਜੋਗੇ ਵੀ ਨਹੀਂ ਮੂੰਹ ਹੀ ਮਾਰ ਦੇਣਾ ਮੈਨੂੰ। ਉਹ ਯਾਰ ਪੰਗਾ ਤੇ ਆ ਵੀ ਆ ਮੈਨੂੰ ਤਾਂ ਇਹ ਵੀ ਨਹੀਂ ਚੇਤੇ ਦਰਸ਼ਨ ਨੇ 에어ਪੋਰਟ ਤੇ ਆਣ ਕੇ ਕੀ ਕਹਿਣੇ ਕਿਹਾ ਸੀ। Hello, sir. Welcome to Canada. ਹਾਂਜੀ ਹਾਂਜੀ ਵਿਹਲਾ ਕੰਮ ਤੋਂ ਕੈਨੇਡਾ ਵਿਹਲਾ ਕੰਮ ਤੋਂ ਕਰਕੇ ਹੀ ਆਇਆ ਜੀ ਮਿਲ ਜੂ ਨਾ ਕੰਮ। Can I speak English? ਮੀ ਇੰਗਲਿਸ਼ ਨੋ ਪੰਜਾਬੀ ਜੈਸ। Let me give you a Punjabi translator. A Punjabi translator to the immigration desk, please. ਇੰਗਲਿਸ਼ ਨੋ ਪੰਜਾਬੀ ਜੈਸ। Hello, sir. Hello, Mr. Singh. How are you? Good, thanks. We have a little problem here. This gentleman can't speak English, and I don't know his status. Can you just translate for us, please? Sure, let's see. ਇੰਗਲਿਸ਼ ਨੋ ਪੰਜਾਬੀ ਜੈਸ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਉਹ ਤੂੰ ਪੰਜਾਬੀ ਜੈਸ? ਹਾਂਜੀ ਹਾਂਜੀ ਮੈਂ ਪੰਜਾਬੀ ਬੋਲਦਾ ਤੇ ਤੁਹਾਡੀ ਨਾ ਅਫਸਰ ਨਾਲ ਗੱਲਬਾਤ ਕਰਾਉਣ ਆਇਆ। ਤੁਹਾਡੀ ਅਫਸਰ ਨਾਲ ਗੱਲਬਾਤ ਹੈ? ਹਾਂਜੀ ਅਸੀਂ ਇੱਥੇ ਇਕੱਠੇ ਹੀ ਕੰਮ ਕਰਦੇ ਹਾਂ। ਉਹ ਯਾਰ ਤੂੰ ਸਾਡਾ ਪੰਜਾਬੀ ਭਰਾ ਹੈ ਜੇ ਕਿਤੇ ਇਹਨੂੰ ਆਖ ਵੇਖ ਕੇ ਨਾ ਆ ਮੈਨੂੰ ਬਾਹਰ ਕਢਾ ਦੇ ਤੇ ਤੇਰਾ ਜੋ ਚਾਹ ਪਾਣੀ ਬਣਦਾ ਹੋ ਉਹ ਮੈਂ ਪੂਰਾ ਕਰ ਦੂੰ। ਸਰਦਾਰ ਜੀ ਇਹ ਕੈਨੇਡਾ ਆ ਇੰਡੀਆ ਨਹੀਂ ਹੈਗਾ। ਇਹੋ ਜੀ ਗੱਲ ਕਿਤੇ ਅਫਸਰ ਨੂੰ ਪਤਾ ਲੱਗ ਗਈ ਹੈ ਨਾ ਆ ਕੈਨੇਡਾ ਦੇ ਨਜ਼ਾਰੇ ਵੇਖਣ ਤੋਂ ਪਹਿਲਾਂ ਹੀ ਬਾਹਰ ਚੜ੍ਹ ਜਾਓਗੇ। ਉਹ ਨਹੀਂ ਜੀ ਨਹੀਂ ਜੀ ਉਹ ਲੱਗਦਾ ਤੁਸੀਂ ਗਲਤ ਸਮਝ ਗਏ। ਉਹ ਮੇਰਾ ਕਹਿਣ ਦਾ ਮਤਲਬ ਸੀ ਵੀ ਜੇ ਥੋੜੀ ਜਿਹੀ ਮੇਰੀ ਮਦਦ ਕਰ ਦਿਓ ਤੇ ਤੁਹਾਡੀ ਬੜੀ ਮਿਹਰਬਾਨੀ ਹੋਊਗੀ। ਕਰਦੇ ਹਾਂ। May we proceed now? ਯੈਸ ਸਰ। Okay. My name is Tom Simpson, and I'm the immigration officer here. ਇਹਨਾਂ ਦਾ ਨਾਮ ਟੌਮ ਸਿੰਪਸਨ ਹੈ ਤੇ ਇਹ ਇੱਥੇ ਇਮੀਗ੍ਰੇਸ਼ਨ ਅਫਸਰ ਨੇ। ਦੇਖ ਕੇ ਪਤਾ ਲੱਗਦਾ ਜੀ। Are you here as an immigrant, Canadian immigrant? ਕੀ ਤੁਸੀਂ ਕੈਨੇਡਾ ਪੱਕੇ ਤੌਰ ਤੇ ਆਏ ਹੋ? ਆਇਆ ਤਾਂ ਜੀ ਪੱਕਾ ਰਹਿਣਾ ਹੀ ਆ ਜੇ ਗੱਲ ਬਣ ਗਈ ਤਾਂ। ਉਹ ਨਹੀਂ ਨਹੀਂ ਉਹਨਾਂ ਦੇ ਕਹਿਣ ਦਾ ਮਤਲਬ ਸੀ ਕਿ ਕੀ ਤੁਸੀਂ ਇੱਥੇ ਕਾਨੂੰਨੀ ਤੌਰ ਤੇ ਆਏ ਹੋ? ਜੀ ਨਹੀਂ। ਨੋ ਸਰ। Are you here to visit? ਕੀ ਤੁਸੀਂ ਇੱਥੇ ਸੈਰ ਕਰਨ ਆਏ ਹੋ? ਉਹ ਜੀ ਸੈਰ ਤਾਂ ਕਦੇ ਲਾਗਲੇ ਪਿੰਡ ਦੀ ਕਰਨ ਦਾ ਟਾਈਮ ਨਹੀਂ ਮਿਲਿਆ। ਉਹ ਇੱਥੇ ਕੀ ਆਉਣਾ ਸੀ ਸੈਰ ਕਰਨ? I have never even visited my neighboring village. How can I come to visit Canada? And why are you here? ਫਿਰ ਤੁਸੀਂ ਇੱਥੇ ਕਿਸ ਤਰ੍ਹਾਂ ਆਏ ਜੀ? ਉਹ ਜੀ ਮੈਂ ਜਹਾਜ਼ ਤੇ ਚੜ ਕੇ ਆਇਆ। ਉਹ ਜਹਾਜ਼ ਚੜ੍ਹ ਕੇ ਨਹੀਂ ਵੀ ਇੱਥੇ ਕਿੱਦਾਂ ਪਹੁੰਚੇ? ਕਰਨ ਕੀ ਆਏ ਹੋ ਇੱਥੇ? ਉਹ ਜੀ ਉਹ Do you want to make a refugee claim, sir? ਕੀ ਤੁਸੀਂ ਇੱਥੇ ਰਿਫਿਊਜੀ ਕਲੇਮ ਕਰਨਾ ਚਾਹੁੰਦੇ ਹੋ? ਉਹ ਹਾਂਜੀ ਹਾਂਜੀ ਭਾਈ ਜੋ ਤੁਸੀਂ ਹੁਣੇ ਗਿਆ। ਯੈਸ ਸਰ। Do you have your travel documents? ਤੁਹਾਡੇ ਕੋਲ ਕੋਈ ਕਾਗਜ਼ ਪੱਤਰ ਹਨ? ਤੁਹਾਡਾ ਪਾਸਪੋਰਟ ਜਾਂ ਟਿਕਟ? ਉਹ ਤੇ ਹੈ ਨਹੀਂ ਜੀ। ਨੋ ਸਰ ਆਈ ਡੋਨਟ। Then how did you get on the plane? ਬਿਨਾ ਪਾਸਪੋਰਟ ਦੇ ਪੇਪਰਾਂ ਤੋਂ ਤੁਸੀਂ ਜਹਾਜ਼ ਕਿਵੇਂ ਚੜ੍ਹੇ? ਓਏ ਉਦੋਂ ਤਾਂ ਹੈਗੇ ਸੀ ਜੀ। I had them at that time. Where are they now? ਜੇ ਉਦੋਂ ਹੈਗੇ ਸੀ ਤੇ ਹੁਣ ਕਿੱਥੇ ਗਿਆ ਸਭ ਕੁਝ? ਉਹ ਤਾਂ ਜੀ ਮੈਂ ਪਾੜ ਫੂੜ ਕੇ ਟੋਲਾ ਢੇਸ ਦਿੱਤੇ। I threw them in the toilet. What is your name, sir? ਤੁਹਾਡਾ ਨਾਮ ਕੀ ਹੈ ਜੀ? ਤੇ ਸੁੱਚਾ ਸਿੰਘ। ਸੁੱਚਾ ਸਿੰਘ। SUCHA ਸਿੰਘ। Why do you want to make a refugee claim? ਤੁਸੀਂ ਇੱਥੇ ਰਿਫਿਊਜੀ ਕਲੇਮ ਕਿਉਂ ਕਰਨਾ ਚਾਹੁੰਦੇ ਹੋ? ਮੈਂ ਜੀ ਇੱਕ ਸਿੱਖਿਆ ਤੇ ਮੇਰੇ ਮੁਲਕ 'ਚ ਮੇਰੀ ਜਾਨ ਨੂੰ ਖਤਰਾ ਆ। I am a Sikh and my life is in danger in my country. From the state or other religion? ਤੁਹਾਡੀ ਜਾਨ ਨੂੰ ਖਤਰਾ ਪੁਲਿਸ ਤੋਂ ਜਾਂ ਦੂਜੇ ਧਰਮ ਦੇ ਲੋਕਾਂ ਤੋਂ? ਉਹ ਪੁਲਿਸ ਤੋਂ ਹੀ ਖਤਰਾ ਆਇਆ ਜੀ। ਆ ਦੂਜੇ ਧਰਮਾਂ ਤੋਂ ਕੀ ਹੋਣਾ?
ਉਹ ਤੇ ਵਿਚਾਰੇ ਆਪ ਜਾਨ ਲਗਾਉਂਦੇ ਫਿਰਦੇ ਆ। From the state. Why do you think your life is in danger? ਤੁਹਾਨੂੰ ਤੁਹਾਡੀ ਜਾਨ ਨੂੰ ਖਤਰਾ ਕਿਉਂ ਲੱਗਦਾ ਹੈ? ਉਹ ਜਨਾਬ ਕੀ ਦੱਸਾਂ, ਉਹ ਇੱਕ ਦਿਨ ਘੁਸਮਸਾ ਜਿਹਾ ਸੀ। ਆ ਮਾਹੌਲ ਖਰਾਬ ਹੋਣ ਕਰਕੇ ਅਸੀਂ ਸਾਜਰੇ ਪ੍ਰਸ਼ਾਦੇ ਪਾੜ ਕੇ ਬਿਸਤਰਿਆਂ 'ਚ ਵੜ ਗਏ। ਉਹ ਨਿਆਣੇ ਕਹਿੰਦੇ ਪਾਪਾ ਗਰਮੀ ਲੱਗਦੀ ਆ, ਕੋਠੇ ਤੇ ਸੌਣਾ। ਤੇ ਮੈਂ ਕਿਹਾ ਸਮਝਾਓ ਸਾਰੀ ਦਿਓ, ਜੇ ਕੋਈ ਆ ਗਿਆ ਤੇ ਸਾਰਿਆਂ ਦੀ ਟੀਮ ਲਾ ਜੂ। ਓਏ ਅਸੀਂ ਹਾਲੇ ਗੱਲਾਂ ਕਰਦੇ ਹੀ ਸੀ ਜਨਾਬ, ਤੇ ਬਾਹਰਲਾ ਬੂਹਾ ਖੜ ਪਿਆ, ਠੱਕ ਠੱਕ ਠੱਕ। ਮੇਰੀ ਘਰ ਵਾਲੀ ਤੇ ਲੱਗ ਪਈ ਬਾਹਰੋਂ ਕਰਨ, ਤੇ ਨਿਆਣੇ ਖੂੰਜੇ 'ਚ ਲੱਗਦੇ ਜਾਣ। ਪਤਾ ਬਾਹਰਲਿਆਂ ਨੂੰ ਵੀ ਜਨਾਬ ਲੱਗ ਗਿਆ ਬਈ ਅਸੀਂ ਅੰਦਰ ਹੀ ਹਾਂ। ਉਹ ਚਾਰਾ ਤੇ ਕੋਈ ਹੈ ਨਹੀਂ ਸੀ। ਆ ਕੌਣ ਖਾਦੀ ਲੱਕੜੀ ਦੇ ਗੋਇਲੇ ਵੀ ਕਿੰਨਾ ਕੁ ਠੰਡਾ ਸੀ ਉਹਨਾਂ ਅੱਗੇ। ਤੇ ਮੈਂ ਸੋਚਿਆ ਵੀ ਜੇ ਤੜਫੜ ਕੀਤੀ ਤੇ ਸਾਰਿਆਂ ਦੀ ਚੀਂ ਬਲਾ ਜੂ। ਤੇ ਮੈਂ ਜੀ ਫਿਰ ਡਰਦੇ ਨੇ ਨਾ ਆਵਾਜ਼ ਦੇ ਹੀ ਦਿੱਤੀ, ਆ ਗੁਰਮੁਖੋ ਕੌਣ ਆ? ਉਹ ਕਿਉਂ ਆਵਾਜ਼ ਆਈ, ਖਾਲਸਾ ਜੀ ਘਬਰਾਓ ਨਾ, ਅਸੀਂ ਉਹੀ ਆ। ਬਸ ਜੀ ਸਾਡੇ ਤੇ ਹੋ ਗਿਆ ਧੋਤੇ। ਆ ਬੂਹਾ ਖੋਲਣਾ ਪਿਆ। ਉਹ ਜਨਾਬ ਤੁਸੀਂ ਯਕੀਨ ਨਹੀਂ ਮੰਨਣਾ, ਜਦੋਂ ਮੈਂ ਬੂਹਾ ਖੋਲਿਆ ਅੱਗੇ 3-4 ਬੁਰਛਿਆਂ ਵਰਗੇ ਤੇ ਮੁੱਛ ਛੋਟ ਗੱਭਰੂ ਹੱਥਾਂ 'ਚ ਉਹਨਾਂ ਦੇ ਰੱਖ ਮੇਰੇ ਮੂੰਹੋਂ ਤਾਂ ਬਾਹਰੋਂ ਬਣਾ ਨਿਕਲੇ। ਤੇ ਉੱਤੋਂ ਸੌਰੀ ਦੇ ਇੰਨੇ ਸੋਹਣੇ ਵੀ ਜਿੱਦਾਂ ਮਹਿਮਾਨ ਦੇ ਜਾਏ ਹੁਣ। ਪਹਿਲਾਂ ਤਾਂ ਮੇਰੇ ਮੂੰਹੋਂ ਜਨਾਬ ਪੁੱਤੇ ਹੀ ਨਿਕਲ ਚੱਲਿਆ ਸੀ ਉਹਨਾਂ ਨੂੰ। ਫਿਰ ਮੈਂ ਡਰ ਗਿਆ ਵੀ ਕਿਤੇ ਗੁੱਸੇ 'ਚ ਆ ਕੇ ਆ ਕੁਈਏ ਨਾ ਰੱਖ ਦੇ ਵੀ ਆ ਜਾ ਪਹਿਲਾਂ ਤੈਨੂੰ ਬਾਪੂ ਬਣਾਉਣੇ। ਬਸ ਜੀ ਮੈਂ ਮਸੀਂ ਡਰਦੇ ਨੇ ਪੁੱਛਿਆ, ਖਾਲਸਾ ਜੀ ਹੁਕਮ ਕਰੋ। ਹੁਕਮ ਜਨਾਬ ਉਹਨੇ ਕੀ ਕਰਨਾ ਸੀ? ਕਹਿਣ ਲੱਗੇ ਗੁਰਮੁਖਾ ਪ੍ਰਸ਼ਾਦੇ ਛਕਣੇ ਆ, ਤੂੰ ਡਰਨਾ, ਤੈਨੂੰ ਕੋਈ ਕੁਝ ਨਹੀਂ ਕਹਿੰਦਾ। ਬਸ ਜਨਾਬ ਉਹ ਤੇ ਪ੍ਰਸ਼ਾਦੇ ਛਕ ਕੇ ਗਏ ਚਲੇ। ਉਸ ਤੋਂ ਅਗਲੇ ਦਿਨ ਤੋਂ ਨਾਲੇ ਤੇ ਅਸੀਂ ਪੁਲਿਸ ਦੇ ਡੰਡੇ ਖਾਂਦੇ ਰਹੇ ਤੇ ਨਾਲੇ ਉਹਨਾਂ ਦਾ ਢਿੱਡ ਭਰਦੇ ਰਹੇ। Well, one day armed terrorists came to my house and demanded me. I had no other choice but to serve them because I did not want them to hurt my family. Police found out the next day, and since then they've been harassing me and asking me for bribery. He was talking for so long, and that's all he said? Well, that was all the meaningful words I can translate. ਆ ਕੀ ਕਹਿੰਦੇ ਆਪ ਸਰ? ਕੁਛ ਨਹੀਂ ਕਹਿੰਦੇ ਵੀ ਇੰਨਾ ਚਿਰ ਕੀ ਗੱਲਾਂ ਕਰਦੇ ਰਹੇ। Why did you choose Canada to seek asylum and not other country? ਤੁਸੀਂ ਸ਼ਰਨ ਲੈਣ ਵਾਸਤੇ ਕੈਨੇਡਾ ਹੀ ਕਿਉਂ ਚੁਣਿਆ? ਕਿਸੇ ਹੋਰ ਮੁਲਕ ਕਿਉਂ ਨਹੀਂ ਗਏ? ਉਹ ਮੈਂ ਜੀ ਸੁਣਿਆ ਸੀ ਵੀ ਕੈਨੇਡਾ 'ਚ ਪੱਕੇ ਪੁੱਕੇ ਕਰ ਦਿੰਦੇ ਆ। ਉਹ ਨਾਲੇ ਇੰਨਾ ਸੋਹਣਾ ਮੁਲਕ ਛੱਡ ਕੇ ਆਪਾਂ ਹੋਰ ਕਿਤੇ ਜਾ ਕੇ ਧੱਕੇ ਖਾਣੇ ਸੀ। ਆਪਾਂ ਜਾਣ ਨਾਲ ਗੱਲ ਕੀਤੀ, ਇੱਥੇ ਆ ਗਏ। Well, I was advised by the travel agent to come here. That's why I'm here. So, you said you're a Sikh. ਤੁਸੀਂ ਕਹਿ ਰਹੇ ਹੋ ਕਿ ਤੁਸੀਂ ਇੱਕ ਸਿੱਖ ਹੋ? ਬਿਲਕੁਲ ਜੀ, ਪੱਕਾ ਇੱਕ ਵਰਗਾ। Yes, very devoted Sikh. If you're a devoted Sikh, do you practice your religion? ਜੇ ਤੁਸੀਂ ਪੱਕੇ ਸਿੱਖ ਹੋ, ਕੀ ਤੁਸੀਂ ਆਪਣੇ ਧਰਮ ਦੀ ਪ੍ਰੈਕਟਿਸ ਕਰਦੇ ਹੋ? ਉਹ ਜੀ ਸਿੱਖ ਧਰਮ 'ਚ ਪ੍ਰੈਕਟਿਸ ਤੇ ਉਹ ਗੱਤਕੇ ਦੀ ਹੁੰਦੀ ਆ, ਉਹ ਸਾਰਿਆਂ ਨੂੰ ਆਉਂਦਾ ਨਹੀਂ। ਹਾਂ, ਡਾਂਗ ਸੋਟਾ ਬਥੇਰਾ ਬਾਲੀਦਾ ਆ। ਉਹ ਆ ਜੱਟਾਂ 'ਚ ਕਿਰਪਾਨਾਂ ਡਾਂਗਾਂ ਤੇ ਚੱਲਦੀਆਂ ਹੀ ਰਹਿੰਦੀਆਂ ਆ। ਉਹ ਜੱਟਾਂ ਵਾਲੀ ਪ੍ਰੈਕਟਿਸ ਨਹੀਂ, ਅਫਸਰ ਦੇ ਕਹਿਣ ਦਾ ਮਤਲਬ ਸੀ ਕਿ ਧਰਮ ਦੀ ਪਾਲਣਾ ਕਰਦੇ ਹੋ ਆਪਣੇ ਦੀ। ਆ ਪਾਠ ਪੂਜਾ ਕਰ ਲੈਂਦੇ ਹੋ? ਉਹ ਜੀ ਪਾਲਣਾ ਕਰਦੇ ਕਰਕੇ ਹੀ ਤੇ ਆ ਪੰਗਾ ਪਿਆ, ਨਹੀਂ ਤੇ ਬੜੇ ਥੋੜੇ ਮੌਜ ਨਾਲ ਰਹਿੰਦੇ ਸੀ। Yes, I do, and that's why my life is in danger. Do you know what a devoted Sikh looks like? ਤੁਹਾਨੂੰ ਪਤਾ ਹੈ ਕਿ ਇੱਕ ਧਰਮੀ ਸਿੱਖ ਦੀ ਵਿੱਖ ਕਿਹੋ ਜਿਹੀ ਹੁੰਦੀ ਹੈ? ਲੋ ਜਨਾਬ, ਜੇ ਸਾਨੂੰ ਨਹੀਂ ਪਤਾ ਹੋਣਾ ਤੇ ਹੋਰ ਕਿਹਨੂੰ ਪਤਾ ਹੋ? Yes, I do. From my understanding, a Sikh never cuts his hair. How come you don't have a long beard? ਅਫਸਰ ਪੁੱਛ ਰਿਹਾ ਹੈ ਕਿ ਇੱਕ ਧਰਮੀ ਸਿੱਖ ਕਦੇ ਆਪਣੇ ਕੇਸ ਕਤਲ ਨਹੀਂ ਕਰਾਉਂਦਾ। ਆ ਤੁਸੀਂ ਆਪਣੀ ਦਾੜ੍ਹੀ ਕਿਉਂ ਕੱਟੀ ਹੋਈ ਹੈ? ਉਹ ਜੀ ਸਿੱਖਾਂ ਨੂੰ ਤੇ ਉੱਥੇ ਪੁਲਿਸ ਟੋਲਦੀ ਰਹਿੰਦੀ ਸੀ ਤੇ ਮੇਰੀ ਘਰ ਵਾਲੀ ਕਹਿਣ ਲੱਗੀ ਆ ਕਟਾ ਪਰੇ, ਦਾੜੀ ਨੂੰ ਕਿਹੜਾ ਅੰਬ ਲੱਗਣੇ ਆ। ਆਪਾਂ ਪੁਲਿਸ ਤੋਂ ਡਰਦੇ ਨੇ ਕਟਾਤੀ ਜੀ। Well, police were always hunting for Sikh, so my wife advised me to cut it, so I cut it just to avoid any family harassment. Well, since you don't have all your travel documents, there's nothing I can do but to accept your application for the time being.
ਅਫਸਰ ਕਹਿ ਰਿਹਾ ਕਿ ਤੁਹਾਡੇ ਕੋਲ ਕੋਈ ਕਾਗਜ਼ ਪੱਤਰ ਨਾ ਹੋਣ ਕਰਕੇ ਇਹਨਾਂ ਕੋਲ ਤੁਹਾਡੀ ਅਰਜ਼ੀ ਮਨਜ਼ੂਰ ਕਰਨ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਹੈ। ਉਹ ਬੱਲੇ 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 ਬੱਲੇ, ਉਹ ਕੀ ਮਤਲਬ? ਮੈਂ ਪੱਕਾ ਵੀ ਹੋ ਗਿਆ? ਨਹੀਂ ਨਹੀਂ, ਪੱਕੇ ਨਹੀਂ ਹੋਏ। ਆ ਤੁਹਾਡਾ ਕੇਸ ਫਾਈਲ ਹੋ ਗਿਆ, ਹੁਣ ਆਹ ਕੋਰਟ ਕਚਹਿਰੀਆਂ 'ਚ ਤਰੀਕਾਂ ਬਹਿਣਗੀਆਂ। ਚਲੋ ਜੀ, ਇਹ ਤੇ ਕੋਈ ਵੱਡੀ ਗੱਲ ਨਹੀਂ ਨਾ। ਅੱਗੇ ਵੀ ਸਾਰੀ ਉਮਰ ਤਰੀਕਾਂ ਹੀ ਭੁਗਤਦੇ ਰਹੇ ਆ, ਇੱਥੇ ਵੀ ਭੁਗਤ ਲਾਂਗੇ। ਪੰਜ ਤੰਗੀਆਂ ਦੇ ਅੱਗੇ ਕਦੋਂ ਬਦਲੇ ਨੇ ਦਾ ਉਹੀ ਹੁੰਦਾ ਏ ਪਿਛੋ ਹੁੰਦਾ ਹਾਲ ਜੋ ਲਾਹੌਰ ਦੂਰੋਂ ਹੀ ਜਾਣਦਾ ਕੰਨਾਂ ਨੂੰ ਸੰਗੀਤ ਲੱਗਦੇ ਪੈਂਦੇ ਨੰਗਿਆਂ ਪੈਰਾਂ ਨੂੰ ਸਦਾ ਮਿੱਤਰੇ ਹਰ ਥਾਂ ਅੰਗਾਰ ਅੱਗਦੇ ਹਰ ਥਾਂ ਅੰਗਾਰ ਅੱਗਦੇ ਹਰ ਥਾਂ ਅੰਗਾਰ ਅੱਗੇ। ਲੈ ਵੀ ਭਾਈਆ, ਆਹ ਤੇ ਵਧਾਈਆਂ ਹੋ ਗਈਆਂ। ਤੂੰ ਠੀਕ ਠਾਕ ਇੱਥੇ ਪਹੁੰਚ ਗਿਆ ਰਾਜੀ ਖੁਸ਼ੀ। ਹੁਣ ਡਟ ਕੇ ਕੰਮ ਕਰਾਂਗੇ, ਆਪੇ ਜਵਾਕ ਵੀ ਆ ਜਾਣਗੇ ਮਗਰ। ਵੇਖੋ ਜੀ, ਜੇ ਰੱਬ ਦੀ ਕਿਰਪਾ ਰਹੀ ਨਾ ਤੇ ਸਭ ਕੁਝ ਠੀਕ ਹੋ ਜਾਏਗਾ। ਬਿਲਕੁਲ। ਸਤਿ ਸ਼੍ਰੀ ਅਕਾਲ। ਉਹ ਸਤਿ ਸ੍ਰੀ ਅਕਾਲ ਮਨਦੀਪ, ਸੁਣਾਓ ਕੀ ਹਾਲ ਚਾਲ ਹੈ? ਬਸ ਠੀਕ ਠਾਕ, ਤੁਸੀਂ ਸੁਣਾਓ ਕਿੱਦਾਂ ਸਭ ਪਰਿਵਾਰ ਲਾਲੀ ਸੀ? ਉਹ ਇੱਕ ਪਰਿਵਾਰ ਤੇ ਨਾ ਬੜਾ ਹੀ ਖੁਸ਼ ਸੀ ਵੀ ਅਸੀਂ ਵੀ ਹੁਣ ਕੈਨੇਡੀਅਨ ਬਣ ਲੱਗੇ ਆ। ਬਿਲਕੁਲ ਬਿਲਕੁਲ, ਵਾਹਿਗੁਰੂ ਨੇ ਚਾਹਿਆ ਦੋਵੇਂ ਬਣਨਗੇ ਇੱਕ ਦਿਨ ਕੈਨੇਡੀਅਨ। ਹਾਂਜੀ। ਤੁਸੀਂ ਮੈਂ ਚਾਹ। ਹਾਂ ਜਾ ਬਣਾ ਚਾਹ ਚਾਹ। ਜੀ ਜੀ ਆ ਪਕੌੜੇ ਵੀ ਦੋ ਕੁ ਬਣਾ ਹੀ ਲਈ। ਠੀਕ ਹੈ ਜੀ। ਭਾਈਆ ਤੂੰ ਥੱਕਿਆ ਆਇਆ ਹੋਣਾ, ਤੂੰ ਏਦਾਂ ਕਰ, ਪਹਿਲਾਂ ਪਿੰਡੇ ਪਾਣੀ ਪਾ ਲਾ, ਫੇਰ ਆਪਾਂ ਚਾਹ ਚਾਹ ਪੀਂਦੇ ਆ। ਚੱਲ ਤੈਨੂੰ ਵਾਸ਼ਰੂਮ ਵਿਖਾ ਲਾ। ਇੱਥੇ ਹੀ ਕਰ ਲੈਣੇ, ਨਹਾ ਹੀ ਲੈਣੇ ਪਹਿਲਾਂ। ਲੈ ਵੀ ਮਨਦੀਪ ਕੋਰੇ, ਭਾਈਆ ਪਹੁੰਚ ਗਿਆ ਕੈਨੇਡੇ। ਕਿਤੇ ਡਟ ਕੇ ਕੰਮ ਕਰ ਲੈ ਨਾ 5-7 ਸਾਲ, ਜੂਨ ਸੁਧਰ ਜੂ। ਕਿਤੇ ਸਾਡੀ ਭੈਣ ਨੂੰ 4 ਦਿਨ ਸੁਣ ਕੇ ਕੱਟ ਲੂ। ਹਾਂ ਦੇਖੋ ਕੀ ਹੁੰਦਾ। ਉਹ ਮੈਂ ਚਾਹ ਪਾਣੀ ਦਾ ਪ੍ਰਬੰਧ ਕਰਦੀ ਹਾਂ ਓਏ ਨਾਲੇ। ਓਏ, ਖਾਣੇ ਖਾਣੇ ਕਰਕੇ ਕਿੱਦਾਂ ਬਣਾਵੇ? ਉਹ ਕੀ ਆ ਭਾਈਆ? ਉਹ ਕੁਛ ਨਹੀਂ, ਆ ਪਾਣੀ ਬਾਹਰ ਹੀ ਕੱਟਾ ਭੈਣ ਦਾ। ਉਹ ਟੁੱਟੀ ਨੂੰ ਦੇ ਪਾਸੇ ਨੂੰ ਘੁਮਾਣਾ, ਇਹ ਕੀ ਕਰਦਾ? ਉਹ ਕਰਦਾ ਦੱਸਣ ਦਿਆ। ਤੁਸੀਂ ਸਮਝਾ ਤੇ ਦੇਣਾ ਸੀ ਕਿ ਵਿਚਾਰੇ ਸਾੜੀ ਨਾ ਦਿਓ। ਉਹ ਕਿਤੇ ਨਹੀਂ ਸੜ ਜਾਂਦੇ ਮਨਦੀਪ ਕੋਲੇ। ਪੰਜਾਬ ਚ ਇੰਨਾ ਕਿ ਧੁੱਪੀ ਜੱਟਾਂ ਨੂੰ ਸਾੜੀ ਰੱਖਦੀ ਆ। ਆ ਲੈਂਦੇ ਨਹਾ ਕੇ 2 ਘੰਟੇ ਅੰਦਰ ਸੁੱਟੇ, ਸਭ ਕੁਝ ਸੈੱਟ ਹੋ ਜਾਣਾ। ਚਲੋ ਮੈਂ ਚਾਹ ਪਾਣੀ ਦਾ ਪ੍ਰਬੰਧ ਕਰਦੀ ਹਾਂ। ਕਰ ਜਰਾ। ਹਾਏ ਦੇਖੋ ਜੀ ਆਹ ਕੀ ਹੋ ਗਿਆ? ਕੀ ਉਹ ਹੋਇਆ? ਛੱਤ ਚੋਂ ਪਾਣੀ ਚੋਂ ਕੇ ਸਾਰਾ ਭੱਜਾ ਫਿਰਦਾ ਇੱਥੇ। ਕਿਤੇ ਪੈਰ ਤੇ ਨਹੀਂ ਵੱਢ ਗਿਆ ਕੋਈ? ਉਹ ਮੈਨੂੰ ਪਤਾ ਕਿਹੜਾ ਮੈਂ ਫੜਿਆ। ਭਾਈਆ, ਉਹ ਭਾਈਆ ਟੁੱਟੀ ਬੰਦ ਕਰ। ਉਹ ਦੱਸਣ ਦਿਆ ਨਾ, ਤਾਈ ਚੱਲਿਆ। ਉਹ ਨਹਾਵਾਂਗੇ ਫੇਰ। ਆ ਪਹਿਲਾਂ ਟੁੱਟੀ ਬੰਦ ਕਰ, ਇੱਧਰ ਪੰਗਾ ਪੈ ਗਿਆ ਈ। ਕਰ ਦੇ ਬੰਦ। ਹਟ ਗਿਆ। ਹਾਂ ਕੱਟਦੀ ਨਹੀਂ। ਉਹ ਇਹ ਬੰਦ ਕਰਨਾ ਚਾਹੀਦਾ ਸੀ ਭਾਈਏ ਨੂੰ। ਇੱਧਰ ਲੈ ਕੇ ਮਾਰ। ਭਾਈਆ ਉਹ ਆ ਕਿਦਾਂ ਲੈਣੇ ਪਾ ਕੇ ਆ ਗਿਆ ਭਾਈਆ? ਕੀ ਇਹਨਾਂ ਦੇ ਲੀੜਿਆਂ ਨੂੰ ਕੀ ਹੋਇਆ ਦੱਸਣ ਦਿਆ? ਏਦਾਂ ਦੇ ਭਾਈ ਦੇ ਸਦਾ। ਓਏ ਉਹ ਪੰਜਾਬ ਨਹੀਂ ਭਾਈਆ, ਕੈਨੇਡਾ ਆ। ਇਦਾਂ ਦੇ ਲੀੜੇ ਨਹੀਂ ਪਾਈਦੇ, ਦੂਜੇ ਪਾ ਕੇ ਆ ਢੰਗ ਦੇ ਲੀੜੇ। ਜੀ ਆਹ ਕੀ ਜਲੂਸ? ਇੰਨਾ ਵੀ ਨਹੀਂ ਪਤਾ ਕਿ ਕੱਪੜੇ ਪਾ ਕੇ ਬਾਹਰ ਆਉਣ। ਉਹ ਮਨਦੀਪ, ਪੰਜਾਬ 'ਚ ਸਾਰੇ ਇਦਾਂ ਦੇ ਲੀੜੇ ਪਾਉਂਦੇ ਆ। ਸੱਚ ਜੇ ਆਪੇ ਪਤਾ ਲੱਗ ਜੂਗਾ। ਉਹ ਤਾਂ ਨਹੀਂ ਦਿਲ ਨੂੰ ਢਾਈ ਦਿੰਦੀ। ਨਵਾਂ ਵਿਚਾਰਾ ਆਇਆ ਖੇਤਾਂ 'ਚ ਉੱਠ ਕੇ। ਅੱਛਾ ਕੋਈ ਨਾ, ਮੈਂ ਚਾਹ ਪਾਣੀ ਦਾ ਭਾਈਆ ਪ੍ਰਬੰਧ ਲੱਭਾ। ਸਾਫ਼ ਕਰ। ਉਹ ਲੱਜ ਪਿਆ ਦੱਸਣ ਦਿਆ। ਉਹ ਤਾਂ ਆਹ ਲਗਾ ਪਾ ਕੇ ਕੱਪੜੇ। ਆ ਪਰੇ ਟੰਗੇ ਪਏ ਆ ਤੇਰੇ ਲੀੜੇ, ਤੈਨੂੰ ਲੱਭਦੇ ਨਹੀਂ ਆ। ਉਹ ਲਾਪੇ ਉਹ ਤਾਇਆ। ਉਹ ਦੁਬਾਰਾ ਨਾ ਨਹਾਉਣ ਲੱਗ ਪਈ। ਉਹ ਨਹੀਂ ਦੱਸਣ ਦਿਆ, ਕਾਲੀ ਮਦੀਨਾ ਆ ਗਿਆ। ਆਇਆ ਵਾਹ ਭਾਈਆ, ਚੜਦੇ ਚੰਦ। ਉਹ ਕਿੱਥੇ ਵੜ ਗਿਆ?
ਆ ਦਰਸ਼ਨ ਸਿਆ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਤਲਕਣ ਬੜੀ ਹੋਈ ਜੋ ਆ ਬਾਥਰੂਮ ਚ। ਕਿਹੜੀ ਤਿਲਕਣ ਹੋਈ ਆ? ਉਹ ਪਾਣੀ ਥੱਲੇ ਪਤਾ ਨਹੀਂ ਪੈਰ ਤੇ ਕੀ ਜਾਂਦੇ ਆ। ਉਹ ਲਿਆਵਾ ਮਾਪ ਅਦਈ ਜਰਾ ਇੱਧਰ। ਉਹ ਭਾਈਆ ਉਹ ਆਇਆ ਯਾਰ ਦਰਸ਼ਨ ਸਿਆ ਯਾਰ ਕੈਨੇਡਾ ਚ ਡੋਬਈ। ਲੈ ਲੈ ਇੱਥੇ ਤਾਂ ਵੇ ਬਾਲਾ ਹੀ ਵੱਖਰਾ ਯਾਰ ਆਵਾਜ਼ ਆ। ਭਈਆ ਮੈਨੂੰ ਇਹ ਦੱਸ ਇਹ ਨਾਦਾ ਕਿਦਾਂ? ਦਰਸ਼ਨ ਸਿਆ ਨਹਾਉਣਾ ਕਿੱਦਾਂ ਸੀ? ਕੋਈ ਪਹਿਲਾਂ ਤੇ ਪਾਣੀ ਬਾਲਾ ਹੀ ਤੱਤਾ ਛੱਡ ਹੋ ਗਿਆ ਬਈ। ਫੇਰ ਮੈਂ ਤੇ ਨਾ ਕੁਛ ਬੱਚੀ ਜੇ ਭਰ ਲਈ ਆ ਜਿਹੜੀ ਅੰਦਰ ਲਵਾਈ ਆ ਤੁਸੀਂ ਤੇ ਟੋਲੂ ਲੈ ਕੇ ਆ ਬਾਹਰ ਬਹਿ ਕੇ ਕਿਹਨਾਂ ਸਿਰ ਤੇ ਪਾਣੀ ਪਾ ਪਾ ਕੇ ਨਹਾ ਲਿਆ। ਉਹ ਭਾਈਆ ਏਦਾਂ ਨਹੀਂ ਇੱਥੇ ਨਹਾਈਦਾ। ਤਾਂ ਹੋਰ ਤਾਂ ਨਹਾਈਦਾ। ਟੱਬ 'ਚ ਬਹਿ ਕੇ ਨਹਾਈਦਾ। ਉਹ ਟੱਬ ਜਿਹਦੇ 'ਚ ਬੱਚੀ ਜੀ ਦੱਸਦਾ ਨਾ ਉਹਦੇ 'ਚ ਨਹਾਈਦਾ ਵਾ। ਤੱਦੇ ਪਾਣੀ ਆ ਗਿਆ। ਮੈਂ ਵੀ ਅੱਖਾਂ ਕੀ ਕਰਦਾ ਰਿਹਾ। ਨਹੀਂ ਦਰਸ਼ਨ ਸਿਆ ਪਾਣੀ ਤਾਂ ਮੈਂ ਬੂਹੇੋਂ ਬਾਹਰ ਜਾਣ ਹੀ ਨਹੀਂ ਦਿੱਤਾ। ਪਾਣੀ ਤੇ ਸਾਰਾ ਉਹ ਆਪਣੇ ਬਹਿਣੀ ਵਾਲਾ ਛਾਣ ਨਾਲ ਨਹੀਂ ਲੱਗਾ ਥੱਲੇ। ਸਾਰਾ ਪਾਣੀ ਉਹਦੇ 'ਚ ਹੀ ਗਿਆ। ਤੇਰਾ ਭਲਾ ਹੋ ਜੇ। ਉਹ ਭਾਈਆ ਬੈਣੀ ਵਾਲਾ ਛੱਡਣਾ ਨਹੀਂ ਆ। ਉਹ ਹਵਾ ਤੱਤੀ ਤੇ ਠੰਡੀ ਲਿਆਉਣ ਵਾਲਾ ਛੱਡਣਾ। ਉਹਦੇ ਨਾਲ ਸਾਰਾ ਘਰ ਹੁੰਦਾ ਤੇ ਠੰਡਾ ਹੁੰਦਾ। ਉਹ ਤੇਰਾ ਭਲਾ ਹੋ ਜੇ। ਨਹੀਂ ਤੇ ਪਾਣੀ ਪਾਣੀ ਹੋ ਗਿਆ। ਫੇਰ ਤੇ ਉਹ ਚੱਲ ਮੈਂ ਸਾਫ਼ ਕਰਾਉਣਾ ਤੁਹਾਡੇ ਉਹ ਨਾਲ। ਭਾਈਆ ਰਹਿਣ ਦੀ ਕੋਈ ਗੱਲ ਨਹੀਂ ਆਪੇ ਕਰ ਲੈਣੇ ਨਿਆਣੇ। ਬਹਿ ਆਪਾਂ ਗੱਪਸ਼ਪ ਮਾਰਦੇ ਆ। ਆ ਮਨਦੀਪ ਚਾਹ ਬਣੀ ਕਿ ਨਹੀਂ? ਬੰਦੀ ਜੀ ਆ ਤਾਂ ਬਈ ਬਹੁਤ ਕੁਛ ਇੱਥੇ ਦਾ ਸਿੱਖਣਾ ਪਊਗਾ। ਚਾਹ ਪੀਨੇ ਆ ਭਾਈਆ ਤੇਰੀ। ਦਰਸ਼ਨ ਸਿਆ ਆ ਵੇਲਾ ਕੋਈ ਚਾਹ ਪੀਂਦਾ ਹੈ ਰੋਟੀ ਖਾ ਲਾਂਗੇ। ਭਾਈਆ ਫਿਰ ਪੈਕ ਪੈਕ ਮਾਰੀਏ। ਚੱਲ ਤੂੰ ਬਹੁਤ ਕਹਿਣਾ ਤੇ ਵੇ ਲਾ ਲੈਨੇ ਘੁੱਟ ਘੁੱਟ। ਭਾਈਆ ਇਹ ਕੋਈ ਕਹਿਣਾ ਦੀ ਗੱਲ ਆ? ਭਾਈਆ ਲਾਤੇ ਰੰਗ ਕੈਨੇਡਾ ਨੂੰ। ਜਹਾਜ਼ ਦੇ ਵਿੱਚ ਨਾ ਸੁੱਤਾ ਹੀ ਨਹੀਂ ਮੈਂ ਇੱਕ ਮਿੰਟ ਵੀ। ਕੋਈ ਗੱਲ ਨਹੀਂ, ਹੁਣ ਅੱਖ ਖੜੀ ਹੋਣੀ ਮਾੜੀ ਜੀ। ਕੋਈ ਗੱਲ ਨਹੀਂ ਭਾਈਆ, ਕੋਈ ਗੱਲ ਨਹੀਂ। ਚੱਲ ਕੇ ਰੱਖ ਬਰਪਾ ਦਰਸ਼ਨ ਬਰਫ ਵੀ ਪਾ ਲੈਂਦੇ ਇੱਥੇ। ਥੋੜਾ ਠੰਡੀ ਜੀ ਹੋ ਜੂ। ਉਹ ਯਾਰ ਉਹਨੂੰ ਤੇ ਖੁਰਨ ਲਈ ਨਾ ਬਹੁਤ ਟਾਈਮ ਲੱਗੂਗਾ। ਚੱਲ ਪਾਣੀ ਪਾ ਲਾ। ਵਾਹ ਲੈ ਭਾਈਆ ਔਰ ਡਟ ਕੇ ਕੰਮ ਕਰਾਂਗੇ। ਹਾਂ ਦਰਸ਼ਨ ਓ ਸਿਆ। ਵਾਹ ਵਾਹ ਆ ਕਰਦੀ ਹੈ ਨਾ ਗੱਲ। ਦਰਸ਼ਨ ਸਿਆ ਹਾਂ ਹੁਣ ਡਟ ਕੇ ਕੰਮ ਕਰਾਂਗੇ ਬਈ। ਹੁਣ ਤੇ ਕਰਨਾ ਹੀ ਪੈਣਾ ਆ। ਦਰਸ਼ਨ ਸਿਆ ਹਾਂ ਭਾਈਆ ਇੱਕ ਗੱਲ ਪੁੱਛਾਂ। ਪੁੱਛ। ਬਈ ਇੱਥੇ ਬੰਦਿਆਂ ਨੂੰ ਦਿਹਾੜੀ ਕਿੰਨੀ ਕੁ ਮਿਲ ਜਾਂਦੀ ਆ? ਔਰ ਭਾਈਆ ਮਿਲ ਹੀ ਜਾਂਦੇ 8 ਡਾਲਰ। ਦਿਹਾੜੀ ਦੇ? ਨਹੀਂ ਘੰਟੇ ਦੇ। ਅੱਛਾ ਤੇ ਆਪਣੇ ਰੋਜ਼ ਦੇ ਕਿੰਨੇ ਕੁ ਘੰਟੇ ਕੰਮ ਤੇ ਲੱਗ ਜਾਂਦੇ ਆ? ਵੇਖ ਭਾਈਆ 8 ਤੇ ਲੱਗਦੇ ਹੀ ਆ। ਕਈ ਥਾਂ ਓਵਰ ਟਾਈਮ ਵੀ ਲੱਗ ਜਾਂਦਾ। 8 ਘੰਟੇ ਰੋਜ਼ ਦੇ ਤੇ 8 ਡਾਲਰ ਘੰਟੇ ਦੇ। ਉਹ ਦਰਸ਼ਨ ਸਿਆ ਇੱਕ ਡਾਲਰ ਦੇ ਆਪਣੇ ਇੰਡੀਆ ਦੇ ਕਿੰਨੇ ਕੁ ਰੁਪਈਏ ਬਣਦੇ ਆ? ਭਾਈਆ ਬਾਣੀ ਜਾਂਦੇ 38 40 ਰੁਪਏ। 40 ਰੁਪਈਏ 4 ਡਾਲਰ ਰੋਜ਼ ਦੇ। ਬਈ ਇਹ ਤਾਂ ਬਹੁਤ ਪੈਸੇ ਬਣਦੇ ਰੋਜ਼ ਦੇ। ਆਹੋ ਭਾਈਆ ਹੈਗੇ ਤੇ ਬਹੁਤ ਆ ਜੇ ਇਦਾਂ ਗਿਣੀਏ ਤੇ। ਪਰ ਇੱਥੇ ਇਦਾਂ ਗਿਣੇ ਨਹੀਂ ਜਾਂਦੇ। ਦਰਸ਼ਨ ਸਿਆ ਹੋਰ ਕਿੱਦਾਂ ਗਿਣੇ ਜਾਂਦੇ ਆ? ਵੇਖ ਭਾਈਆ ਪਹਿਲਾਂ ਜਦੋਂ ਲਈਦੀ ਨਾ ਤਨਖਾਹ ਚੌਥਾ ਹਿੱਸਾ ਤੇ ਸਰਕਾਰ ਸਿੱਧਾ ਟੈਕਸ ਕੱਟ ਕੇ ਲੈ ਜਾਂਦੀ ਹੈ। ਫਿਰ ਮੈਡੀਕਲ ਦੇ ਪੈਸੇ ਕਟਾਉਣੇ ਪੈਂਦੇ ਆ। ਫਿਰ ਬੁਢਾਪਾ ਪੈਨਸ਼ਨ ਫਿਰ ਇਹ ਫਿਰ ਉਹ ਪਾ ਲਾ ਕੇ ਤੇ 1/3 ਮਸਾ ਹੀ ਸਾਡੇ ਕੋਲ ਪਾਈਦਾ। ਬਾਕੀ ਸਾਰਾ ਟੈਕਸਾਂ 'ਚ ਚਲ ਜਾਂਦਾ। ਅੱਛਾ ਚੱਲ ਫੇਰ ਵੀ ਬਹੁਤ ਆ। ਆਹੋ ਭਾਈਆ ਹੈਗੇ ਤੇ ਬਹੁਤ ਆ। ਬਾਕੀ ਸਾਰੇ ਬਿੱਲ ਬੱਤੀਆਂ 'ਚ ਨਿਕਲ ਜਾਂਦੇ ਆ। ਬਾਕੀ ਸਾਰੇ ਬਲਬਤੀਆਂ ਨਿਕਲ ਜਾਂਦੇ। ਹੋਰ ਕੀ ਦਰਸ਼ਨ ਦੇ ਆ ਇੱਕ ਗੱਲ ਕਹਾਂ। ਹਾਂ ਓਏ ਜੇ ਕੁਝ ਬਚਦਾ ਹੋਊ ਤਾਂ ਹੀ ਉਹ ਮਹਿਲ ਵਰਗਾ ਘਰ ਬਣਾ ਕੇ ਬੈਠਾ ਤੂੰ। ਤੇ ਨਹੀਂ ਤਾਂ ਤੂੰ ਕਿਹੜਾ ਪਿੱਛੋਂ ਪੈਸੇ ਦੀਆਂ ਪੂਰੀਆਂ ਲਿਆਈ ਭਰ ਕੇ। ਨਹੀਂ ਐਸੀ ਗੱਲ ਤੇ ਨਹੀਂ ਭਾਈਆ। ਕੋਈ ਨਾ ਕੋਈ ਤੇ ਬਚਦਾ ਹੀ। ਮੈਂ ਕਿਹਾ ਜੀ ਰੋਟੀ ਤਿਆਰ ਆ ਤੇ ਖਾਣੀ ਹੈ ਕਿ ਅਟਕਣਾ ਹੈ ਅੱਜ? ਲੈ ਆ
ਭਾਈਆ ਵੀ ਥੱਕਿਆ ਹੋਣਾ, ਨਾਲੇ ਸਵੇਰੇ ਆਪਾਂ ਵੀ ਕੰਮਾਂ ਤੇ ਜਾਣਾ। ਚਲੋ ਮੈਂ ਰੋਟੀ ਕਰਦੀ ਹਾਂ ਦਰਸ਼ਨ ਸਿਆ ਹਾਂ ਭਈਆ। ਖਾ ਲੈਂਦੇ ਆ ਰੋਟੀ ਵੀ, ਤਾਂ ਪਹਿਲਾਂ ਘੁੱਟ ਘੁੱਟ ਲਾ ਦਾ ਲਈਏ। ਲਾਲਾ ਭਈਆ ਸਵੇਰੇ ਤੈਨੂੰ ਪਤਾ ਮੈਂ ਸਵਖਤੇ ਉੱਠਣਾ ਪੈਂਦਾ ਸਾਨੂੰ ਕੰਮਾਂ ਤੇ ਜਾਣ ਲਈ। ਇੱਕ ਗੱਲ ਦੱਸ ਦਰਸ਼ਨ ਸਿਆ, ਬਈ ਸਵੇਰੇ ਜੇ ਤੂੰ ਕਹੇ ਤੇ ਮੈਂ ਤੇਰੇ ਨਾਲ ਹੀ ਕੰਮ ਤੇ ਚੱਲ ਜਾਵਾਂ। ਨਹੀਂ ਭਾਈਆ 4 ਦਿਨ ਅਜੇ ਆਰਾਮ ਕਰ ਲਾ, ਸਾਰੀ ਉਮਰ ਕੰਮ ਹੀ ਕਰਨਾ ਹੈ। ਨਾਲੇ ਮੈਂ ਉਹ ਧੀਰੇ ਨਾਲ ਗੱਲ ਕੀਤੀ ਹੈ ਤੇਰੀ, ਉਹਦੇ ਨਾਲ ਨਾਲੇ ਰਹਿਣੀ ਬੇਸਮੈਂਟ 'ਚ, ਨਾਲੇ ਉਹਦਾ ਕੰਮ ਤੇ ਚੱਲ ਜਿਆ ਕਰੀ, ਉਹਨੇ ਪਤਾ ਕੀਤਾ। ਬਈ ਛੇਤੀ ਛੇਤੀ ਪਤਾ ਕਰੋ, ਨੁਕਸਾਨ ਬਹੁਤ ਹੋ ਜਾਂਦਾ। 66 ਡਾਲੇ ਰੋਜ਼ ਦੇ, ਕੋਈ ਪੈਸਾ ਹੀ ਪੈਸਾ, ਮੌਜਾਂ ਹੀ ਮੌਜਾਂ। ਭਾਈਆ ਉਹ ਭਈਆ ਆ ਰੋਟੀ ਨਹੀਂ ਖਾਣੀ, ਸੌਂ ਚੱਲਿਆ। ਖਾ ਲੈਂਦੇ ਦਰਸ਼ਨ ਸਿਆ, ਉਹ ਪਹਿਲਾਂ ਘੁੱਟ ਘੁੱਟ ਲਾ ਦਾ ਲਈਏ, ਉਹ ਤਾਂ ਪੈਸਾ ਹੀ ਪੈਸਾ। ਤੇਰਾ ਭਾਈਆ 4 ਦਿਨ ਜਰਬਾ, 4 ਦਿਨ ਠਹਿਰ ਜਾ, ਫੇਰ ਵੇਖਾਂਗੇ ਕਿ ਕਿੰਨੇ ਕੁ ਰੁਪਏ ਬਣਦੇ ਨੇ $1 ਦੇ। ਐਨੀ ਸੌਖੀ ਵੀ ਨਹੀਂ ਮਿੱਤਰਾ ਪਗਾਉਣੀ, ਐਨੀ ਸੌਖੀ ਵੀ ਨਹੀਂ ਮਿੱਤਰਾ ਪਗਾਉਣੀ, ਜੋ ਡਾਲਰਾਂ ਦੀ ਤਾਂਗ ਬੜੀ ਆ, ਜਿਹਦੇ ਵਿੱਚ ਤੂੰ ਹੈ ਪਲ ਪਲ ਪਿਸਣਾ, ਜਿਹਦੇ ਵਿੱਚ ਤੂੰ ਹੈ ਪਲ ਪਲ ਪਿਸਣਾ, ਉਹ ਚੱਕੀ ਵੀ ਤਿਆਰ ਖੜੀ ਆ, ਉਹ ਚੱਕੀ ਵੀ ਤਿਆਰ ਖੜੀ ਆ, ਉਹ ਚੱਕੀ ਵੀ। ਇਹਨਾਂ ਅੱਖੀਆਂ 'ਚ ਪਾਵਾਂ ਕਿਵੇਂ ਕਜਲਾਵੇ। ਭਜਨੋ ਕੁੜੇ ਭਜਨੋ ਕਰਈਆਂ। ਹਾਂ ਬੇਬੇ ਘਰੇ ਹੀ ਆ ਜਾ ਲੰਘਿਆ। ਬੇਬੇ ਮੱਥਾ ਟੇਕਦੀ ਆ। ਨੀ ਗੁਰੂ ਭਲਾ ਕਰੇ। ਆ ਜਾ ਬੇਬੇ ਬਹਿ ਜਾ, ਪਾਣੀ ਦਿੰਨੀ ਆ। ਹੋਰ ਸੁਣਾ ਭਜਨੋ ਕੀ ਹਾਲ ਚਾਲ ਤੇਰਾ? ਠੀਕ ਠਾਕ ਹੈ ਬੇਬੇ। ਹੋਰ ਬੇਬੇ ਕਿੱਦਾਂ? ਮੈਂ ਤਾਂ ਠੀਕ ਆ, ਤੂੰ ਸੁਣਾ ਆਪਣਾ। ਬੇਬੇ ਮੈਂ ਵੀ ਆ ਗਿਆ। ਆ ਜਾ ਪਾਣੀ ਪੀ। ਅੱਛਾ ਹੋਰ ਦੱਸ, ਸੁੱਚਾ ਸੁਝਾ ਬੜਿਆ ਕਿਨੇ ਦੇ? ਹਾਂ ਬੇਬੇ ਜਾ ਪਹੁੰਚਾ। ਅੱਛਾ ਹੋਰ ਆਇਆ ਉਸ ਤੋਂ ਸਾਰਾ ਰਾਜੀ ਖੁਸ਼ੀ ਦਾ? ਠੀਕ ਠਾਕ ਬੇਬੇ ਜਾ ਪਹੁੰਚਾ। ਠੀਕ ਚਲੋ ਠਾਕ। ਫੇਰ ਤਾਂ ਵਧਾਈਆਂ ਹੁਣ ਭਾਈ। ਉਹ ਤਾਂ ਤੁਹਾਡੇ ਘਰੇ ਵੀ ਡਾਲੇ ਆਇਆ ਕਰਨਗੇ, ਰੱਬ ਨੇ ਸੁਣ ਲਈ ਤੇਰੀ। ਬੇਬੇ ਮਹਾਰਾਜ ਦੀ ਮਰਜ਼ੀ ਰਹੀ ਤਾਂ ਆਇਆ ਹੀ ਕਰਨਗੇ। ਕੁੜੇ ਹੁਣ ਤੁਸੀਂ ਝੱਬੇ ਹੀ ਟਿਕ ਜਾਓਗੇ ਕਨੇਡੇ ਨੂੰ ਵੀ। ਦੇਖੋ ਬੇਬੇ ਸੰਜੋਗ ਕੀ ਕਹਿੰਦੇ ਆ। ਕੁੜੇ ਹੁਣ ਤਾਂ ਸੰਜੋਗ ਹੀ ਸੰਜੋਗ ਆ ਭਾਈ। ਮੈਂ ਸੁਣਿਆ ਕੁੜੀ ਉਹ ਤਾਂ ਦੇਸੀ ਬੜਾ ਸੋਹਣਾ ਹੈ। ਹੋਰ ਕੀ ਬੇਬੇ ਮੇਮਾ ਰਹਿੰਦੀਆਂ ਮੇਮਾ ਉੱਥੇ। ਲੈ, ਮੇਮਾ ਛੱਡ ਕੇ ਕੁੜੇ ਜਿਹੜੀਆਂ ਆਪਣੀਆਂ ਆਉਂਦੀਆਂ ਉੱਥੋਂ ਉਹ ਵੀ ਮੇਮਾ ਬੜੀਆਂ ਆਉਂਦੀਆਂ। ਭਲਾ ਮੈਂ ਸੁਣਿਆ ਉੱਥੇ ਖਾਣ ਪੀਣ ਦੀ ਬੜਾ ਕੁਛ ਆ। ਹੋਰ ਕੀ ਬੇਬੇ ਉੱਥੇ ਲੋਕ ਪਾਣੀ ਦੀ ਜਗ੍ਹਾ ਫਲਾਂ ਦਾ ਰਸ ਹੀ ਪੀਂਦੇ ਆ ਤੇ ਜਦੋਂ ਭੁੱਖ ਲੱਗਦੀ ਹੈ ਫਲ ਹੀ ਖਾਂਦੇ ਆ। ਉਹ ਸਾਡੇ ਵਾਂਗੂ ਨਹੀਂ ਵੀ ਰੋਟੀਆਂ ਦੇ ਟੱਕ ਧਰੀ ਰੱਖਦੇ ਆ। ਕੁੜੇ ਮੈਂ ਸੁਣਿਆ ਉੱਥੇ ਕੰਮ ਬੜਾ ਹੀ ਔਖਾ ਕਰਨਾ ਪੈਂਦਾ। ਕੰਮ ਕਾਹਦਾ ਬੇਬੇ ਅਸਮੁੰਦਾ ਬਾਬਾ ਕਹਿੰਦਾ ਸੀ ਉੱਥੇ ਲੋਕ ਟੌਰ ਸ਼ੌਰ ਕੱਢ ਕੇ ਗੱਡੀਆਂ 'ਚ ਬੈਠ ਕੇ ਕੰਮਾਂ ਤੇ ਜਾਂਦੇ ਆ। ਆ ਫੈਕਟਰੀਆਂ 'ਚ ਮਸ਼ੀਨਾਂ ਕੰਮ ਕਰਦੀਆਂ, ਬੰਦਿਆਂ ਨੇ ਤਾਂ ਬਸ ਬਟਨ ਹੀ ਦਬਾਉਣਾ ਹੁੰਦਾ ਆ। ਟੱਚ ਟੱਚ ਟੱਚ। ਬੱਚੇ ਕੁੜੀ ਮੈਂ ਤਾਂ ਖਾਵਾਂ ਤਾਂ ਸੁਣੀਆਂ ਹੋਣਗੀਆਂ। ਬੇਬੇ ਥੱਪਾ ਰੁਪਈਆ ਦਾ ਮਿਲਦਾ ਰੋਜ਼ ਦਾ ਥੱਪਾ। ਨਹੀਂ ਚਲੋ ਭਾਈ ਤੁਹਾਡੀ ਵੀ ਕਜਾ ਕੱਟੀ ਗਈ ਕੇਰਾ। ਬਜਾ ਕੇ ਕੱਟੀ ਗਈ ਬੇਬੇ, ਸਵਰਗਾਂ 'ਚ ਪਹੁੰਚ ਗਏ ਸਵਰਗਾਂ 'ਚ। ਲੈ ਕੁੜੇ ਹੁਣ ਤਾਂ ਪਹਿਲਾਂ ਤੁਸੀਂ ਉੱਥੇ ਜਾ ਕੇ ਬੁਹਾਰੀਆਂ ਨਾਲ ਡਾਲੇ ਹੁੰਜੋਗੇ, ਤੇ ਜਦੋਂ ਸੋਨੂ ਨੂੰ ਵਿਆਹਣ ਆਈ ਨਾ ਇਹ ਤਾਂ ਮੂੰਹ ਮੰਗ ਕੇ ਦਾਜ ਲਾਉਂਗੇ। ਬੇਬੇ ਸੁੱਖ ਨਾਲ ਇੱਕ ਤਾਂ ਮੁੰਡਾ ਵੀ ਆਉਣਾ ਹੋਇਆ, ਰੀਝਾਂ ਲਾਵਾਂਗੇ ਰੀਝਾਂ। ਅੱਗੋਂ ਪਤਾ ਨਹੀਂ ਕਿਹੋ ਜਿਹੇ ਦਿਨ ਆਉਣੇ ਆ। ਹੋਰ ਭੈਣੇ ਇੱਥੇ ਦੇ ਤਾਂ ਥੋੜੀ ਭੈਣੇ ਦੇ ਆਪਣੇ ਨਹੀਂ ਮਾਣ ਲੱਖਾਂ ਚ ਦਾਜ ਮੰਗਦੇ ਆ। ਤੂੰ ਤਾਂ ਫਿਰ ਵੀ ਕੈਨੇਡੀ ਆਉਣਾ, ਘਰਾਂ ਕੋਠੀਆਂ ਤਾਂ ਤੈਨੂੰ ਮਿਲਣਗੀਆਂ ਹੀ ਦਾਜ ਵਿੱਚ। ਬਥੇਰੇ ਔਖੇ ਦਿਨ ਕੱਟੇ ਆ ਬੇਬੇ। ਉਹ ਥੋੜੇ ਕਿਤੇ ਸੁੱਚਾ ਸੂਤਾ ਵਿਚਾਰਾ ਸਾਰੀ ਉਮਰ ਮਿੱਟੀ 'ਚ ਹੀ ਰੋਲਦਾ ਰਿਹਾ। ਇਹ ਕੋਈ ਫੋੜੀ ਪੈਣੇ ਦਾ ਟਕਾ ਦਾ ਨਹੀਂ ਸੀ ਦਿੰਦਾ।
ਭਈ ਇਹਨੇ ਕਿੱਥੋਂ ਮੋੜਨੇ ਆ? ਰੱਬ ਤੇ ਸੁਣਦਾ ਹੀ ਆ ਨਾ ਗਰੀਬਾਂ ਦੀ ਬੇਬੇ। ਨਹੀਂ ਹੁਣ ਤਾਂ ਸਾਰੇ ਟੱਬਰ ਦੀ ਸੁਣੀ ਗਈ ਕੇਰਾ। ਨਹੀਂ ਭਜਨ ਹੁਣ ਤਾਂ ਤੇਰੇ ਵੀ ਪੈਰਾਂ ਦੀਆਂ ਵਿਆਹੀਆਂ ਚੋਂ ਗੋਹਾ ਨਿਕਲ ਜੋ ਭਾਈ। ਬਥੇਰਾ ਕੱਟ ਚੱਲਿਆ ਤਾਂ ਵੀ। ਬੇਬੇ ਘਰ ਚਲਾਉਣ ਲਈ ਕਸ਼ਟ ਤਾਂ ਝੱਲਣੇ ਹੀ ਪੈਂਦੇ ਆ। ਹਾਏ ਇੱਕ ਤਾਂ ਦੋ ਭਾਈ ਨੀਤੀ ਮੈਂ ਤੂੰ ਚਾਰ ਨਾ ਮਨ ਖਾ ਖਾ ਕੇ ਨਾ ਭੁੱਖਿਆ ਰਹਿ ਕੇ ਸਮਾਂ ਲਗਾਇਆ। ਨਹੀਂ ਮੈਂ ਤਾਂ ਕੋਈ ਸਿਆਣੀ ਕੀ ਵੀ ਕਰ ਸਕਦੀ ਆ। ਬੇਬੇ ਜਦੋਂ ਸਿਰ ਤੇ ਪੈਂਦੀ ਹੈ ਨਾ ਆਪੋ ਆਪ ਸਿਆਣੇ ਬਣਨਾ ਹੀ ਪੈਂਦਾ ਹੈ। ਨਹੀਂ ਤਾਂ ਘਰ ਅਲੱਗਾ ਉਜੜਦਾ ਤੇ ਲੋਕ ਬਿਮਾਰੀ ਪੈਣੇ ਨੇ ਅਲੱਗ ਤਾਨੇ ਦਿੰਦੇ ਨੇ। ਨਹੀਂ ਲੋਕ ਤਾਂ ਪੋੜੀ ਪੈਣੇ ਦੇ ਇਹੋ ਜਿਹੇ ਹੀ ਆ। ਫੱਟ ਗਿੱਟੀਆਂ ਕੇ ਮਾਰਦੇ ਆ ਵਾਗਰੂ ਵਾਗਰੂ ਵਾਗਰੂ। ਨਹੀਂ ਮੈਨੂੰ ਤਾਂ ਸਹੁੰ ਆ ਭਾਈ ਜੇ ਕਦੇ ਕਿਸੇ ਨੂੰ ਲਾ ਕੇ ਕੁਛ ਕਿਹਾ ਹੋਵੇ ਤਾਂ ਤੂੰ ਤਾਂ ਭਾਈ ਮੇਰੇ ਘਰ ਦੀ ਆ। ਮੈਂ ਤਾਂ ਹੀ ਤੇਰੇ ਨਾਲ ਗੱਲ ਕਰ ਲਈ ਕੋੜੇ ਭਜਨੋ ਮੇਰੀ ਕਿਸੇ ਗੱਲ ਦਾ ਗੁੱਸਾ ਨਾ ਕਰੀ। ਗੁੱਸਾ ਕਰਦਾ ਬੇਬੇ ਤੂੰ ਤੇ ਮੈਨੂੰ ਮਾਵਾ ਵਾਂਗੂ ਐ। ਕੋੜੇ ਤੁਸੀਂ ਕਦੋਂ ਜਾਵੋਗੇ ਕੈਨੇਡਾ ਨੂੰ? ਬੇਬੇ ਸੋਨੂ ਦਾ ਪਾਪਾ ਕਹਿੰਦਾ ਸੀ ਜਦੋਂ ਹੀ ਪੱਕਾ ਹੋ ਗਿਆ ਉਦੋਂ ਹੀ ਭੇਜ ਦੂ ਸਾਡੇ ਪੇਪਰ ਵੀ। ਨਹੀਂ ਹੁਣ ਤਾਂ ਭੈਣੇ ਮੇਰੀ ਇਹ ਹੁਣ ਤਾਂ 4 ਦਿਨ ਸਾਡੇ ਕੋਲ ਤੂੰ ਬਣਾਉਣੇ ਆ ਮੰਗੀਆਂ ਫਿਰ ਤੂੰ ਹੀ ਆਇਆ ਕਰੇਂਗੀ ਬਲੈਤਨਾ ਮੰਗੂ ਮੇਮ ਬਣ ਕੇ ਭਾਈ। ਬੇਬੇ ਹੁਣ ਤਾਂ ਚਿੱਤ ਕਰਦਾ ਅੱਖਾਂ ਮੀਟ ਕੇ ਪਹੁੰਚ ਜਾ। ਸੋਨੂ ਦਾ ਪਾਪਾ ਕਹਿੰਦਾ ਸੀ ਉਹਨੇ ਛੇਤੀ ਛੇਤੀ ਪੈਸੇ ਜੋੜ ਕੇ ਘਰ ਤੇ ਕਾਰ ਲੈ ਲੈਣੀ ਆ। ਕਾਰ ਝੁੱਟਿਆ ਕਰਾਂਗੇ ਬੇਬੇ ਕਾਰ। ਕੋੜੇ ਭਜਨੋ ਮੈਂ ਤਾਂ ਸੁਣੀਆਂ ਉੱਥੇ ਬੁੜੀਆਂ ਵੀ ਬੰਦਿਆਂ ਦੇ ਬਰਾਬਰ ਹੀ ਕੰਮ ਕਰਦੀਆਂ ਫੈਕਟਰੀਆਂ 'ਚ। ਕਰਦੀਆਂ ਹੋਣੀਆਂ ਬੇਬੇ ਆਪਣੀਆਂ ਹੋਈਆਂ। ਮੇਰੀ ਭਰਜਾਈ ਗਈ ਨੂੰ ਤਾਂ 15 ਸਾਲ ਹੋ ਗਏ ਉਹਨੇ ਤਾਂ ਕੰਮ ਨੂੰ ਹੱਥ ਲਾਇਆ ਨਹੀਂ। ਚਲੋ ਭਾਈ ਜਿਹਦੀ ਕਿਸਮਤ 'ਚ ਹੋਵੇ। ਸਾਡੇ ਵਰਗੇ ਤਾਂ ਹਮਾਥੜ ਇੱਥੇ ਹੀ ਮਰ ਮੁੱਕ ਜਾਣਗੇ ਗੋਹੇ ਕੂੜੇ 'ਚ ਰੋਲਦੇ। ਉਹ ਤਾਂ ਸਵਰਗ ਹੈ ਬੇਬੇ। ਨਾ ਮਿੱਟੀ ਨਾ ਘੱਟਾ ਨਾ ਗਰਮੀ ਜਿਉਣਾ ਤੇ ਉਹਨਾਂ ਹਮੇਸ਼ਾ ਪਿਆ ਬੇਬੇ। ਜਦ ਜ਼ਿੰਦਗੀ ਤੋਂ ਬੰਦਾ ਭਜਦਾ ਦੂਰ ਦੇਸ਼ ਫਿਰ ਸੁਰਗ ਹੀ ਲੱਗਦਾ ਦੂਰ ਦੇਸ਼ ਫਿਰ ਸੁਰਗ ਹੀ ਲੱਗਦਾ ਉੱਡ ਜਾਵਣ ਦੀ ਜੀਕਣ ਕੀ ਕਣ ਹਰ ਤਰਕੀਬ ਬਣਾਉਂਦਾ ਹੈ। ਉੱਡ ਜਾਵਣ ਦੀ ਜੀਕਣ ਕੀ ਕਣ ਹਰ ਤਰਕੀਬ ਬਣਾਉਂਦਾ ਹੈ। ਗੁਰਬਤ ਦੀ ਫਾਕੀ ਤੋਂ ਬੰਦਾ ਹਰ ਪਲ ਮੁਕਤੀ ਚਾਹੁੰਦਾ ਹੈ। ਗੁਰਬਤ ਦੀ ਫਾਕੀ ਤੋਂ ਬੰਦਾ ਹਰ ਪਲ ਮੁਕਤੀ ਚਾਹੁੰਦਾ ਹੈ। 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 ਹਰ ਪਲ ਯਾ 2 ਸਾਲ ਹੋ ਗਏ ਕੈਨੇਡਾ ਆਇਆ ਨੂੰ। ਆ ਬੋਲੀ ਦੀ ਸਮਝ ਤੇ ਆਉਣ ਲੱਗ ਪਈ ਆ ਪਰ ਬੋਲਣ ਦਾ ਝੱਟ ਨਹੀਂ ਹੁੰਦਾ। ਓਏ ਭਾਊ ਆਪਣੀ ਪ੍ਰੋਬਲਮ ਪਤਾ ਕੀ ਆ? ਆਪਾਂ ਸੋਚਦੇ ਆ ਵੀ ਆਪਾਂ ਨੂੰ ਅੰਗਰੇਜ਼ੀ ਸਹੀ ਬੋਲਣੀ ਨਹੀਂ ਆਉਂਦੀ। ਓਏ ਪਰ ਗੋਰੇ ਕਿਹੜਾ ਸਾਰੇ ਇੱਥੇ ਸਹੀ ਬੋਲਣ ਡਏ ਹੁੰਦੇ ਆ। ਉਹ ਵੀ ਜਿੱਦਾਂ ਮੂੰਹ 'ਚ ਆਉਂਦਾ ਉਦਾਂ ਹੀ ਬੋਲੀ ਜਾਂਦੇ ਆ। ਓਏ ਭਾਊ ਇੱਥੇ ਦਾ ਇਹ ਆ ਵੀ ਜਿਵੇਂ ਧੂੜ 'ਚ ਟੱਟੂ ਭੱਜਦਾ ਭਜਾਈ ਚੱਲੋ ਅਗਲੇ ਆਪੇ ਸਮਝ ਲੈਂਦੇ ਆ। ਓਏ ਸਵਾਹ ਸਮਝ ਲੈਂਦੇ ਆ। ਅਲਾ ਕੱਲ ਦੀ ਗੱਲ ਸੁਣ ਲਾ। ਉਹ ਮੈਨੂੰ ਮੋਚਣਾ ਚਾਹੀਦਾ ਸੀ। ਅੱਛਾ ਮੈਂ ਕਿਹਾ ਚੱਲ ਆ ਕੰਮ ਤੋਂ ਆਉਂਦੇ ਹੋਏ ਸਟੋਰ ਚੋਂ ਫੜੀ ਜਾਂਦੇ ਆ। ਅੱਛਾ ਉਹ ਮੈਨੂੰ ਕਿਤੇ ਦਿਸਿਆ ਨਾ ਸਟੋਰ 'ਚ। ਹਾਂ। ਫੇ ਸੋਚਿਆ ਵੀ ਚੱਲ ਆ ਕੰਮ ਕਰਨ ਵਾਲੀ ਨੂੰ ਹੀ ਪੁੱਛ ਲੈਂਦੇ ਆ। ਹਾਂ ਓਏ ਮੈਂ ਉਹਨੂੰ ਬਥੇਰਾ ਕਿਹਾ ਵੀ ਮੈਨੂੰ ਮੋਚਣਾ ਚਾਹੀਦਾ। ਉਹ ਚਮਟਾ ਜਿਹਾ ਬਾਲ ਪੱਟਣ ਵਾਲਾ। ਅੱਛਾ। ਓਏ ਮੁੱਛਾਂ ਜੋ ਬਾਲ ਫੜ ਦਿਖਾ ਲਾ ਚਿੱਟੇ ਵੀ ਆ ਪੱਟਣੇ ਆ। ਹਾਂ ਉਹ ਰੱਬ ਦੀ ਬੰਦੀ ਕਦੇ ਮੈਨੂੰ ਕੈਂਚੀ ਬਣਾ ਦੇਵੇ ਤੇ ਕਦੇ ਆਹ ਬਾਲ ਕਾਲੇ ਕਰਨ ਵਾਲੀ ਦਵਾ ਦਾ ਪੈਕਟ ਜਿਹਾ ਬਣਾ ਦੇਵੇ। ਅੱਛਾ ਤੇ ਕਦੇ ਕੁਛ ਤੇ ਕਦੇ ਕੁਛ। ਅੱਛਾ ਸ਼ੁਕਰਿਆ ਧੀਰਿਆ ਇਹ ਤਾਂ ਇੱਕ ਪੰਜਾਬੀ ਨੇ ਤੁਰੇ ਫਿਰਦੇ ਨੇ ਸਾਨੂੰ ਦੇਖ ਲਿਆ। ਓਏ ਉਹਨੇ ਦੱਸਿਆ ਵੀ ਇਹ ਮੋਚਨੇ ਨੂੰ ਪੱਲਾ ਕਰ ਕਹਿੰਦੇ ਆ। ਅੱਛਾ ਇੱਦਾਂ ਨਾ ਜਾ ਕੇ ਖੜਾ ਛੁੱਟਾ ਬਈ ਤੇ ਪਤਾ ਨਹੀਂ ਕਰਨਾ ਜਿਹਨੂੰ ਖਾਵਾ ਦਾ ਪੈਣਾ। ਓਏ ਭਾਊ ਇਸ ਤਰ੍ਹਾਂ ਤਾਂ ਕਦੇ ਕਦੇ ਹੋ ਹੀ ਜਾਂਦਾ। ਯਾਰ ਕਾਹਦਾ ਧੀਰਿਆ ਓਏ ਚੰਗੇ ਭਲੇ ਟੱਬਰ ਟੀਰ ਵਾਲੇ ਹੋ ਕੇ ਛੜਿਆਂ ਦੀ ਜ਼ਿੰਦਗੀ ਜਿਉਂਦੇ ਹੋ ਯਾਰ। ਆ ਕਿਹੜੀ ਉਮਰੇ ਆ ਰੋਟੀਆਂ ਪਕਾਉਣ ਦਾ ਤੇ ਕੱਪੜੇ ਧੋਣ ਦਾ ਜੱਬ ਕਰਨਾ ਪੈਣ ਡਿਆ ਆ। ਧੀਰਿਆ ਰੱਬ ਦੀ ਸਹੁੰ ਬਈ ਭਜਨੋਂ ਨੂੰ ਇੱਕ ਵਾਰੀ ਕਹਿਣਾ ਵੇ ਭੁੱਖ ਲੱਗੀ ਆ। ਓ ਰੱਬ ਦੀ ਬੰਦੀ ਨੇ ਮਿੰਟਾਂ 'ਚ ਰੋਟੀ ਲਿਆ ਕੇ ਅੱਗੇ ਰੱਖ ਦੇਣੀ। ਤੇ ਇੱਥੇ ਓਏ ਸਾਰਾ ਦਿਨ ਮਰ ਜਾਈਦਾ ਟੁੱਟ ਟੁੱਟ ਕੇ ਫੈਕਟਰੀਆਂ 'ਚ
ਤੇ ਫਿਰ ਘਰ ਆਣ ਕੇ ਆਪੇ ਹੀ ਹੱਥ ਸਾਂਗਣੇ ਪੈਂਦੇ ਆ। ਓਏ ਭਾਊ ਉਦੋਂ ਤਾਂ ਉੱਥੇ ਤੂੰ ਵੀ ਹੱਥ ਚੁੱਕੀ ਹੋਣੀ ਐ, ਕੈਨੇਡਾ ਚੱਲਿਆ। ਓਏ ਹੱਥ ਕਾਹਦੀ ਚੁੱਕੀ ਹੋਈ ਸੀ ਯਾਰ, ਚੁਕਾਈ ਹੋਈ ਸੀ ਆ ਤੇਰੇ ਵਰਗਿਆਂ ਨੇ। ਹੈਂ? ਮੇਰੇ ਵਰਗੇ ਨੇ? ਤਾਂ ਹੋਰ ਕੀ, ਉਹ ਕਿਵੇਂ ਬਾਈ? ਓਏ ਜਾਂਦੇ ਸੀ ਕੈਨੇਡਾ ਚੋਂ ਗੋਰੇ ਨਿਛੋ ਨਿਕਲ ਕੇ, ਅਤਰ ਫਲੇਲਾਂ ਲਾ ਕੇ ਤੇ ਸੂਟ ਬੂਟ ਪਾ ਕੇ। ਉਹ ਮੈਂ ਸੋਚਿਆ ਓਏ ਪਤਾ ਨਹੀਂ ਕਿੱਡਾ ਕੁ ਸੋਹਣਾ ਹੋਣਾ ਕੈਨੇਡਾ, ਆ ਜਿਹੜੇ ਕਾਂ ਵੀ ਹੱਥ ਬਣ ਕੇ ਮੁੜਦੇ ਆ। ਓਏ ਭਾਊ ਬਣ ਠਣ ਕੇ ਤਾਂ ਰਹਿੰਦੇ ਹੀ ਆ ਨਾ ਇੱਥੇ ਲੋਕ ਫਿਰ। ਆਹੋ ਬਣ ਠਣ ਕੇ ਤਾਂ ਰਹਿੰਦੇ ਹੀ ਆ। ਓਏ ਪਰ ਉੱਥੇ ਇਹ ਨਹੀਂ ਨਾ ਪਤਾ ਲੱਗਦਾ ਬਈ ਇੱਥੇ ਕੱਲੀ ਟੌਰ ਹੀ ਨਹੀਂ ਹੈ, ਆ ਫੈਕਟਰੀਆਂ 'ਚ ਮੂੰਹ ਸਿਰ ਵੀ ਕਾਲਾ ਕਰਵਾਉਣਾ ਪੈਂਦਾ। ਓਏ ਭਾਊ ਜੇ ਪੈਸਾ ਕਮਾਉਣਾ ਨਾ ਮਿਹਨਤ ਤਾਂ ਕਰਨੀ ਪੈਣੀ ਐ, ਇਹ ਚ ਮਿਹਨਤ। ਓਏ ਯਾਰ ਮੈਨੂੰ ਇੱਕ ਗੱਲ ਦੱਸ, ਜੇ ਜੱਟਾਂ ਦੇ ਮੁੰਡੇ ਭਈਆਂ ਵਾਂਗੂ ਦਿਹਾੜੀਆਂ ਕਰਨ ਲੱਗ ਪੈਣ ਇਹ ਮਿਹਨਤ ਨਹੀਂ ਤਾਂ ਹੋਰ ਕੀ ਹੋਇਆ? ਆਹੋ ਓਏ ਜੱਟਾਂ ਦੇ ਪੁੱਤ ਜ਼ਮੀਨਾਂ ਵੇਚ ਕੇ ਖਾ ਜਾਣ, ਕੋਈ ਮਿਹਨਤ ਨਹੀਂ। ਓਏ ਕਰਜ਼ੇ ਥੱਲੇ ਦਬ ਕੇ ਖੁਦਕਸ਼ੀਆਂ ਕਰ ਲੈਣ, ਕੋਈ ਮਿਹਨਤ ਨਹੀਂ। ਓਏ ਸਮਗਲਿੰਗ ਕਰਦੇ ਸਣੇ ਜਨਾਨੀ ਜੇਲ੍ਹ ਡੱਕੇ ਜਾਣ, ਫੇਰ ਵੀ ਕੋਈ ਮਿਹਨਤ ਨਹੀਂ। ਪਰ ਜੇ ਹੱਕ ਹਲਾਲ ਦੀ ਕਮਾਈ ਕਰਨ ਲਈ ਮਿਹਨਤ ਕਰ ਲੱਗ ਪੈਣ ਫੇਰ ਮਿਹਨਤ। ਓ ਯਾਰ ਧੀਰਿਆ, ਜਦੋਂ ਤੂੰ ਆ ਨਾ ਲੀਡਰਾਂ ਵਾਂਗੂ ਓਪਰੇ ਭਾਸ਼ਣ ਓਪਰੀਆਂ ਗੱਲਾਂ ਦਾ ਭਾਸ਼ਣ ਝਾਣ ਲੱਗ ਪੈਣਾ, ਓ ਯਾਰ ਮੇਰੀ ਪਹਿਲੀ ਪੀਤੀ ਵੀ ਲੈ ਜਾਂਦੀ ਆ, ਫੇਰ ਹੋਰ ਪੈਗ ਲਾਉਣਾ ਪੈਂਦਾ। ਓਏ ਭਾਊ ਮੈਂ ਉਪਰੀਆਂ ਗੱਲਾਂ ਨਹੀਂ ਕਰਦਾ, ਓਏ ਮੈਂ ਤਾਂ ਇਹੋ ਕਹਿਣਾ ਵੀ ਪੰਜਾਬ ਚੋਂ ਜ਼ਗੀਰਾਂ ਤਾਂ ਜਾਂਦੀਆਂ ਨਹੀਂ ਆ, ਪਰ ਆ ਗੋਰਿਆਂ ਦੀ ਦਿੱਤੀ ਜ਼ਗੀਰੂ ਸੋਚ ਨੇ ਸਾਡਾ ਖੇੜਾ ਨਹੀਂ ਛੱਡਿਆ। ਯਾਰ ਤੂੰ ਲੱਗਦਾ ਸ਼ਰਾਬੀ ਹੋ ਗਿਆ ਈ, ਐਵੇਂ ਹੀ ਅੱਬਲ ਡੱਬਲੀਆਂ ਮਾਰੀ ਜਾਂਦਾ। ਓਏ ਭਾਊ ਜਦੋਂ ਗੱਲ ਗਿੱਟੇ ਤੇ ਵੱਜਦੀ ਆ ਨਾ ਫਿਰ ਅੱਬਲ ਡੱਬਲੀ ਲੱਗਦੀ ਆ। ਓਏ ਕੀ ਗਿੱਟੇ ਤੇ ਵੱਜਦੀ ਆ ਯਾਰ, ਆ ਕੀ ਜਗੀਰੂ ਸੋਚ ਨੇ ਮੇਰਾ ਪਿੱਛਾ ਨਹੀਂ ਛੱਡਿਆ। ਓਏ ਤੇਰੇ ਸਾਹਮਣੇ ਆ 12 ਘੰਟੇ ਫੈਕਟਰੀ 'ਚ ਮਰ ਕੇ ਆਈਦਾ ਯਾਰ, ਤੂੰ ਦੇਖਿਆ ਮੈਨੂੰ ਕਦੇ ਕਿ ਪਹਿਲੇ ਬੈਠ ਖਾਣੇ ਨੂੰ? ਓਏ ਪਰ ਇਹਨੂੰ ਨਾਲ ਦੀ ਨਾਲ ਭਈਆਂ ਵਾਂਗੂ ਵੀ ਤਾਂ ਦੱਸਦੇ ਆ। ਤਾਂ ਇਹਦੇ ਵਿੱਚ ਝੂਠ ਕੀ ਆ ਦੱਸ ਬਈ? ਆਹੋ ਕੋਈ ਝੂਠ ਨਹੀਂ। ਓਏ ਝੂਠੀ ਦਾ ਸਿਰਫ ਬਾਬੇ ਨਾਨਕ ਦੀ ਬਾਣੀ ਹੈ ਜਿਹੜੀ ਤੁਹਾਨੂੰ ਕਿਰਤ ਕਰਨ ਦਾ ਸੁਨੇਹਾ ਦੇ ਕੇ ਭਈਏ ਬਣਨ ਨੂੰ ਕਹਿੰਦੀ ਹੈ। ਯਾਰ ਧੀਰਿਆ ਐਵੇਂ ਹੀ ਸੈਨ ਫਸਾਈ ਜਾਣ ਡਿਆ। ਚੱਲ ਭਲਾ ਤੂੰ ਹੀ ਦੱਸ ਮੈਨੂੰ, ਤੂੰ ਪੰਜਾਬ 'ਚ ਦੇਖੇ ਕਦੇ ਜੱਟਾਂ ਦੇ ਮੁੰਡੇ ਦਿਹਾੜੀ ਕਰਦੇ ਆ ਜਿੱਦਾਂ ਆਪਾਂ ਇੱਥੇ ਕਰਦੇ ਆ? ਓਏ ਉੱਥੇ ਕੰਮ ਦੀ ਪਰਵਾਹ ਹੀ ਕਿਸ ਨੂੰ ਹੈ, ਉੱਥੇ ਤਾਂ ਸੋਚਦੇ ਆ ਸਿਰਫ ਆ ਨਸ਼ਿਆਂ ਬਾਰੇ ਜਾਂ ਫਿਰ ਬਾਹਰ ਭੱਜਣ ਬਾਰੇ। ਓਏ ਇੱਥੇ ਆ ਕੇ 7 ਦਿਨ ਘਰੇ ਨਾ ਵੜਨ, ਪਰ ਉੱਥੇ ਧੁੱਪੇ ਖੜੀ ਮੱਝ ਸਾਹਮਣੇ ਕਰ ਲਈ ਨਾ 10-10 ਕਿੱਲੇ ਨੌਕਰ ਮਗਰ ਤਾਂ ਚਲੇ ਜਾਂਦੇ ਆ, ਪਰ ਆਪ ਨਹੀਂ ਸਾਹਮਣੇ ਬੰਨ ਸਕਦੇ ਮੱਝ ਨੂੰ। ਭਈ ਧੀਰਿਆ ਓ ਯਾਰ ਤੂੰ ਆਪ ਹੀ ਤੇ ਇੱਥੇ ਹੀ ਬੈਠੋ, ਉਹ ਤਾਂ ਦੂਜਿਆਂ ਨੂੰ ਕੋਸੀ ਜਾਂਦਿਆ, ਉੱਥੇ ਤਾਂ ਤੂੰ ਵੀ ਏਦਾਂ ਹੀ ਕਰਦਾ ਹੋਣਾ। ਬਾਪ ਦੇ 3 ਪੁੱਤ ਸੀ ਅਸੀਂ ਤੇ 5 ਕਿੱਲੇ ਜ਼ਮੀਨ ਸੀ ਸਿਰਫ। ਕੀ ਕਰਦੇ ਉਹਦੇ ਵਿੱਚ? 1.5 ਕਿੱਲਾ ਮਸਾ ਆਉਂਦੀ ਸੀ। ਕੀ ਖਾਂਦੇ ਤੇ ਕੀ ਹੰਡਾਉਂਦੇ। ਮਾਂ ਬਾਪ ਨੇ ਬੜਾ ਔਖਾ ਹੋ ਕੇ ਮੈਨੂੰ ਪੜਾਇਆ ਕਿ ਸ਼ਾਇਦ ਕਿਤੇ ਮੈਂ ਮਾਸਟਰੀ ਲੱਗ ਜਾ, ਪਰ ਨੌਕਰੀ ਵੀ ਤਾਂ ਉੱਥੇ ਉਹਨਾਂ ਨੂੰ ਮਿਲਦੀ ਹੈ ਨਾ ਜਿਨ੍ਹਾਂ ਕੋਲੇ ਕੁਝ ਹੁੰਦਾ ਹੈ। ਯਾਰ ਧੀਰਿਆ ਗੱਲ ਤੇਰੀ ਸਹੀ ਆ, ਜੇ ਕਿਤੇ ਸਾਡੇ ਮੁਲਕ 'ਚ ਵੀ ਨਾ ਪੜ੍ਹੇ ਲਿਖੇ ਬੰਦੇ ਦੀ ਆ ਉਨੀ ਕਦਰ ਹੋਵੇ ਅੱਜ ਨਹੀਂ ਇੱਥੇ ਆ ਨਾ, ਤੇ ਆਪਾਂ ਕਾਹਨੂੰ ਬਗਾਨੇ ਮੁਲਕਾਂ ਵਿੱਚ ਧੱਕੇ ਖਾਈਏ। ਇਹਨਾਂ ਦੀ ਭੈਣ ਨਾ ਫਿਰੇ ਲੈ ਕਿਤੇ ਲੀਡਰਾਂ ਦੀ, ਸਾਰਿਆਂ ਨੇ ਬੇੜਾ ਕਰਕੇ ਰੱਖਤਾ ਦੇਜ ਆ, ਤੇ ਸਾਨੂੰ ਧੱਕਤਾ ਫਿਰ ਉਹਨਾਂ ਗੋਰਿਆਂ ਦੀ ਗੁਲਾਮੀ ਕਰਨ। ਓਏ ਜਿਹਨਾਂ ਨੂੰ ਛਿੱਤਰ ਮਾਰ ਭਜਾਉਂਦੇ ਆ ਸਾਡੇ ਬਜ਼ੁਰਗਾਂ ਨੇ ਜਾਨਾਂ ਵਾਰੀਆਂ ਸੀ। ਓਏ ਭਾਊ ਲੀਡਰਾਂ ਦਾ ਕਸੂਰ ਤਾਂ ਹੈ ਹੀ, ਓਏ ਪਰ ਕੱਲੇ ਲੀਡਰਾਂ ਨੇ ਨਾ ਗਾਲਾਂ ਕੱਢੀ ਜਾਓ, ਆਪਣਾ ਕਸੂਰ ਵੀ ਦੇਖੋ ਜਿਹੜੇ ਉਹਨਾਂ ਨੂੰ ਹੱਲਾ ਸ਼ੇਰੀ ਦਿੰਦੇ ਆ। ਓਏ ਅੱਜ ਤੂੰ ਕਿਹੜੀ ਸ਼ਰਾਬ ਪੀਤੀ ਆ, ਐਵੇਂ ਪੁੱਠੀਆਂ ਮਾਰੀ ਜਾਂਦਾ ਨਾ, ਦੱਸ ਕੀ ਕਸੂਰ ਆ ਸਾਡਾ? ਓਏ ਭਾਊ ਤੂੰ ਹੁਣ ਆਪਣੀ ਗੱਲ ਲੈ ਲੈ ਨਾ, ਕਿੰਨੇ ਪੈਸੇ ਦੇ ਕੇ ਆਇਆ ਏਜੰਟ ਨੂੰ? ਪੂਰਾ 8 ਲੱਖ ਦੇ ਕੇ ਆਣਾ ਧੀਰਿਆ। ਓਏ ਇਸੇ ਕਰਕੇ ਨਾ ਵੀ ਤੂੰ ਕੈਨੇਡਾ ਆਉਣਾ ਚਾਹੁੰਦਾ ਸੀ, ਤੇ ਕੈਨੇਡਾ ਆਉਣ ਲਈ ਸਿੱਧਾ ਰਾਹ ਤੇਰੇ ਕੋਲੇ ਕੋਈ ਨਹੀਂ ਸੀ। ਉਹ ਧੀਰਿਆ ਤਾਂ ਹੀ ਤੇ ਅੱਕ ਚੱਪਣਾ ਪਿਆ, ਨਹੀਂ ਤੇ ਏਜੰਟ ਕਿਹੜਾ ਸਾਲੇ ਲੱਗਦੇ ਆ ਵੀ ਉਹਨਾਂ ਦੇ ਘਰ ਭਰੀ ਜਾਈਏ। ਪਰ ਏਜੰਟ ਤਾਂ ਨਹੀਂ ਸੀ ਤੇਰੇ ਕੋਲੇ ਆਇਆ ਵੀ ਮੈਨੂੰ 8 ਲੱਖ ਦੇ ਤੈਨੂੰ ਮੈਂ ਕੈਨੇਡਾ ਭੇਜਦਾ। ਤੂੰ ਹੀ ਗਿਆ ਸੀ ਨਾ ਖੁਦ ਉਹਦੇ ਕੋਲੇ। ਓ ਯਾਰ ਜਿੱਥੇ ਸਿੱਧੇ ਰਾਹ ਕੋਈ ਗੱਲ ਨਾ ਬਣਦੀ ਹੋਵੇ ਕੋਈ ਹੱਲ ਤੇ ਲੱਭਣਾ ਹੀ ਪੈਂਦਾ ਨਾ। ਓਏ ਇੱਥੇ ਕੋਈ ਰਿਸ਼ਵਤ ਦਿੰਦਾ ਦੇਖਿਆ? ਹੋਈ ਜਾਂਦੇ ਨਾ ਸਾਰੇ ਕੰਮ। ਆਹੋ ਹੋਈ ਜਾਂਦੇ ਆ, ਤੇ ਕਰਦੇ ਵੀ ਵੇ ਦਿਹਾੜੀਆਂ ਹੀ ਆ ਨਾ। ਸਾਡੇ ਵਰਗੇ ਝੋਟੇ ਕੁੱਟਾਂ ਨੂੰ ਅਫਸਰੀ ਦੇ ਨਹੀਂ ਨਾ ਮਿਲਣ ਲੱਗੀ। ਓਏ ਉੱਥੇ ਜੇ ਪੈਸੇ ਕੋਲ ਹੁੰਦੇ ਨਾ
ਹੁਣ ਤੱਕ ਭਾਵੇਂ ਥਾਣੇਦਾਰ ਲੱਗੇ ਹੁੰਦੇ। ਓਏ ਆ ਝੋਟੇ ਗੁੱਟਾਂ ਦੀਆਂ ਅਫਸਰੀਆਂ ਨੇ ਬੇੜਾ ਗਰਕ ਕੀਤਾ, ਜਿਨ੍ਹਾਂ ਦਾ ਰੋਣਾ ਰੋਣ ਡਿਆ ਤੂੰ। ਹੈਲੋ ਹੈਲੋ ਜੀ, ਇੱਥੇ ਹੈਗੇ ਆ ਜੀ। ਇਹ ਕੌਣ ਜੀ? ਜੀ ਸੋਨੂ ਦੇ ਪਾਪਾ ਜੀ। ਇਹ ਸੋਨੂ ਦਾ ਕੌਣ ਹੈ ਜੀ? ਸੋਨੂ ਜੀ ਸੋਨੂ ਸਾਡਾ ਮੁੰਡਾ। ਇਹ ਤੁਹਾਡਾ ਜਾਂ ਤੁਹਾਡੇ ਦਾ ਕੋਈ ਨਾਂ ਨੂੰ ਹੈ? ਜੀ ਮੈਂ ਭਜਨ ਕੌਰ ਬੋਲਦੀ ਆ। ਉਹ ਭਰਜਾਈ ਬੋਲਦੀ ਆ। ਭਰਜਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ। ਭਰਜਾਈ ਮੈਂ ਬੁਲਾਉਣਾ ਭਾ ਨੂੰ, ਵਾਸ਼ਰੂਮ ਨਹਾਉਣ ਗਿਆ। ਇੱਕ ਠੀਕ ਮਿੰਟ ਆ ਹੋਲਡ ਭਾਜੀ। ਕਰਿਓ। ਉਹ ਵੀ ਇੱਥੇ ਸੋਨੂ ਦਾ ਪਾਪਾ ਹੈ ਕੋਈ? ਘਰ ਕੌਣ ਆਏ ਜੀ? ਉਹ ਆਇਆ ਇੱਕ ਮਿੰਟ। ਹਾਂ ਬਈ ਕੀ ਗੱਲ ਹੈ? ਉਹ ਭਾਊ ਭਰਜਾਈ ਦਾ ਫੋਨ ਹੈ। ਅੱਛਾ ਨਾ ਅੱਜ ਇਹਦੇ ਨਾਲ ਅੰਗਰੇਜ਼ੀ ਸ਼ੁਰੂ ਹੋ ਜਾਏ, ਪਤਾ ਲੱਗ ਜਾਏ ਭਰਜਾਈ ਨੂੰ ਵੀ ਭਰਾਉ ਸਾਡਾ ਬਣ ਗਿਆ ਅੰਗਰੇਜ਼। ਲਿਆ ਲਿਆ ਫੋਨ ਬੜਾ। ਹੈਲੋ ਭਜਨ। ਜੀ ਸਤਿ ਸ੍ਰੀ ਅਕਾਲ। ਹਾਈ ਡਾਰਲੀ। ਨਾ ਜੀ ਤੁਸੀਂ ਤੇ ਤਾਂ ਨਾ ਕੋਈ ਡਰ ਲੱਗਦਾ। ਜੇ ਤੁਸੀਂ ਮਰਦ ਹੋ ਕੇ ਡਰ ਲੱਗ ਪਏ ਤਾਂ ਸੋਚੋ ਭਲਾ ਮੇਰਾ ਕੀ ਹਾਲ ਹੋ। ਜਿਹੜੀ ਫੁੱਲ ਭਰ ਨਿਆਣੇ ਨਾਲ ਦਿਨ ਕੱਟਣ ਨਹੀਂ ਆ, ਉੱਤੋਂ ਜੀ ਉਹ ਵੀ ਬੜਾ ਉਦਾਸ ਰਹਿੰਦਾ। ਆ ਇਕੱਲੇ ਨਿਆਣੇ ਦੀ ਵੀ ਕੀ ਜ਼ਿੰਦਗੀ ਹੁੰਦੀ ਭਲਾ। ਸਾਰਾ ਦਿਨ ਗੁਆਂਢੀਆਂ ਦੇ ਨਿਆਣਿਆਂ ਦੇ ਮੂੰਹ ਵੱਲ ਵੇਖੀ ਜਾਂਦਾ ਰਹਿੰਦਾ ਖੇਡਣ ਨੂੰ। ਹੋਰ ਜੂ ਡਾਰਲੀ। ਆਹੋ ਜੀ, ਵਾਹਿਗੁਰੂ ਨੇ ਚਾਹਿਆ ਤਾਂ ਜ਼ਰੂਰ ਹੋਰ ਆ ਜਾਊਗਾ। ਆ ਪੰਡਤ ਵੀ ਕਹਿੰਦਾ ਸੀ ਜੋੜੀ ਹੋਣੀ ਆ ਤੁਹਾਡੇ ਪੁੱਤਾਂ ਦੀ। ਓਹ ਇੰਗਲਿਸ਼ ਸਪੀਕਿੰਗ ਡਾਰਲੀ। ਕੀ ਕਿਹਾ? ਲੱਸੀ ਪੀਂਦੇ ਹੋ? ਆਹ ਤਾਂ ਬੜੀ ਖੁਸ਼ੀ ਦੀ ਗੱਲ ਆ ਜੀ, ਜਿਹੜੀ ਤੁਹਾਨੂੰ ਇੱਥੇ ਵੀ ਲੱਸੀ ਮਿਲ ਜਾਂਦੀ ਆ। ਪਰ ਮੈਂ ਸੁਣਿਆ ਇੱਥੇ ਸਾਰਾ ਕੁਝ ਭੇਡਾਂ ਦੇ ਦੁੱਧ ਤੋਂ ਹੀ ਮਿਲਦਾ। ਇੱਥੇ ਤਾਂ ਬਾਬਾ ਘਰ ਦਾ ਹੀ ਹੁੰਦਾ ਸੀ ਨਾ ਦੁੱਧ ਮੱਝਾਂ ਦਾ। ਉਹ ਨੋ ਲੱਸੀ ਇੰਗਲਿਸ਼ ਸਪੀਕਿੰਗ ਡਾਰਲੀ। ਜੀ ਆ ਕੀ ਵਾਰ-ਵਾਰ ਡਰ ਲੱਗਦਾ ਕਹੀ ਜਾਂਦੇ ਹੋ। ਮੈਂ ਕਿਹਾ ਨਾ ਇਦਾਂ ਮੇਰਾ ਪੈਰ ਹੌਲਾ ਨਾ ਕਰੋ। ਓਏ ਭਜਨ ਕੋਰੇ, ਓਏ ਡਰ ਲੱਗਦਾ ਨਹੀਂ, ਮੈਂ ਡਾਰਲਿੰਗ ਕਹਿ ਰਿਹਾ ਸੀ, ਮਤਲਬ ਮੇਰੀ ਪਿਆਰੀ। ਓਏ ਨਾਲੇ ਲੱਸੀ ਨਹੀਂ ਪੀਂਦਾ, ਮੈਂ ਇੰਗਲਿਸ਼ ਸਪੀਕ ਕਰਦਾ ਸੀ, ਮਤਲਬ ਮੈਂ ਅੰਗਰੇਜ਼ੀ ਬੋਲਦਾ। ਹਾਏ ਮੈਂ ਬਾਜਾ। ਹਾਂ ਜੀ ਤੁਸੀਂ ਅੰਗਰੇਜ਼ੀ ਬੋਲਦੇ ਸੀ। ਆਹ ਅੰਗਰੇਜ਼ ਬਣ ਕੇ ਲੱਗਦੇ ਹੋ। ਦੇਖਿਓ ਕਿਤੇ ਹੋਰ ਨਾ ਸਾਨੂੰ ਥਿਆਓ ਹੀ ਨਾ। ਉਹ ਭਜਨ ਕੋਰੇ, ਹੋਰ ਸੁਣਾ ਸਭ ਠੀਕ ਠਾਕ ਆ? ਜੀ ਸਭ ਠੀਕ ਠਾਕ ਹੈ। ਸੋਨੂੰ ਤੁਹਾਨੂੰ ਬਹੁਤ ਯਾਦ ਕਰਦਾ ਸੀ। ਨਾਲੇ ਜੀ ਲੋਕੀ ਛੇੜਦੇ ਰਹਿੰਦੇ ਆ ਕਿ ਤੁਸੀਂ ਸਾਨੂੰ ਭੁਲਾਤਾ। ਆ ਕਦੋਂ ਪੜ੍ਹਨੇ ਆ ਪੇਪਰ ਤੁਸੀਂ ਸਾਨੂੰ? ਅਸੀਂ ਵੀ ਕਿਤੇ ਆਉਣ ਵਾਲੇ ਬਣੀਏ ਤੁਹਾਡੇ ਕੋਲ। ਓਏ ਭਜਨ ਕੋਰੇ, ਮੈਨੂੰ ਤੇ ਹਲੇ ਆ ਪੇਪਰ ਨਹੀਂ ਮਿਲੇ। ਉਹ ਤੈਨੂੰ ਕੀ ਲੱਗਦਾ ਵੇ ਮੈਨੂੰ ਛੌਂਕ ਆ ਆਪਣੇ ਹੱਥ ਸਾੜਨ ਦਾ? ਓਏ ਜਦੋਂ ਮੈਂ ਪੱਕਾ ਹੋ ਗਿਆ ਉਦੋਂ ਅਗਲੇ ਦਿਨ ਹੀ ਭੇਜ ਦੂ ਪੇਪਰ ਤੁਹਾਨੂੰ। ਚੰਗਾ ਜੀ, ਮਰਜ਼ੀ ਆ ਤੇਰੀ। ਉਹ ਸੱਚ, ਆਪਣਾ ਕੋਠੀ ਦਾ ਕੰਮ ਕਿੱਦਾਂ ਚੱਲ ਰਿਹਾ? ਜੀ ਤਿਆਰ ਹੋ ਹੀ ਚੱਲੀ ਆ, ਚੁਬਾਰੇ ਦੀ ਛੱਤ ਪਾਉਣੇ ਆ। ਉਹ ਮਿਸਤਰੀਆਂ ਨੂੰ ਕਹਿਣਾ ਸੀ ਵੀ ਸਾਰੇ ਪਿੰਡ ਦੀਆਂ ਕੋਠੀਆਂ ਨਾਲੋਂ ਨਾ ਆਪਣੀ ਕੋਠੀ ਉੱਚੀ ਹੋਣੀ ਚਾਹੀਦੀ ਆ। ਆ ਜਿਹੜੇ ਸਾਲੇ ਰੁਪਈਆ ਕਰਜ਼ਾ ਦੇ ਕੇ ਖੁਸ਼ ਨਹੀਂ ਨਾ ਹੁੰਦੇ ਸੀ, ਆਪਾਂ ਉਹਨਾਂ ਦੀ ਹਿੱਕ ਤੇ ਲੂਣ ਮਲਣਾ ਹੀ। ਜੀ ਸਾਰਿਆਂ ਤੋਂ ਉੱਚੀ ਬਣਾਈ ਆ। ਮਿਸਤਰੀ ਤਾਂ ਪਹਿਲਾਂ ਹੀ ਕਹਿੰਦੇ ਸੀ ਵੀ ਕੈਨੇਡੀਅਨ ਦੀ ਕੋਠੀ ਦੂਰੋਂ ਹੀ ਦਿਸਣੀ ਚਾਹੀਦੀ ਆ। ਅੱਛਾ, ਆਪਣੇ ਉਹ ਟੈਂਕੀ ਕਿੱਦਾਂ ਦੀ ਲਾਉਣੀ ਉੱਤੇ? ਜੀ ਉਹ ਫੁੱਟਬਾਲ ਵਾਲੀ ਕਹਿੰਦੇ ਸੀ ਮਿਸਤਰੀ। ਉਹ ਨਾ 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 ਨਾ, ਉਹਨਾਂ ਨੂੰ ਮਨਾ ਕਰ ਦੇ, ਫੁੱਟਬਾਲ ਵਾਲੀ ਨਹੀਂ ਲਾਣੀ। ਉਹਨਾਂ ਨੂੰ ਕਹੀਂ ਜਹਾਜ਼ ਵਾਲੀ ਟੈਂਕੀ ਲਾਣ, ਤੇ ਨਾਲੇ ਜਹਾਜ਼ ਦੇ ਉੱਤੇ ਸੜਕ ਵੱਲ ਦੇ ਪਾਸੇ ਨਾ ਮੋਟਾ ਮੋਟਾ ਕਰਕੇ ਲਿਖ ਦੇਣ ਸੁੱਚਾ ਸਿੰਘ ਕੈਨੇਡੀਅਨ। ਉਹ ਜਿਹੜੇ ਰਾਹੇ ਜਾਂਦੇ ਰਾਹੀ ਦੇਖ ਕੇ ਵੀ ਕਿਹਾ ਕਰਨ ਬਈ ਆ ਪਿੰਡ ਸੁੱਚਾ ਸਿੰਘ ਕੈਨੇਡੀਅਨ ਦਾ। ਜੀ ਖਰਚ ਤੇ ਪਹਿਲਾਂ ਬਹੁਤ ਹੋਈ ਜਾਂਦਾ, ਉੱਤੋਂ ਮਿਸਤਰੀ ਭੂਏ ਹੋਈ ਜਾਂਦੇ ਵੀ ਅਸੀਂ ਕੈਨੇਡੀਅਨ ਆ। ਉਹ ਭਜਨ ਕੁਰੇ, ਤੂੰ ਖਰਚ ਦੀ ਕਾਹਦੇ ਪਰਵਾਹ ਕਰਦੀ ਆ? ਉਹ ਪੈਸੇ ਤਾਂ ਮੈਂ ਕੱਲ ਨੂੰ 2 ਲੱਖ ਹੋਰ ਭਜਾ ਦੂੰਗਾ। ਆ ਦਿਓਲਾ ਨੂੰ ਕਹਿ ਕੇ, ਨਾਲੇ ਪੰਜਾਬ ਹੀ ਛੇਤੀ ਦਿੰਦੇ ਆ। ਚੰਗਾ ਜੀ, ਲਵਾ ਦੇਾਂਗੇ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਈ, ਸਤਿ ਸ੍ਰੀ ਅਕਾਲ। ਕਿਉਂ ਨਹੀਂ? ਸਤਿ ਸ੍ਰੀ ਅਕਾਲ। ਓਏ ਭਾਊ, ਅੱਜ ਤਾਂ ਵੀ ਕਮਾਲ ਕਰਤੀ ਅੰਗਰੇਜ਼ੀ ਬੋਲਣ ਵਾਲੀ। ਓਏ ਐਂ ਬੋਲਿਆ ਕਰ। ਦੇਖਿਆ ਵੇ ਧੀਰਿਆ, ਕਰਤੇ ਨਹੀਂ ਅੰਗਰੇਜ਼ੀ ਵਾਲੇ ਵੱਟ। ਭਾਈ ਪੂਰੇ ਬੱਟ ਕੱਢਦੇ, ਬਾਅਦ ਚੱਕੀ ਚੱਲਿਆ ਕਰ ਫੱਟੀ। ਉਹ 11 ਵਜ ਗਏ, ਪਤਾ ਹੀ ਨਹੀਂ ਲੱਗਾ ਯਾਰ। ਉਹਦਾ ਸਵੇਰੇ ਕੰਮ ਤੇ ਵੀ ਜਾਣਾ, ਤੂੰ ਵੀ ਲੇਟ ਤੇ ਮੈਂ ਵੀ ਸੌਣਾ ਹੁਣ। ਓਕੇ, ਗੁੱਡ ਨਾਈਟ। ਓਏ ਗੁੱਡ ਨਾਈਟ ਭਾਊ, ਗੁੱਡ ਨਾਈਟ।
ਉਹ ਤੇਰੀ ਤਾਂ ਹੋ ਗਈ ਸੱਜਣਾ ਨਾਲ ਗੱਲ, ਤੂੰ ਤਾਂ ਲੈ ਸਵਰਗਾਂ ਦੇ ਨਜ਼ਾਰੇ, ਤੇ ਅਸੀਂ ਮਾਰਦੇ ਆ ਪਾਸੇ ਪੂਸੇ ਜੇ ਨੀਂਦ ਆਊ। ਵੇਖ ਮਾਂ, ਮਾਂ ਮੈਂ ਆ ਗਿਆ ਮਾਂ। ਹਾਂ ਵੇਖ ਵੇਖ ਮੈਂ ਕਿੰਨਾ ਸੋਹਣਾ ਸੂਟ ਲੈ ਕੇ ਆਇਆ ਤੇਰੇ ਲਈ ਮਾਂ। ਬੜੀ ਦੇਰ ਕਰਤੀ ਤੂੰ ਪੁੱਤਰਾ, ਮੈਂ ਬੜਾ ਤੜਪੀ ਕਿ ਤੂੰ ਆਵੇਂ ਤੇ ਮੇਰੇ ਸੀਨੇ ਨਾਲ ਲੱਗ ਕੇ ਮੇਰੇ ਕਾਲਜੇ ਨੂੰ ਠੰਡ ਪਾਉ। ਤੂੰ ਇੰਨਾ ਨਿਰਮੋਹਾ ਕਿਉਂ ਹੋ ਗਿਆ ਸੰਤੀਰਿਆ? ਮੈਂ ਨਿਰਮੋਹਾ ਨਹੀਂ ਹੋਇਆ ਸਾਂ ਮਾਂ, ਸਮੇਂ ਨੇ ਮੇਰੇ ਪੈਰਾਂ ਵਿੱਚ ਬੇੜੀਆਂ ਪਾ ਦਿੱਤੀਆਂ ਸੀ। ਪਰ ਵੇਖ ਮੈਂ ਤੋੜ ਆਇਆ ਸਾਂ ਬੇੜੀਆਂ ਮਾਂ, ਤੋੜ ਆਇਆ। ਹੁਣ ਤੇ ਮੈਨੂੰ ਸੀਨੇ ਨਾਲ ਲਾ ਲਾ ਮਾਂ, ਆਪਣੀ ਗੋਦਾ ਨਿੱਘ ਦੇ ਦੇ। ਬਲਕਿ ਰਾਖ ਹੋਈਆਂ ਗੋਦੀਆਂ 'ਚ ਨਿੱਘ ਕਿੱਥੇ ਮੇਰੇ ਪੁੱਤਰਾ, ਤੂੰ ਵਕਤ ਵਿਆਹ ਚੁੱਕਾ ਹੈ। ਮਾਵਾਂ ਤੇ ਪੁੱਤਰਾਂ ਨੂੰ ਮਾਫ ਕਰ ਦਿੰਦੀਆਂ ਮਾਂ। ਕੀ ਤੂੰ ਮੈਨੂੰ ਮਾਫ ਨਹੀਂ ਕਰ ਸਕਦੀ? ਜੇ ਸਮਾਂ ਮੈਨੂੰ ਮਾਫ ਕਰ ਸਕਦਾ ਹੁੰਦਾ ਤਾਂ ਮੈਂ ਤੈਨੂੰ ਜ਼ਰੂਰ ਮਾਫ ਕਰ ਦਿੰਦੀ ਮੇਰੇ ਅਛਿੰਦਿਆ ਪੁੱਤਰ। ਮਾਂ ਵੇਖ ਮੈਂ ਕਿੱਡੀ ਦੂਰੋਂ ਚੱਲ ਕੇ ਆਇਆ ਤੇਰੇ ਕੋਲੇ, ਤੂੰ ਮੈਥੋਂ ਦੂਰ ਨਹੀਂ ਜਾ ਸਕਦੀ ਮਾਂ। ਮੇਰੇ ਕੋਲ ਆ ਜਾ ਮਾਂ। ਮੈਂ ਆਪਣੇ ਵਿਚਕਾਰਲੀ ਕੰਧ ਕਿਸ ਤਰ੍ਹਾਂ ਲੰਘਾਂ ਤੇਰਿਆ? ਕਿਹੜੀ ਕੰਧ ਮਾਂ, ਕਿਹੜੀ ਕੰਧ? ਮੈਨੂੰ ਤਾਂ ਇੱਥੇ ਕੋਈ ਕੰਧ ਨਹੀਂ ਵਿਖਾਈ ਦਿੰਦੀ ਮਾਂ। ਮੈਂ ਆਉਣਾ ਤੇਰੇ ਕੋਲੇ। ਰੁਕ ਜਾ ਤੇਰਿਆ, ਰੁਕ ਜਾ ਇੱਥੇ। ਕੋਈ ਮਾਂ ਨਹੀਂ ਚਾਹੁੰਦੀ ਕਿ ਜਿਸ ਜਗ੍ਹਾ ਤੇ ਮੈਂ ਪਹੁੰਚ ਚੁੱਕੀ ਹਾਂ ਉਸ ਦਾ ਪੁੱਤ ਉਸ ਕੋਲ ਰੱਖਿਆ। ਨਹੀਂ ਮਾਂ, ਤੂੰ ਮੇਰੇ ਨਾਲ ਗੁੱਸੇ ਨਹੀਂ ਹੋ ਸਕਦੀ ਮਾਂ। ਮੈਂ ਆ ਸਕਦਾ ਤੇਰੇ ਕੋਲੇ। ਜੇ ਤੂੰ ਨਹੀਂ ਟਲਣਾ ਤੇ ਮੈਂ ਚੱਲੀ। ਨਹੀਂ ਮਾਂ, ਰੱਬ ਦੇ ਵਾਸਤੇ ਜਿੱਦ ਨਾ ਕਰ ਮਾਂ, ਜਿੱਦ ਨਾ ਕਰ। ਮੈਂ ਆਉਣਾ ਤੇਰੇ ਕੋਲੇ। ਜਿੰਦਾ ਰਹੋ ਮੇਰੇ ਪੁੱਤ, ਜਿੰਦਾ ਰਹੋ, ਸੁਖੀ ਰਹੋ, ਸੁਖੀ ਰਹੋ, ਜਿੱਥੇ ਰਹੋ ਸੁਖੀ ਮਾਂ, ਤੂੰ ਮੈਨੂੰ ਛੱਡ ਕੇ ਕਿਉਂ ਚਲੀ ਗਈ ਮਾਂ? ਮੇਰੀ ਰੋਟੀ ਦੀ ਭੁੱਖ, ਮੇਰੇ ਸਾਰੇ ਰਿਸ਼ਤੇ ਕਿਉਂ ਖਾ ਗਈ ਮਾਂ? ਦੱਸ ਮਾਂ। ਉਹ ਧੀਰਿਆ, ਉਹ ਕੀ ਹੋਇਆ? ਉਹ ਕੀ ਹੋਇਆ? ਉਹ ਤੂੰ ਠੀਕ ਤੇ ਹੈ? ਲੱਗਦਾ ਕੋਈ ਬੁਰਾ ਸੁਪਨਾ ਦੇਖਿਆ ਹੀ। ਸੌ ਜਾ ਭਾ, ਜਿਹੜੇ ਲੋਕ ਸਮੇਂ ਦੇ ਦਰਕਾਰੇ ਹੋ, ਉਹ ਇੰਝ ਹੀ ਮਾਮਾ ਦਾ ਨਾਂ ਲੈ ਕੇ ਚੀਕਾਂ ਮਾਰਨ ਦਾ ਸ਼ਰਾਪ ਬਣਾਉਂਦੇ ਆ। ਲੱਭਦੀਆਂ ਨਹੀਂ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ ਤੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਸੁੱਖ ਹੋਵੇ ਸਹੀ। ਪਤਾ ਨਹੀਂ ਸਾਲਿਆਂ ਨੇ ਕੀ ਲਿਖ ਭੇਜਿਆ ਹੋਣਾ। ਉਹ ਯਾਰ ਜੇ ਚਿੱਠੀ ਨਹੀਂ ਆਉਂਦੀ ਤਾਂ ਵੀ ਸਾਹ ਸੁੱਕੇ ਰਹਿੰਦੇ ਆ, ਤੇ ਜੇ ਆ ਜਾਂਦੀ ਆ ਤੇ ਤਾਂ ਵੀ ਜਿੰਨਾ ਚਿਰ ਕਿਸੇ ਕੋਲੋਂ ਪੜਾ ਨਾ ਲਵਾਂ ਉਹਨਾਂ ਚਿਰ ਚੈਨ ਨਹੀਂ ਆਉਂਦਾ।
ਯਾਰ ਘਰ-ਬਾਰ ਛੱਡ ਕੇ ਆਏ ਆ, ਧੱਕੇ ਵੀ ਖਾਧੇ, ਹੱਥ ਵੀ ਸਾੜੇ। ਓਏ ਹੁਣ ਤੇ ਕੰਮ ਠੀਕ ਹੀ ਹੋ ਜਵੇ ਤਾਂ ਹੀ ਭਲਾ ਆ। ਓਏ ਭਾਊ, ਓਏ ਕੀ ਗੱਲ ਆ, ਇਕੱਲੇ ਹੀ ਗੱਲਾਂ ਮਾਰੀ ਜਾਂਦਾ? ਉਹ ਕਿਤੇ ਅੰਦਰ ਕੋਈ ਭਰਜਾਈ ਤਾਂ ਨਹੀਂ ਬਾੜੀ ਬੈਠਾ? ਓਏ ਭਰਜਾਈ ਤਾਂ ਨਹੀਂ ਬਾੜੀ ਬੈਠਾ ਧੀਰਿਆ, ਆ ਨਵੇਂ ਬਣੇ ਸਹੁਰਿਆਂ ਤੋਂ ਚਿੱਠੀ ਆਈ ਆ ਇਹਨੇ ਸਾਹ ਸਿਆਇਆ ਪਿਆ ਮੇਰਾ। ਓਏ ਲੱਗਦਾ ਤੇਰਾ ਕੇਸ ਨਿਕਲਿਆ ਆ। ਆ ਵੀਰ ਮੇਰੇ ਪੜ੍ਹ ਕੇ ਦੱਸ ਤਾਂ ਕੀ ਲਿਖਦੇ ਆ। ਬੈਠ, ਪੜ੍ਹ ਵੀ ਲੈਣੀ ਆ। ਉਹ ਤੇਰੇ ਕੇਸ ਦੀ ਸੁਣਵਾਈ ਆ ਅਗਲੇ ਮਹੀਨੇ ਦੀ। ਅੱਛਾ ਧੀਰਿਆ, ਕਿਤੇ ਫੜ ਕੇ ਜਾਂਦੇ ਹੀ ਨਾ ਚੜਾਉਂਦੇ ਹੁਣ। ਓਏ ਭਾਊ ਐਵੇਂ ਮੋਕ ਮਾਰਨ ਲੱਗ ਪੈਣਾ। ਓਏ ਮਾਇਆ ਪੈਗ ਸ਼ੈਗ ਲਾਇਆ ਕਰ ਤੇ ਭਾਵਾਂ ਵਾਂਗ ਹੌਸਲਾ ਵਧਾਇਆ ਕਰ। ਯਾਰ ਉਹ ਤਾਂ ਗੱਲ ਤੇਰੀ ਠੀਕ ਆ, ਪਰ ਇਹ ਗੱਲ ਦੱਸ, ਤੂੰ ਤੇ ਤਰੀਕਾਂ ਦੇ ਪਹਿਲਾਂ ਜਾ ਆਇਆ ਆ ਕੀ ਪੁੱਛਦੇ ਹੁੰਦੇ ਆ ਉੱਥੇ? ਓਏ ਪੁੱਛਣਾ ਕੀ ਹੈ ਭਾਊ? ਆਹੀ ਬਈ ਤੂੰ ਇੰਡੀਆ ਕਿਉਂ ਛੱਡਿਆ ਸੀ ਤੇ ਹੁਣ ਤੂੰ ਵਾਪਸ ਕਿਉਂ ਨਹੀਂ ਜਾਣਾ ਚਾਹੁੰਦਾ? ਓਏ ਮੈਂ ਤੇ ਸਿੱਧੀ ਸਾਦੀ ਜੇ ਗੱਲ ਕਹੀ ਸੀ ਯਾਰ, ਓਏ ਸਾਡੇ ਘਰ ਸਿੰਘ ਰੋਟੀ ਖਾਣ ਆ ਗਿਆ ਸੀ ਤੇ ਉਹ ਤੋਂ ਬਾਅਦ ਸਾਨੂੰ ਪੁਲਿਸ ਵਾਲਿਆਂ ਨੇ ਤੰਗ ਕਰਨਾ ਸ਼ੁਰੂ ਕਰਤਾ। ਉਹ ਜਿਹਦਾ ਕਰਕੇ ਡਰਦਾ ਮੈਂ ਇੱਥੇ ਭੱਜਿਆ ਆ। ਯਾਰ ਹੁਣ ਅਫਸਰ ਤੇ ਆ, ਉਹ ਯਕੀਨ ਕਰੇ ਜਾਂ ਨਾ ਕਰੇ, ਕਿਤੇ ਕੰਮ ਖਰਾਬ ਨਾ ਹੁੰਦਾ ਵੇ ਧੀਰਿਆ। ਓਏ ਭਾਊ ਤੂੰ ਪੈਗ ਸ਼ੈਗ ਲਾ, ਫਿਕਰ ਕਿਉਂ ਕਰਦਾ ਹੈ? ਇਹਦਾ ਵੀ ਹੱਲ ਲੱਭ ਲਾਂਗੇ। ਉਹ ਵੇਖਿਓ ਕਿਤੇ ਆ ਐਵੇਂ ਗੋਰੀ ਗਾਰੀ ਨਾਲ ਨਾ ਪਸਾਂਦੇ ਫਿਰਿਓ ਮੈਨੂੰ, ਹੋਰ ਐ ਸੁਮਰੇ ਮੇਰਾ ਮੂੰਹ ਕਾਲਾ ਕਰਵਾਉਂਦੇ ਫਿਰਿਓ। ਨਾਲੇ ਮੇਰੇ ਤੇ ਨਹੀਂ ਅੰਗਰੇਜ਼ੀ ਬੋਲੀ ਜਾਣੀ ਉਹਦੇ ਨਾਲ। ਓਏ ਭਾਊ ਗੋਰੀ ਨਹੀਂ, ਵੇਖੀ ਤੈਨੂੰ ਕਿੱਦਾਂ ਦੀ ਕਾਲੀ ਲੱਭ ਕੇ ਦਿੰਨੇ ਆ। ਨਾਲ ਜੇ ਤੂੰ ਕੀਤੀ ਨਾ, ਦੇਖੀ ਕਿਵੇਂ ਤੇਰੇ ਬਾਲੇ ਕੱਢਿਆ ਕਰੂ। ਓਏ ਧੀਰਿਆ ਹੁਣ ਬਾਲੇ ਕਿਸੇ ਨੇ ਕੀ ਕੱਢਣੇ ਆ ਓਏ। ਓਏ ਹੁਣ ਤੱਕ ਉਹਦੇ ਹੀ ਬਾਲੇ ਵਰਗੇ ਹੋਏ ਪਏ ਆ ਯਾਰ, ਪਤਾ ਨਹੀਂ ਜ਼ਿੰਦਗੀ 'ਚ ਕੀ ਹੋਰ ਦੁੱਖ ਦੇਖਣੇ ਹਲੇ। ਓਏ ਭਾਊ ਫਿਕਰ ਕਿਉਂ ਕਰਦਾ ਹੈ? ਤੈਨੂੰ ਕੱਲ ਵੀ ਬੁਲਾਉਣੇ ਆ ਬੰਦਿਆਂ ਨੂੰ ਤੇ ਆਪੇ ਤੈਨੂੰ ਸਾਰੇ ਰਾਹ ਸਮਝਾ ਦੇਣਗੇ। ਘਰ ਕੁਛ ਵੀਰ ਮੇਰਾ, ਘਰ ਕੁਛ। ਓਏ ਮੈਂ ਵੀ ਕਰੂੰ, ਪਰ ਤੂੰ ਤਾਂ ਹੁਣ ਕੁਝ ਕਰ, ਸਰੀਰ ਕੰਡੇ ਤੇ ਹੋਵੇ। ਇਹ ਕਿਹੜੀ ਕਹਿਣ ਵਾਲੀ ਗੱਲ ਹੈ ਯਾਰ, ਆਪਾਂ ਤੇ ਪਹਿਲਾਂ ਹੀ ਤਿਆਰ ਰਹੀਦਾ ਆ। ਯਾਰ ਨੇਰੇ ਦਾ ਅੱਜ ਕੱਲ ਤੂੰ ਵੀ ਲੱਚਗੜੀਆਂ ਕਰਨ ਲੱਗ ਗਿਆ। ਓਏ ਹੁਣ ਤੇ ਪੈਗ ਲਾਏ ਬਿਨਾ ਨਾ ਨੀਂਦ ਵੀ ਨਹੀਂ ਆਉਂਦੀ। ਆ ਦੇਖ ਲਾ ਮੈਂ ਪਾ ਕੇ ਰੱਖਿਆ ਸੀ ਪਹਿਲਾਂ ਵਿੱਚ। ਓਏ ਭਾਊ ਨੀਂਦ ਕੀ ਆਉਣੀ ਐ? ਆ ਗੜੀ ਹੁਣੇ ਫਿਕਰੀ ਨਹੀਂ ਮੁੱਕਦੇ। ਧੀਰਿਆ ਆ ਫੜ ਪੈਗ, ਤੇ ਤੂੰ ਮੈਨੂੰ ਦੱਸ ਰਾਤੀ ਕੀ ਹੋਇਆ ਸੀ? ਕੀ ਹੋਇਆ ਸੀ? ਉਹ ਤੂੰ ਯਾਰ ਲੇਰੇ ਇੰਨੀ ਜ਼ੋਰ ਦੀ ਮਾਰੀ ਨਾ ਭਈ ਮੇਰੀ ਤੇ ਜਾਨ ਹੀ ਕੱਢਤੀ। ਆ ਫੇਰ ਮੈਨੂੰ ਪੈਗ ਹੋਰ ਲਾਉਣਾ ਪਿਆ ਤਾਂ ਜਾ ਕੇ ਨੀਂਦ ਆਈ। ਓਏ ਭਾਊ ਤੈਨੂੰ ਤਾਂ ਲੰਡੂ ਜਿਹਾ ਪੈਗ ਲਾ ਕੇ ਨੀਂਦ ਆ ਵੀ ਜਾਂਦੀ ਐ, ਪਰ ਸਾਨੂੰ ਤਾਂ ਕਦੇ ਕਦੇ ਉਹ ਵੀ ਨਸੀਬ ਨਹੀਂ ਹੁੰਦੀ। ਨਹੀਂ ਧੀਰਿਆ ਫੇਰ ਵੀ ਕੋਈ ਪ੍ਰੋਬਲਮ ਤੇ ਹੋਊਗੀ, ਦੱਸ ਮੈਨੂੰ। ਕੀ ਦੱਸਾਂ ਭਾਊ, 16 ਸਾਲ ਹੋ ਗਏ ਮੈਨੂੰ ਇੱਥੇ ਕੈਨੇਡਾ ਆਏ ਨੂੰ। ਨਵਾਂ ਵਿਆਹ ਹੋਇਆ ਸੀ ਉਦੋਂ ਮੇਰਾ। ਰੌਲਾ ਪੈ ਗਿਆ, ਕਦੇ ਕੈਨੇਡਾ ਖੁੱਲ ਗਿਆ। ਦਰਅਸਲ ਉਦੋਂ ਕੈਨੇਡਾ ਆਉਣ ਲਈ ਵੀਜ਼ੇ ਦੀ ਲੋੜ ਨਹੀਂ ਪੈਂਦੀ ਸੀ। 10,000 ਦੀ ਵਾਪਸੀ ਟਿਕਟ ਆ ਜਾਂਦੀ ਸੀ। ਲਓ ਤੇ ਸਿੱਧੇ ਇੱਥੇ ਆ ਪਹੁੰਚੋ। ਇੱਥੇ ਆ ਕੇ ਰਿਫਿਊਜੀ ਅਪਲਾਈ ਕਰ ਦਿੰਦੇ ਸੀਗੇ। ਮੇਰੇ ਵੀ ਇੱਥੇ ਜਾਣੂ ਸੀਗੇ ਟੋਰਾਂਟੋ 'ਚ, ਉਹਨਾਂ ਨਾਲ ਗੱਲ ਕੀਤੀ। ਉਹ ਕਹਿੰਦੇ ਜੀ ਆ ਸਕਦਾ ਤਾਂ ਆ ਜਾ। ਭਾਊ ਘਰ 'ਚ ਤਾਂ ਤੈਨੂੰ ਪਤਾ ਪਹਿਲਾਂ ਹੀ ਬਹੁਤ ਤੰਗੀ ਸੀ, ਕਰਜ਼ਾ ਪਹਿਲਾਂ ਹੀ ਬਹੁਤ ਚੜਿਆ ਪਿਆ ਸੀ। ਫਿਰ ਵੀ ਮੇਰੇ ਬਾਪ ਨੇ ਨਾ ਜ਼ਮੀਨ ਗਹਿਣੇ ਧਰ ਕੇ ਮੈਨੂੰ ਟਿਕਟ ਲੈਤੀ ਤੇ ਮੈਂ ਇੱਥੇ ਆ ਗਿਆ। ਧੀਰਿਆ ਸਿਰਫ ਟਿਕਟ ਲੈ ਕੇ ਆ ਗਿਆ? ਹਾਂ ਭਾਊ ਸਿਰਫ ਟਿਕਟ ਲੈ ਕੇ। ਓਏ ਆ ਏਜੰਟਾਂ ਨੂੰ ਕੁਝ ਨਹੀਂ ਦਿੱਤਾ? ਓਏ ਉਦੋਂ ਭਾਊ ਇੰਨੀ ਲੁੱਟ ਨਹੀਂ ਮੱਚੀ ਸੀ ਹਾਲੇ। ਯਾਰ ਤੂੰ ਤੇ ਬਹੁਤ ਕਿਸਮਤ ਵਾਲਾ ਆ। ਓਏ ਅਸੀਂ ਤੇ ਦੱਬੇ ਗਏ 8 ਲੱਖ ਦੇ ਥੱਲੇ ਯਾਰ। ਓਏ ਕਿਸਮਤ ਆ ਨਹੀਂ ਭਾਊ, ਬਾਅਦ ਕਿਸਮਤ ਕਹੋਗੇ। ਉਹ ਕਿਉਂ ਨਹੀਂ ਰਿਹਾ? ਮੈਂ ਦੱਸਿਆ ਨਾ ਨਵਾਂ ਵਿਆਹ ਹੋਇਆ ਸੀ ਮੇਰਾ। ਮੈਂ ਇੱਥੇ ਆ ਕੇ ਬਾਪ ਦਾ ਪਿਛਲਾ ਕਰਜ਼ਾ ਲਾਉਣ ਲਈ ਤੇ ਇੱਥੇ ਵਕੀਲਾਂ ਦੀਆਂ ਝੋਲੀਆਂ ਭਰ ਲਈ ਦਿਨ ਰਾਤ ਕੰਮ ਤੇ ਲੱਗਾ ਰਿਹਾ। ਉਧਰ ਕਿਸੇ ਨੇ ਰੌਲਾ ਪਾਤਾ ਕਿ ਧੀਰੇ ਨੇ ਕੈਨੇਡਾ ਪੱਕਾ ਹੋਣ ਲਈ ਦੂਜਾ ਵਿਆਹ ਕਰਾ ਲਿਆ। ਇੱਕ ਤਾਂ ਯਾਰ ਲੋਕ ਏਦਾਂ ਦੇ ਆ ਭੈਣ ਦੇ ਨੇ ਨਾ, ਦੂਜੇ ਦੀ ਜ਼ਿੰਦਗੀ 'ਚ ਅੱਗ ਲਾਉਣ ਲਈ ਹਮੇਸ਼ਾ ਹੀ ਤਿਆਰ ਰਹਿੰਦੇ ਆ। ਮੈਂ ਆਪਣੇ ਘਰ ਵਾਲੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ,
ਉਹਦੇ ਮਾਂ-ਬਾਪ ਨੂੰ ਵੀ ਸ਼ੱਕ ਹੋ ਗਿਆ ਸੀ। ਉਹ ਆਪਣੀ ਕੁੜੀ ਨੂੰ ਸਮਝਾਉਣ ਦੀ ਬਜਾਏ ਉਹਦੇ ਵੱਲ ਵੀ ਹੋ ਗਏ। ਪਹਿਲਾਂ ਤਾਂ ਉਹ ਆਪਣੀ ਕੁੜੀ ਨੂੰ ਪੇਕੇ ਲੈ ਗਏ, ਫਿਰ ਮੇਰੇ ਤੇ ਜ਼ੋਰ ਪਾਉਣ ਲੱਗੇ ਕਿ ਮੈਂ ਵਾਪਸ ਆ ਜਾ। ਧੀਰਿਆ, ਅਕਸਰ ਉਹ ਵੀ ਇੱਕ ਧੀ ਦੇ ਮਾਪੇ ਸੀ ਨਾ, ਫਿਕਰ ਤੇ ਹੁੰਦਾ ਹੀ ਆ। ਓਏ ਪਾਉ, ਤੂੰ ਹੀ ਦੱਸ ਮੈਨੂੰ, ਓਏ ਬਾਪ ਦੀ ਜ਼ਮੀਨ ਗਹਿਣੇ ਧਰ ਕੇ ਤੇ ਵਕੀਲਾਂ ਦੀਆਂ ਝੋਲੀਆਂ ਭਰ ਕੇ ਮੈਂ ਕੱਚੇ ਵਾਪਸ ਚਲੇ ਜਾਂਦਾ ਯਾਰ। ਯਾ ਧੀਰਿਆ, ਤੇਰੇ ਘਰਦਿਆਂ ਨੇ ਵੀ ਸਮਝਾਉਣ ਦੀ ਕੋਸ਼ਿਸ਼ ਨਾ ਕੀਤੀ ਉਹਨਾਂ ਨੂੰ? ਓਏ ਪਾਉ, ਜਦੋਂ ਦਿਨ ਮਾੜੇ ਆਏ ਹੋਣ ਨਾ, ਕੋਈ ਨਹੀਂ ਕਿਸੇ ਦੀ ਸੁਣਦਾ। ਉਹਨਾਂ ਨੂੰ ਹੋ ਗਿਆ ਸੀ ਮੇਰੇ ਮਾਂ-ਬਾਪ ਵੀ ਮੇਰੇ ਵੱਲ ਹੀ ਰਲੇ ਹੋਏ ਆ। ਪਹਿਲਾਂ ਤਾਂ ਉਹ ਆਪਣੀ ਕੁੜੀ ਨੂੰ ਪੇਕੇ ਲੈ ਗਏ, ਫਿਰ ਉਹਨਾਂ ਨੇ ਆਪਣੀ ਕੁੜੀ ਕਿਸੇ ਹੋਰ ਥਾਂ ਤੋਰ ਦਿੱਤੀ। ਇੱਕ ਤੁਹਾਨੂੰ ਹੁੰਦਾ ਘਰੋਂ ਜਾਣ ਦਾ ਵਿਯੋਗ, ਦੂਜੇ ਮੇਰੀ ਮਾਂ ਨੂੰ ਵੀ ਸ਼ੱਕ ਹੋ ਗਿਆ ਸੀ ਕਿ ਸ਼ਾਇਦ ਸੱਚੀ ਮੈਂ ਕੈਨੇਡਾ ਦੂਜਾ ਵਿਆਹ ਕਰਾ ਲਿਆ। ਉਹ ਵੀ ਮੇਰੇ ਤੇ ਜ਼ੋਰ ਪਾਉਣ ਲੱਗੀ, ਆਖੇ ਮੈਂ ਇੰਡੀਆ ਵਾਪਸ ਆ ਜਾ। ਪਰ ਮੈਂ ਹੀੜੀਕਦਾ ਰਿਹਾ ਇਮੀਗ੍ਰੇਸ਼ਨ ਵਾਲਾ ਉੱਠਦਾ ਬੁੱਲ, ਹੁਣ ਵੀ ਡਿੱਗੇ। ਪਰ ਇਹ ਸਾਰਾ ਉੱਠਦਾ ਬੁੱਲ ਤਾਂ ਕੀ ਡਿੱਗਣਾ ਸੀ। ਮੇਰੀ ਕਿਸਮਤ ਤੇ ਹੋਣੀ ਦੀ ਬਿਜਲੀ ਡਿੱਗ ਪਈ ਪਾਉ। ਮੇਰੀ ਮਾਂ ਮੈਨੂੰ ਮਿਲਣ ਨੂੰ ਤਰਸਦੀ ਮਰ ਗਈ ਤੇ ਮੈਂ ਇਮੀਗ੍ਰੇਸ਼ਨ ਤੇ ਗੱਲ ਲਗਾ ਰਿਹਾ। ਮੇਰੀ ਮਾਂ ਮਰ ਗਈ ਪਾਉ, ਮੇਰੀ ਮਾਂ। ਹੁਣ ਜਦ ਵੀ ਮੈਨੂੰ ਇੰਡੀਆ ਦੀ ਯਾਦ ਆਉਂਦੀ ਆ ਤਾਂ ਸੁਪਨੇ 'ਚੋਂ ਮੈਨੂੰ ਮੇਰੀ ਮਾਂ ਵਿਖਾਈ ਦਿੰਦੀ ਆ। ਮੈਂ ਜਦ ਵੀ ਉਹਦੇ ਕੋਲ ਜਾਣ ਦੀ ਕੋਸ਼ਿਸ਼ ਕਰਦਾ, ਉਹ ਲੋਪ ਹੋ ਜਾਂਦੀ ਹੈ ਵੀਰੇ, ਲੋਪ ਹੋ ਜਾਂਦੀ ਹੈ। ਇੱਕ ਹੀ ਜ਼ਿੰਦਗੀ ਆ ਭਾ, 40 ਸਾਲ ਦੀ ਉਮਰ ਹੋ ਗਈ ਮੇਰੀ, ਨਾ ਪਰਿਵਾਰ ਰਿਹਾ, ਨਾ ਮਾਂ ਰਹੀ ਤੇ ਨਾ ਇਮੀਗ੍ਰੇਸ਼ਨ ਮਿਲੀ। ਅਸੀਂ ਹਵਾ 'ਚ ਲਟਕਦੇ ਲੋਕ ਬਣ ਕੇ ਰਹਿ ਗਏ ਭਾ, ਹਵਾ 'ਚ ਲਟਕਦੇ ਲੋਕ। ਨਾ ਪੈਰਾਂ ਹੇਠ ਜ਼ਮੀਨ ਰਹੀ, ਨਾ ਸਿਰ ਤੇ ਸਾਇਆ। ਯਾਰ ਧੀਰਿਆ, ਮੇਰੇ ਕੋਲ ਤੇ ਪਾਸਪੋਰਟ ਵੀ ਨਹੀਂ ਤੇ ਨਾ ਕੋਈ ਉਹਦੀ ਨਕਲਿਆ। ਹੁਣ ਪਤਾ ਨਹੀਂ ਤਰੀਕ ਤੇ ਕੀ ਪੰਗਾ ਪਾਉਂਦੇ ਹੋਣਗੇ। ਓਏ ਭਾਊ, ਤੈਨੂੰ ਇਹ ਤਾਂ ਪਤਾ ਨਾ ਬਈ ਸਿੱਧੀ ਉਂਗਲੀ ਨਾਲ ਘਿਓ ਨਹੀਂ ਨਿਕਲਦਾ। ਪਰ ਤੂੰ ਫਿਕਰ ਕਿਉਂ ਕਰਦਾ? ਕਰਦੇ ਆ ਕੋਈ ਬੰਦੋਬਸਤ। ਓਏ ਆਉਣ ਵਾਲਾ ਭਾਊ ਆਪਣਾ ਕੱਲ ਨੂੰ ਸਾਰੇ ਰਾਹ ਸਮਝਾ ਦੂ ਤੈਨੂੰ। ਇਹ ਹੈ ਕੌਣ ਹੈ ਬੱਚਾ? ਓਏ ਆਪਣਾ ਆੜੀ ਆ ਸੁਖਵੀਰ। ਉਹ ਪਹਿਲਾਂ ਇਮੀਗ੍ਰੇਸ਼ਨ 'ਚ ਕੰਮ ਕਰਦਾ ਸੀ, ਹੁਣ ਉਹਨੇ ਆਪਣਾ ਦਫ਼ਤਰ ਖੋਲਿਆ, ਸਾਰੀਆਂ ਕੁੰਡੀਆਂ ਜਾਣਦਾ। ਧੀਰਿਆ, ਉਹ ਕੁੰਡੀਆਂ ਤੇ ਜ਼ਰੂਰ ਸਾਰੀਆਂ ਜਾਣਦਾ ਹੋਊਗਾ। ਕੋਈ ਜੇ ਸਾਡੇ ਕੇਸ ਵਿੱਚ ਹੀ ਕੋਈ ਦਲੀਲ ਨਾ ਹੋਈ ਤੇ ਉਹਦੀਆਂ ਕੁੰਡੀਆਂ ਕੀ ਕਰਨਗੀਆਂ ਉੱਤੇ?
ਆ ਲੱਗਦਾ ਆ ਗਿਆ। ਉਹ ਮੈਂ ਵੇਖਦਾ। ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ, ਆਓ ਲੰਘਿਆ ਆਓ। ਕੀ ਹਾਲ ਚਾਲ ਨੇ? ਬੈਠੋ। ਸਤਿ ਸ੍ਰੀ ਅਕਾਲ ਜੀ। ਓਏ ਧੀਰਿਆ, ਓਏ ਇਹ ਤੇ ਉਹੀ ਆ ਓਏ। ਉਹ ਜਿਹਨੇ 에어ਪੋਰਟ ਤੇ ਮੇਰੀ ਅਫਸਰ ਨਾਲ ਗੱਲ ਕਰਾਈ ਸੀ। ਓਏ ਭਾਊ ਵੇਖਦਾ ਜਾ, ਹੁਣ ਜੱਜ ਨਾਲ ਵੀ ਗੱਲ ਕਰਾਊਗਾ। ਨਾ ਆਪਾਂ ਮਿਲੇ ਸੀ ਕਿਤੇ? ਓ ਜਨਾਬ, ਤੁਸੀਂ ਤੇ ਮੈਨੂੰ ਭੁੱਲ ਸਕਦੇ ਹੋ, ਪਰ ਮੈਂ ਕਿਵੇਂ ਭੁੱਲਾਂ? ਓਏ ਉਹ ਦਿਨ ਜਦੋਂ 에어ਪੋਰਟ ਤੇ ਮੇਰੇ ਸਾਹ ਸੁੱਕੇ ਪਏ ਸੀ, ਵੇ ਕਿਤੇ ਬਰੰਗ ਚਿੱਠੀ ਵਾਂਗੂ ਹੀ ਨਾ ਵਾਪਸ ਮੁੜ ਜੀਏ। ਉਹ ਨਹੀਂ ਮੁੜਨ ਦਿੰਦੇ। ਆਓ ਇੱਥੇ ਬੈਠੋ, ਕਰਦੇ ਆ ਤੁਹਾਡਾ ਵੀ ਇਲਾਜ। ਜਨਾਬ ਇਲਾਜ ਤੇ ਮੈਂ ਤੁਹਾਨੂੰ ਉੱਥੇ ਵੀ ਕਿਹਾ ਸੀ ਕਰਨ ਲਈ, ਤੁਸੀਂ ਗੁੱਸਾ ਕਰ ਗਏ ਸੀ। ਓਏ ਭਾਊ ਹਰ ਗੱਲ ਸਮੇਂ ਨਾਲ ਹੁੰਦੀ ਆ। ਸਮਾਂ ਵੀ ਆਇਆ ਹੀ ਲਓ ਜੀ, ਸਮੇਂ ਨੂੰ ਕਿਹੜਾ ਪਰੇ ਪਏ ਆ। ਆ ਲਓ, ਆ ਇਹਨਾਂ ਦੀਆਂ ਹਸਪਤਾਲ ਦੀਆਂ ਰਸੀਦਾਂ। ਹੁਣ ਤੁਸੀਂ ਜੱਜ ਮੁਰੇ ਸਬੂਤ ਪੇਸ਼ ਕਰ ਸਕਦੇ ਹੋ ਕਿ ਤੁਸੀਂ ਵਾਕਈ ਇੰਡੀਆ 'ਚ ਹਸਪਤਾਲ ਦਾਖਲ ਰਹੇ ਸੀ। ਉਹ ਸੁਖਵੀਰ ਵੀਰੇ, ਹਾਂਜੀ। ਓਏ ਇਹ ਤਾਂ ਯਾਰ ਮੈਨੂੰ ਬਿਲਕੁਲ ਨਵਾਂ ਲੱਗਦਾ। ਨਵਾਂ? ਇਹਦਾ ਵੀ ਇਲਾਜ ਕਰ ਦਿੰਦੇ ਆ। ਇਹ ਆ ਲਓ। ਇਹ ਲੈ ਕਰਤਾ ਨਾ 2 ਸਾਲ ਪੁਰਾਣਾ। ਵੀ ਲੱਗਦਾ ਤਾਂ ਹੁਣ ਠੀਕ ਹੈ, ਪੁਰਾਣੀ ਆ। ਆ ਬਾਕੀ ਬਾਹਰੋਂ ਜਰਾ ਮਿੱਟੀ ਨਾਲ ਹੱਥ ਮਾਰ ਕੇ ਇੱਥੇ ਲਾ ਦੇਣੀ ਆ। ਆ ਥੋੜੀ ਚਾਹ ਸਬਜ਼ੀ ਡੋਲ ਦਿਆਂਗੇ। ਇਹ ਤਾਂ ਜਮਾ 7-8 ਸਾਲ ਪੁਰਾਣਾ ਲੱਗੂ। ਆ ਕਰੋ ਚੈੱਕ ਜਰਾ। ਯਾਰ ਕਿਤੇ ਜੱਜ ਨੂੰ ਸ਼ੱਕ ਹੀ ਨਾ ਪੈ ਜਾਏ। ਸ਼ੱਕ ਪੈ ਜਾਏ ਨਾ? ਐਵੇਂ ਕਿਵੇਂ ਸ਼ੱਕ ਪੈ ਜਾਏ ਜਨਾਬ? ਆ ਦੇਖੋ, ਹਸਪਤਾਲ ਦੀਆਂ ਸਟੈਂਪਾਂ ਨਾਲ ਸਟੈਂਪਾਂ ਮਿਲ ਕੇ ਬਣਾਇਆ। ਓਏ ਇਹ ਤਾਂ ਹਸਪਤਾਲ ਵਾਲੇ ਨਹੀਂ ਕਹਿ ਸਕਦੇ ਕਿ ਉਹਨਾਂ ਦੀਆਂ ਰਸੀਦਾਂ ਨਹੀਂ। ਆਹ ਦੇਖੋ, ਆਹ ਤੁਹਾਡੇ ਵਾਲਾ ਤੇ ਆਹ ਜਿਹੜਾ ਓਰੀਜਨਲ ਹੈ, ਕੋਈ ਫਰਕ? ਆਹ ਤਾਂ ਤੁਸੀਂ ਕਮਾਲ ਕਰਤੀ। ਕਮਾਲ? ਇਹ ਤਾਂ ਕੋਈ ਕਮਾਲ ਨਹੀਂ। ਹੋਰ ਸੁਣੋ ਨਾ, ਜੇ ਕੋਈ ਇੰਡੀਆ ਤੋਂ ਆਪਣਾ ਡਰਾਈਵਿੰਗ ਲਾਇਸੈਂਸ ਲਿਆ ਕੇ ਤੇ ਮਿਨਿਸਟਰੀ ਵਾਲਿਆਂ ਨੂੰ ਕਹੇ ਵੀ ਆ ਉਹਨਾਂ ਦਾ ਡਰਾਈਵਿੰਗ ਦਾ ਤਜਰਬਾ, ਉਹ ਨਹੀਂ ਮੰਨਦੇ। ਤੇ ਆ ਜੇ ਅਸੀਂ ਇੱਥੋਂ ਬਣਾ ਕੇ ਦਈਏ, ਝੱਟ ਮਨਜ਼ੂਰ ਹੋ ਜਾਂਦਾ। ਅਗਲਿਆਂ ਦਾ ਲਾਇਸੈਂਸ ਬਣ ਜਾਂਦਾ, ਆ ਸਾਡਾ 100-150। ਬੱਲੇ ਬੱਲੇ, ਨਹੀਂ ਰਿਸ਼ਤਾ ਪੰਜਾਬੀਆਂ ਦੀਆਂ ਬਈ। ਪਾਸੇ ਵਈ ਆ ਜੀ। ਆ ਲਓ ਜੀ, ਪੇਪਰ ਵਰਕ ਤਾਂ ਹੋ ਗਿਆ ਇਹਨਾਂ ਦਾ ਰੈਡੀ। ਆ ਹੁਣ ਜਰਾ ਇਹਨਾਂ ਦੀ ਸਰੀਰਕ ਤਿਆਰੀ ਕਰਾਈਏ। ਸੁਖਵੀਰ ਯਾਰ, ਮੈਂ ਮੈਨੂੰ ਨਾ ਗੰਢ ਜੋ ਸਿਗਨਲ ਵਾ ਕਰੋ ਕੰਡੇ ਦੇ ਸਰੀਰ ਇਹਨਾਂ ਦਾ। ਆ ਸਰੀਰਕ ਤਿਆਰੀ ਕੀ ਕਰਨੀ ਆ? ਆ ਪੋਲੀ ਰੱਖੀ ਆ। ਸਰੀਰਕ ਤਿਆਰੀ ਆ ਆਪਣੇ ਕੋਲ ਪ੍ਰੈਸ ਤਾਂ ਹੋਣੀ ਆ। ਆ ਕੱਪੜੇ ਪ੍ਰੈਸ ਕਰਨ ਵਾਲੀ? ਹਾਂਜੀ ਹਾਂਜੀ। ਉਹ ਤੇ ਅਸੀਂ ਨਵੀਂ ਲੈ ਕੇ ਆਏ ਆ। ਇੱਕ ਸੋਫੇ ਪਿੱਛੇ ਪਈ ਹੋਣੀ ਆ। ਲੈ ਬਣ ਗਈ ਗੱਲ ਫੇਰ ਤਾਂ। ਆ ਪ੍ਰੈਸ ਨੂੰ ਜਰਾ ਆਪਾਂ ਗਰਮ ਜਿਹਾ ਕਰਕੇ ਆ ਤੁਹਾਡੇ ਫੋਟਾਂ ਦੇ ਗੱਬੇ ਜਿਹਾ ਲਾ ਦੇਣੀ ਆ। ਓਏ ਔਖਾ ਗਾਣਾ ਭਾਊ, ਤੂੰ ਬੈਠ ਕੇ ਖਿੱਚ ਤੇ ਸ਼ੇਰ ਬਣ। ਕਿਤੇ ਸ਼ੇਰ ਬਣਦਾ ਮੰਜੇ ਤੇ ਨਾ ਪੈ ਮਾਂ। ਉਹ ਨਹੀਂ ਭਾਊ, ਕੁਛ ਨਹੀਂ ਹੁੰਦਾ। ਤੂੰ ਬੈਠ ਕੇ ਖਿੱਚ, ਤਗੜਾ ਹੋਵੇ ਤਾਂ ਮਿੰਟਾਂ 'ਚ ਕੰਮ ਬੰਦੇ ਹੋ ਜਾਂਦਾ। ਬੈਠ ਤੁਸੀਂ ਸੋਚਿਆ ਸੀ ਵੀ ਬੈਠੋ ਪੈਕ ਲਾਓ, ਬੈਠ ਕੇ ਖਿੱਚ। ਤੁਹਾਨੂੰ ਤਾਂ ਵੇਖਿਓ ਅਸੀਂ ਪਤਾ ਵੀ ਨਹੀਂ ਲੱਗਦਾ। ਕੀ ਹੋਇਆ? ਕੀ ਹੋ ਗਿਆ? ਸਾਨੂੰ ਕਿਹੜਾ ਚਾਅ ਹੈ? ਓਏ ਰਹਿਣ ਦਿਓ, ਮੇਰਾ ਇਹੋ ਜਿਹਾ ਭਲਾ ਹੋਵੇ। ਓਏ ਮੈਨੂੰ ਹੋਈ ਮਾਰ ਦਿਓ। ਓਏ ਭਾਊ, ਓਏ ਭਾਊ ਦੇਖ, ਤੂੰ ਕਿਹੜੇ ਵਕਤਾਂ ਨਾਲ ਇੱਥੇ ਆਇਆ? ਜ਼ਮੀਨ ਗਹਿਣੇ ਧਰ ਕੇ ਤੂੰ ਇੱਥੇ ਆਇਆ। ਔਰ ਤੇਰੇ ਪਰਿਵਾਰ ਨੂੰ ਮਿਲੇ ਨੂੰ ਵੀ ਤੈਨੂੰ 5-6 ਸਾਲ ਹੋ ਗਏ ਹੁਣ। ਜੇ ਨਾ ਤੇਰਾ ਕੇਸ ਨਾ ਮਨਜ਼ੂਰ ਹੋ ਗਿਆ ਤਾਂ ਉੱਥੇ ਜਾ ਕੇ ਤੇ ਤੂੰ ਬਾਹੀ ਵੀ ਨਹੀਂ ਹੋਣੀ। ਓਏ ਨਾ ਹੀ ਪਰਿਵਾਰ ਨੇ ਬਾਤ ਪੁੱਛਣੀ ਹੈ ਤੇ ਲੋਕਾਂ ਨੇ ਅੱਡ ਤਾਨੇ ਮਾਰ ਕੇ ਤੇਰਾ ਜੀਣਾ ਹਰਾਮ ਕਰ ਦੇਣਾ। ਓਏ ਧੀਰਿਆ, ਓਏ ਮੈਨੂੰ ਲੋਕਾਂ ਦੀ ਪਰਵਾਹ ਨਹੀਂ। ਓਏ ਮੈਂ ਲੋਕਾਂ ਨੂੰ ਖੁਸ਼ ਕਰਨ ਲਈ ਮਰਨ ਨਹੀਂ ਲੱਗਾ। ਓਏ ਗੱਲ ਲੋਕਾਂ ਨੂੰ ਖੁਸ਼ ਕਰਨ ਦੀ ਨਹੀਂ, ਤੇਰੇ ਪਰਿਵਾਰ ਦੀ ਖੁਸ਼ੀ ਦੀ ਆ। ਓਏ ਨਾਲੇ ਭਾਊ, ਇਹ ਪੀਰ ਤੂੰ ਕੱਲਾ ਨਹੀਂ, ਆਪਣੇ ਹਜ਼ਾਰਾਂ ਨੌਜਵਾਨ ਕਰਕੇ ਪੱਕੇ ਹੋਏ ਆ। ਉਹ ਜੇ ਘੜੀ ਪਲ ਦੀ ਪੀੜ ਨਾ ਤਕਦੀਰ ਸਮਾਰਦੀ ਹੋਵੇ, ਜਲ ਲੈਣੀ ਚਾਹੀਦੀ ਹੈ। ਓਏ ਧੀਰਿਆ,
ਓਏ ਮੇਤੇ ਨਹੀਂ ਜਰਦੀ ਏ ਭੀੜ ਓਏ ਓਏ ਮੇਤੇ ਨਹੀਂ ਜਰਦੀ ਓਏ। ਸੁੱਚਾ ਸਿੰਘ ਜੀ ਆ ਪਾਣੀ ਪੀਓ ਪਹਿਲਾਂ। ਪਾਣੀ ਪੀਓ। ਓਏ ਜਾ ਇੱਥੇ ਨਹੀਂ ਲਾਉਣਾ ਪੀਣਾ ਜੀ ਇਹਨੂੰ। ਸੁੱਚਾ ਸਿੰਘ ਜੀ ਤੁਸੀਂ ਆਪਣੇ ਇਤਿਹਾਸ ਵੱਲ ਧਿਆਨ ਕਰੋ। ਉਹ ਆਪਣੇ ਬਜ਼ੁਰਗਾਂ ਨੇ ਆਪਣੀ ਦੇਸ਼ ਖਾਤਰ ਆਪਣੀ ਕੌਮ ਲਈ ਇੰਨੇ ਵੱਡੇ ਵੱਡੇ ਤਸੀਹੇ ਚੱਲੇ, ਇੰਨੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਦੇਤੀਆਂ ਕਿ ਤੁਸੀਂ ਆਪਣੇ ਪਰਿਵਾਰ ਲਈ ਇੰਨਾ ਕਿ ਕਸ਼ਟ ਨਹੀਂ ਝੱਲ ਸਕਦੇ। ਓਏ ਛੋਟੇ ਵੀਰੇ ਓਏ ਮੇਰਾ ਮਸਲਾ ਤੇ ਸਿਰਫ 2 ਵਕਤ ਦੀ ਰੋਟੀ ਦਾ ਤੇ ਆ ਬੱਚਿਆਂ ਦੇ ਉਜਲੇ ਭਵਿੱਖ ਦਾ ਆ ਓਏ। ਓਏ ਮੇਰੀਆਂ ਇਹਨਾਂ ਤੁੱਛ ਲੋੜਾਂ ਨੂੰ ਆ ਸਮੇਂ ਦੇ ਹਾਕਮਾਂ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਦੇ ਕਿੱਲੇ ਨਾ ਵੱਢ ਛੱਡਿਆ ਓਏ। ਸੁੱਚਾ ਛੋਟਿਆ ਵੀਰਿਆ ਓਏ ਮੇਤੇ ਆਪਣੇ ਧਨ ਦਾ ਕਬਾਬ ਨਹੀਂ ਬਣਵਾਉਂਦਾ ਓਏ ਨਹੀਂ ਬਣਾਉਂਦਾ ਓਏ। ਕਦੇ ਕਦੇ ਸਮਾਂ ਇਨਸਾਨ ਨੂੰ ਇੰਨਾ ਮਜਬੂਰ ਕਰ ਦਿੰਦਾ ਹੈ ਕਿ ਛੋਟੇ ਪੱਧਰ ਤੇ ਵੀ ਬਹੁਤ ਵੱਡੀਆਂ ਵੱਡੀਆਂ ਕੁਰਬਾਨੀਆਂ ਦੇਣੀਆਂ ਪੈ ਜਾਂਦੀਆਂ। ਆ ਤੁਹਾਡੇ ਕੇਸ ਵਿੱਚ ਹੀ ਲਾ ਲਓ 2 ਵਕਤ ਦੀ ਵਧੀਆ ਰੋਟੀ ਤੇ ਬੱਚਿਆਂ ਦੇ ਉਜਲੇ ਭਵਿੱਖ ਵਾਸਤੇ ਵੀ। ਓਏ ਮੇਤੇ ਨਹੀਂ ਜਾਣਦਾ ਇਹ ਦਰਦ ਓਏ ਧੀਰਿਆ ਮੇਤੇ ਨਹੀਂ ਜਾਣਦਾ ਓਏ ਭਾਊ ਉਹ ਲੈ ਨਹੀਂ ਕਿ ਲੱਡੂ ਜਿਹਾ ਪੈ ਕੇ ਖਿੱਚ ਤੇ ਦਰਦ ਹਟ ਜੂ। ਇਹ ਦਰਦ ਹੋਰ ਜ਼ਿਆਦਾ ਹੁੰਦਾ ਨਾ ਚੈਨਲ ਦੇ ਦੇਗੇ ਪਰ ਹੁਣ ਆਪਾਂ ਤੇਰਾ ਫੇਸ ਨਹੀਂ ਲਾਉਣੇ। ਬਸ ਹੋ ਗਿਆ ਕੰਮ ਨਹੀਂ ਬਣੇ। ਸੱਚੀ ਨਹੀਂ ਲਾਣੀ ਮੈਂ ਕਹਾਂ ਯਾਰ ਸੱਚੀ ਨਹੀਂ ਲਾਉਣੀ। ਤੈਨੂੰ 100 ਲੱਗੇ ਵੱਡੇ ਮਾਰੇ ਦੇਖ ਲਾ ਮੈਂ ਤੇ ਯਕੀਨ ਕੀਤਾ ਤੇਰਾ ਤੇ ਯਕੀਨ ਕੀਤਾ ਮੈਂ ਤੇ ਲਾ ਸਕਦਾ। ਹਾਂਜੀ ਯਾਰ ਲੱਗਦਾ ਬੇਹੋਸ਼ ਹੋ ਗਿਆ। ਚਲੋ ਹੁਣ ਜੇ ਬੇਹੋਸ਼ ਹੋ ਗਏ ਨਾ ਹੁਣ ਨਿਬੜਿਆ। ਸੁਖਵੀਰ ਹਾਂਜੀ ਯਾਰ ਮੈਂ ਕਿਹਾ ਦੀ ਦਵਾਈ ਨਾ ਲਾ ਦੇ ਕਿਤੇ ਭਰਤੀ ਨਾ ਜਾਣ। ਨਹੀਂ ਨਹੀਂ ਦਵਾਈ ਨਹੀਂ ਲਾ ਸਕਦੇ ਹਲੇ। ਥੋੜਾ ਜਿਹਾ ਤਾਂ ਆਪਾਂ ਨੂੰ ਜ਼ਖਮ ਪੱਕਣ ਹੀ ਦੇਣਾ ਪੈਣਾ ਤਾਂ ਫੇਰ ਹੀ ਜੱਜ ਨੂੰ ਯਕੀਨ ਹੋਣਾ ਕਿ ਆ ਸਭ ਕੁਝ ਅਸਲੀ ਕੀਤਾ ਆਪਾਂ। ਕੋਈ ਉਂਝ ਤਾਂ 2 ਦਿਨ ਵੀਕਐਂਡ ਦੇ ਪਏ ਆਪਾਂ ਪਰ ਲੱਗਦਾ ਵਿਚਾਰੇ ਤੋਂ ਮੰਡੇ ਤੇ ਵੀ ਕੰਮ ਤੇ ਨਹੀਂ ਜਾ ਰਿਹਾ। ਲੱਤਾਂ ਤਾਂ ਜ਼ਿਆਦਾ ਥੋੜੀਆਂ ਸੜ ਗਈਆਂ। ਹੁਣ ਲੱਗਦਾ ਵੀ 2-4 ਦਿਨ ਇਹਨਾਂ ਕੋਲੇ ਤੁਰਿਆ ਨਹੀਂ ਜਾਣਾ। ਆਪਾਂ ਨੂੰ ਛੁੱਟੀ ਕਰਾ ਕੇ ਹੀ ਫਾਇਦਾ ਆ। ਪਰ ਖਾਓ ਤਾਂ ਜਰਾ ਕੀ ਕਹਿੰਦੇ ਆ ਉਹ ਪਾ ਸੁੱਚਾ ਸਿੰਘ ਜੀ ਓਏ ਉੱਠ ਤੇ ਆਉਖੋ ਓਏ ਉੱਠ। ਮੁੱਕ ਗਿਆ ਕੰਮ। ਓ ਮੈਂ ਕੀ ਲੱਤਾ ਓਏ ਕੁਛ ਨਹੀਂ ਹੋਇਆ ਲੱਤਾਂ ਨੂੰ। ਓਏ ਪਾਉ ਤਗੜਾ ਹੋ ਇੱਕ ਹੋਰ ਕਾਲੀ ਰਾਤ ਸਾਰ ਕਰ ਲੈਂਦਾ। ਓਏ ਧੀਰਿਆ ਓਏ ਓਏ ਕਿੰਨੀਆਂ ਗੌਰ ਕਾਲੀਆਂ ਰਾਤਾਂ ਮੇਰੀ ਜ਼ਿੰਦਗੀ 'ਚ ਓਏ। ਸੁਪਨੇ ਵਿੱਚ ਨਹੀਂ ਦੇਖੇ ਹੁੰਦੇ ਜੋ ਜੋ ਰੰਗ ਵਿਖਾ ਜਾਂਦੀ ਤੂੰ ਕੀ ਜਾਣੇ ਯਾਰ ਅਮੇਰਾ ਰੋਟੀ ਬੰਦਾ ਖਾ ਜਾਂਦੀ। ਓਏ ਪਾਉ ਓ ਪਾ ਉਹਦਾ ਕਿਵੇਂ ਘੋੜੇ ਵੇਚ ਕੇ ਸੁੱਤਾ। ਓਏ ਪਾਉ ਉੱਠਾ ਦਿਨੇ ਸੁੱਤਾ ਪਿਆ ਯਾਰ। ਓਏ ਯਾਰ ਧੀਰਿਆ ਓਏ ਤੂੰ ਮੈਂ ਤੇਰੀ ਗੰਢੇ ਘਟਾਉਣੇ ਆਈ ਆ। ਓਏ ਓਏ ਇੰਨੀ ਗੂੜੀ ਨੀਂਦ ਆਈ
ਓਏ ਗੰਡੇ ਨਹੀਂ ਗੋਡਣੇ ਆਪਾਂ ਪੈਗ ਸ਼ੈਗ ਲਾਉਨੇ ਆ ਪੈਗ ਸ਼ੈਗ। ਅੱਜ ਕੀ ਲਾਟਰੀ ਨਿਕਲੀ ਆ? ਓਏ ਲਾਟਰੀ ਕੀ ਭਾਊ, ਕਿਸਮਤ ਜਾਗ ਗਈ ਜੱਟ ਦੀ ਕਿਸਮਤ। ਕੀ ਬੁਝਾਰਤਾਂ ਜੀਆਂ ਪਾਈ ਜਾਂਦਾ? ਓਏ ਭਾਊ 16 ਸਾਲ ਬਾਅਦ ਕਿਸਮਤ ਜਾਗੀ ਆ, ਕੇਸ ਮਨਜ਼ੂਰ ਹੋ ਗਿਆ। ਉਹ ਸੱਚੀ ਦੀ ਗਿਆ? ਓਏ ਭਾਊ ਜਵਾਨੀ ਤੁਰ ਗਈ, ਮਾਂ ਤੁਰ ਗਈ, ਘਰ ਵਾਲੀ ਤੁਰ ਗਈ, ਆ ਦਿਨ ਨੂੰ ਵੀ ਦੇਖਦੇ ਆ ਢੀਕਦੇ ਆ। ਤਾਂ ਬੜੇ ਮਹਿੰਗੇ ਮੁੱਲ ਤੇ ਰਹਿਮ ਕੀਤਾ ਕੈਨੇਡਾ ਸਰਕਾਰ ਨੇ ਮੇਰੇ ਤੇ, ਹਿਊਮਨਿਟੇਰੀਅਨ ਬੇਸਿਸ ਤੇ ਪੱਕਾ ਹੋਇਆ। ਆ ਹੁਣ ਮੈਂ ਤੇਰੀ ਨਾਲ ਕੀ ਹੁੰਦਾ ਧੀਰਿਆ? ਓਏ ਹੁਣ ਮੈਂ ਤੇਰੀ ਨਾ ਨਹੀਂ ਤੇਰੀਆਂ ਨਾ। ਓਏ ਮਸਲਾ ਮੈਨੂੰ ਰਫੂਜੀ ਤੇ ਨਹੀਂ ਮੰਨਿਆ। ਓਏ ਇੰਨੇ ਸਾਲ ਕੈਨੇਡਾ 'ਚ ਧੱਕੇ ਖਾਣ ਕਰਕੇ ਮਤ ਸਿਖਾ ਲਿਆ, ਇਨਸਾਨੀਅਤ ਤੌਰ ਤੇ ਇਮੀਗ੍ਰੇਸ਼ਨ ਦਿੱਤੀ ਜਾਵੇ। ਸ਼ੁਕਰਿਆ ਰੱਬ ਦਾ, ਓਏ ਤੇਰੀ ਤਪੱਸਿਆ ਕੰਮ ਆ ਗਈ ਧੀਰਿਆ। ਓਏ ਹੁਣ ਤਾਂ ਇੰਜ ਜੀ ਕਰਦਾ ਛੇਤੀ ਤੋਂ ਛੇਤੀ ਸਟੈਂਪ ਲੱਗੇ ਤੇ ਹੱਡ ਰਗੜਦੇ ਆਪਣੇ ਬਾਪ ਨੂੰ ਮਿਲਾ ਜਾ ਕੇ, ਆਪਣੇ ਦੇਸ਼ ਆਪਣੇ ਪਿੰਡ ਦੀਆਂ ਗਲੀਆਂ ਦੀ ਮਿੱਟੀ ਚੁੰਮਾ ਜਾ ਕੇ। ਓਏ ਤੇਰੀ ਮਸੀ ਦਾ ਰੱਬ ਨੇ ਸੁਣੀ ਆ। ਉਹ ਜਾ ਕੇ ਕੋਈ ਚਿੰਮਣ ਵਾਲੀ ਚੀਜ਼ ਟੋੜੀ ਕਿ ਹਾਲੇ ਵੀ ਗਲੀਆਂ ਦੀ ਮਿੱਟੀ ਚੁੰਮੀ ਕਰੇਗਾ। ਭਾਊ ਫਿਕਰ ਕਿਉਂ ਕਰਦਾ ਹੈ? ਪਹਿਲਾਂ ਅੱਜ ਦੀ ਖੁਸ਼ੀ ਤਾਂ ਮਨਾ ਲਈਏ। ਪਹਿਲਾਂ ਅੱਜ ਦੀ ਖੁਸ਼ੀ ਮਨਾ ਲਈਏ। ਧੀਰਿਆ ਬਈ 16 ਸਾਲ ਦੀ ਤਪੱਸਿਆ ਕਿਤੇ ਥੋੜੀ ਹੁੰਦੀ ਆ। 16 ਸਾਲ ਦਾ ਬਨਵਾਸ ਹੀ ਕੱਟਿਆ ਤਾਂ ਕਿਸਮ ਦਾ। ਓਏ ਭਾਊ ਮੇਰੇ ਨਾਲ ਦੇ ਆਏ ਦੇ ਨਿਆਣੇ ਵੀ ਹੁਣ ਤਾਂ 9-9 10-10 ਸਾਲ ਦੇ ਹੋ ਗਏ। ਜੇ ਕਿਤੇ ਮੋੜ ਦਿੰਦੇ ਨਾ ਫੇਰ ਤਾਂ ਖੇਤ ਪਾਈ ਗਧੇ ਵਾਲੀ ਹੋਣੀ ਸੀ, ਨਾ ਕੈਨੇਡਾ ਨੇ ਝੱਲਣਾ ਸੀ ਨਾ ਇੰਡੀਆ ਨੇ। ਉਹ ਚੱਲ ਹੁਣ ਜਾ ਕੇ ਲੇਟ ਕੱਢ ਲਈ ਤੂੰ। ਹੁਣ ਤਾਂ ਭਾਊ ਮੈਨੂੰ ਦੁਨੀਆ ਹੀ ਬਦਲ ਗਈ ਲੱਗਦੀ ਆ, ਕੈਨੇਡਾ ਵੀ ਵੱਖਰਾ ਹੀ ਦਿਖਦਾ। ਯਾਰ ਤੂੰ ਕੈਨੇਡਾ ਦੀ ਗੱਲ ਕਰਦਾ ਧੀਰਿਆ, ਓਏ ਮੈਨੂੰ ਤੇ ਅੱਜ ਕੱਲ੍ਹ ਬਿਨਾਂ ਹੀ ਗਲਾਸ ਤੋਂ ਸ਼ਰਾਬ ਵੀ ਬਹੁਤ ਬਦਲ ਗਈ ਲੱਗਦੀ ਆ। ਓਏ ਕਰੰਟੀਆਂ ਮਾਰਦੀ ਬੋਤਲ ਚੋਈ, ਏਦਾਂ ਲੁੱਚੀਆਂ ਚੰਡੀਆਂ ਵੜਦੀ ਆ। ਉਹ ਤੇਰਾ ਭਲਾ ਹੋ ਜੇ, ਉਹ ਵੇਖੀ ਕਿਤੇ ਉਹੀ ਗੱਲ ਨਾ ਹੋਈ ਹੋਵੇ। ਕਿਹੜੀ ਧੀਰਿਆ? ਉਹ ਕਿਤੇ ਭਰਜਾਈ ਨਾ ਬੜੀ ਹੋਵੇ ਬੋਤਲ 'ਚ। ਚਾਲਾ ਹੋਵੇ ਤਾਂ ਉਹ ਧੀਰਿਆ, ਓਏ ਤੇਰੀ ਭਰਜਾਈ ਵੀ ਆਊਗੀ ਕਦੇ, ਜੇ ਰੱਬ ਦੀ ਕਿਰਪਾ ਰਹੀ ਨਾ ਉਹ ਜ਼ਰੂਰ ਆਊਗੀ। ਯਾਰ ਧੀਰਿਆ 2 ਮਹੀਨੇ ਹੋ ਗਏ ਸੁਣਵਾਈ ਹੋਈ, ਹਾਲੇ ਤਾਂ ਇਮੀਗ੍ਰੇਸ਼ਨ ਵਾਲਿਆਂ ਦਾ ਕੋਈ ਜਵਾਬ ਨਹੀਂ ਆਇਆ। ਓਏ ਭਾਊ ਪੈਗ ਲਾਉਨੇ ਆ ਪੈਗ। ਚਲੋ ਅੱਜ ਇਹੀ ਖੁਸ਼ੀ ਮਨਾਉਨੇ ਆ ਵੀ ਇੱਕ ਜਾਣੇ ਦੀ ਤਾਂ ਸੁਣੀ ਗਈ, ਕਿਉਂ ਐਵੇਂ ਮਨ ਖਰਾਬ ਕਰਦਾ? ਧੀਰਿਆ ਦੱਸ ਜਾ ਕਿਉਂ ਹੋ ਗਿਆ ਤੂੰ? ਭਾਊ ਤੇਰੀ ਵੀ ਚਿੱਠੀ ਆਈ ਹੈ ਅੱਜ। ਇਮੀਗ੍ਰੇਸ਼ਨ ਦੀ? ਹਾਂ ਭਾਊ। ਉਹ ਯਾਰ ਮੈਨੂੰ ਕਿਹੜਾ ਪੜ੍ਹਨੀ ਆਉਂਦੀ ਆ, ਆ ਪੜ੍ਹ ਕੇ ਦੱਸ ਤਾਂ ਕੀ ਲਿਖਿਆ? ਤੇਰਾ ਕੇਸ ਫੇਲ ਹੋ ਗਿਆ ਯਾਰ। ਹੈਂ? ਕੇਸ ਫੇਲ ਹੋ ਗਿਆ? ਪਰ ਧੀਰਿਆ ਕਿਉਂ? ਉਹ ਕਹਿੰਦੇ ਤੇਰਾ ਕੇਸ ਝੂਠਾ ਹੈ ਤੇ ਆ ਸੱਟਾਂ ਦੇ ਨਿਸ਼ਾਨ ਵੀ ਤੂੰ ਆਪ ਹੀ ਲਾਏ ਸੀ। ਧੀਰਿਆ ਕੀ ਬਣੂਗਾ ਹੁਣ? ਕਿਤੇ 420 ਦਾ ਕੇਸ ਹੀ ਨਾ ਪਾਉਂਦੇ ਹੁਣ। ਭਾਊ ਕੇਸ ਤਾਂ ਨਹੀਂ ਪਾਉਂਦੇ ਪਰ ਵਾਪਸ ਜ਼ਰੂਰ ਭੇਜਣਗੇ। ਉਹ ਯਾਰ ਮੈਂ ਤੇ ਲੁੱਟਿਆ ਜਾਊਂਗਾ। ਕੋਈ ਜਿਹੜੇ ਪੈਸੇ ਕੋਲ ਸੀ ਉਹ ਪਿੰਡ ਕੋਠੀ ਤੇ ਲਾਤੇ ਤੇ ਜਾ ਆ ਵਕੀਲਾਂ ਦੇ ਢਿੱਡ ਭਰਤੇ। ਓਏ ਮੇਰੇ ਕੋਲ ਤੇ ਹੁਣ ਚੁਣਕਣਾ ਨਹੀਂ ਬਚਿਆ, ਉਹ ਮੈਂ ਖਾਲੀ ਹੱਥ ਜਾ ਕੇ ਕੀ ਕਰੂੰਗਾ? ਓਏ ਭਾਊ ਇੱਕ ਆਸ ਬਾਕੀ ਹੈਗੀ ਆ, ਜੇ ਮੰਨੇ ਤਾਂ। ਉਹ ਛੇਤੀ ਦੱਸ ਧੀਰਿਆ, ਛੇਤੀ ਦੱਸ, ਮੈਂ ਕੁਝ ਵੀ ਕਰਨ ਲਈ ਤਿਆਰ ਆ। ਭਾਊ ਮੈਂ ਮੰਨਦਾ ਤਾਂ ਨਹੀਂ ਸੀ ਪਰ ਹੁਣ ਤੇ ਪ੍ਰਤੱਖ ਹੋ ਗਿਆ ਤੇਰੇ ਸਾਹਮਣੇ। ਕੀ ਬੁਝਾਰਤਾਂ ਨਹੀਂ ਪਾਈ ਜਾਂਦਾ? ਸੱਚ ਸੱਚ ਦੱਸ ਕੀ ਗੱਲ ਹੈ? ਭਾਊ ਮੈਂ ਤੇ ਤੋਂ ਲੁਕੋ ਰੱਖਿਆ ਸੀ ਯਾਰ, ਮੈਨੂੰ ਕਿਸੇ ਨੇ ਇੱਕ ਸਿਆਣੇ ਦੀ ਦੱਸ ਪਾਈ ਸੀ। ਫੇਰ ਤੇਰੇ ਸਾਹਮਣੇ ਆ, ਪ੍ਰਤੱਖ ਨੂੰ ਵੀ ਪ੍ਰਮਾਣ ਦੀ ਲੋੜ ਆ। ਇਮੀਗ੍ਰੇਸ਼ਨ ਮੈਨੂੰ ਉਹਦੇ ਤਵੀਤ ਨਾਲ ਹੀ ਮਿਲੀ ਆ। ਅੱਛਾ ਫਿਰ ਬਾਬੇ ਨੇ ਤੇਰੀ ਕਮਿਊਨਿਟੀ ਮੰਗ ਕੇ ਰੱਖਦੀ ਹੈ? ਓਏ ਭਾਊ ਬਾਬਿਆਂ ਨੂੰ ਇਦਾਂ ਨਹੀਂ ਬੋਲੀਦਾ ਹੁੰਦਾ। ਓਏ ਯਾਰ ਧੀਰਿਆ, ਓਏ ਮੈਨੂੰ ਵੀ ਲੈ ਚੱਲ ਬਾਬੇ ਕੋਲ, ਸ਼ਾਇਦ ਮੇਰਾ ਵੀ ਬੇੜਾ ਪਾਰ ਲਾ ਦੇਵੇ।
ਓਏ ਬੇੜਾ ਦਾ ਭਾਰ ਲਾ ਦੂ ਪਰ ਲਾਲਚੀ ਬਹੁਤ ਆ। ਕਿੰਨਾ ਕੁ? ਓਏ ਤੂੰ ਪਹਿਲਾਂ ਪੈਗ ਲਾ। ਓ ਯਾਰ ਪੈਗ ਦਾ ਮਾਟੂਆ, ਤੂੰ ਇਹ ਦੱਸ ਬਾਬਾ ਫੀਸ ਕਿੰਨੀ ਲੈਂਦਾ? ਫੀਸ ਮੈਥੋਂ ਤਾਂ ਲੈ ਗਿਆ ਸੀ $500। $500? ਚੱਲ ਯਾਰ, ਉਹ ਜਿੱਥੇ ਅੱਗੇ ਇੰਨੇ ਵਕੀਲਾਂ ਨੂੰ ਦਿੱਤੇ ਆ ਉੱਥੇ 500 ਹੋਰ ਸਹੀ, ਜੇ ਕੰਮ ਬਣ ਜਵੇ ਤਾਂ। ਆ 2000 ਲਿਆ ਸੀ ਮੈਂ ਬੈਂਕ ਚੋਂ ਕਢਾ ਕੇ ਪਿੰਡ ਨੂੰ ਭੇਜਣ ਲਈ, ਉਹਦੇ ਚੋਂ ਦੇ ਦੇਣਗੇ। ਚੰਗਾ ਫਿਰ ਮੈਂ ਕਰਦਾ ਫੋਨ। ਹਾਂ ਛੇਤੀ ਕਰ, ਪਰ ਦੇਖੀ ਨਹੀਂ ਰਿਹਾ ਕਿਤੇ ਠੱਗੀ ਨਾ ਵੱਜਦੀ ਹੋਵੇ। ਓਏ ਇਸ ਤਰ੍ਹਾਂ ਕਿਵੇਂ ਠੱਗੀ ਵੱਜ ਜੂ ਭਾਊ? ਉਹ ਤੂੰ ਆਪੇ ਹੀ ਤੇ ਯਾਰ ਮੱਤਾਂ ਦਿੰਦਾ ਹੁੰਦਾ ਆ। ਕੀ ਕਹਿੰਦਾ ਹੁੰਦਾ ਆ ਔਰਤਾਂ ਪਹਿਲਾਂ ਹੀ ਕਹਿੰਦੀ ਪੁੱਤ ਨਾ ਹੋਣ ਕਰਕੇ ਦੁਖੀ ਹੁੰਦੀਆਂ, ਤੇ ਉਤੋਂ ਆ ਬਾਬੇ ਨਕਲੀ ਕੁੜੀਆਂ ਦੇ ਦੇ ਕੇ ਬੇੜਾ ਗਰਕ ਕਰਨ ਲੱਗੇ ਹੋਏ ਆ ਕੀ ਕਹਿੰਦਾ ਹੁਣ ਔਰਤਾਂ ਦਾ ਕਰੀ ਜਾਂਦੇ ਆ ਸ਼ੋਸ਼ਣ। ਆ ਵੇਖੀ, ਹਾਂ ਹਾਈ ਆ ਵੇਖੀ ਕਿਤੇ ਔਰਤਾਂ ਵਾਂਗੂ ਮੇਰਾ ਬਣਾ ਕਰਾ ਲਈ। ਇੱਕ ਮਿੰਟ ਭਾਊ, ਇੱਕ ਮਿੰਟ, ਫੋਨ ਮਿਲ ਗਿਆ। ਹੈਲੋ ਹੈਲੋ ਬਾਬਾ ਜੀ, ਮੈਂ ਰਣਧੀਰ ਸਿੰਘ ਬੋਲਦਾ ਬਰੰਪਟਨ ਤੋਂ। ਉਤੋਂ ਤਵੀਤ ਲਿਆ ਸੀ ਬਾਬਾ ਜੀ ਇਮੀਗ੍ਰੇਸ਼ਨ ਵਾਸਤੇ, ਯਾਦ ਆ ਤੁਹਾਨੂੰ? ਹਾਂਜੀ ਹਾਂਜੀ। ਉਹ ਨਹੀਂ ਬਾਬਾ ਜੀ, ਮੈਨੂੰ ਤਾਂ ਇਮੀਗ੍ਰੇਸ਼ਨ ਮਿਲ ਗਈ। ਉਹ ਮੇਰੇ ਦੋਸਤ ਵਾਸਤੇ ਇੱਕ ਤਵੀਤ ਹੋਰ ਚਾਹੀਦਾ। ਹਾਂਜੀ ਹਾਂਜੀ। ਨਾ ਹੁਣ ਕੀ ਤਵੀਤ ਦਾ ਮੁੱਲ ਮਹਿੰਗਾ ਹੋ ਗਿਆ ਜਾਂ ਮੰਤਰ ਦਾ ਮੁੱਲ ਵੱਧ ਗਿਆ? ਕਿੰਨਾ ਕੁ ਬਾਬਾ ਜੀ? $1000? ਨਹੀਂ ਬਾਬਾ ਜੀ, ਇਹ ਤਾਂ ਬਹੁਤ ਮਹਿੰਗਾ। ਬਾਬਾ ਜੀ ਬਹੁਤ ਮਹਿੰਗਾ, ਥੋੜਾ ਜਿਹਾ ਘੱਟ ਕਰ ਲਓ। ਨਹੀਂ, ਉਹ ਵੀਜ਼ਾ ਵੀ ਤਾਂ ਆਪ ਹੀ ਲਾਉਣਾ ਪੈਣਾ। ਵੀਜ਼ਾ ਮਾਰ ਮੱਥੀ ਦੇਖੀ ਜਾਊਗਾ। ਚੱਲ ਬਾਬਾ ਜੀ ਆਉਣੇ ਆ, ਫਿਰ ਅਸੀਂ ਹੁਣੀ ਆਉਣੇ ਆ। ਹੋਰ ਕੀ ਬਾਬਾ ਜੀ? ਹਾਂਜੀ ਅੱਛਾ ਅੱਛਾ, ਪਰ ਕਿਉਂ? ਅੱਛਾ ਅੱਛਾ ਠੀਕ ਹੈ ਜੀ, ਜਿਵੇਂ ਤੁਸੀਂ ਕਹੋਗੇ ਉਵੇਂ ਹੀ ਕਰਾਂਗੇ। ਹਾਂਜੀ ਚਲੋ ਫਿਰ ਅਸੀਂ ਆਉਣੇ ਆ ਹੁਣੀ। ਬਾਬੇ ਅੱਜ ਕੱਲ੍ਹ ਲਾਲਚੀ ਬਹੁਤ ਹੋ ਗਿਆ ਭਾਉ। ਚੱਲਦੀ ਰਿਹਾ, ਜੇ ਤੂੰ ਹਾਂ ਕਰੇ ਦਿੱਤੀ ਆ ਨਾ ਤੇ ਦੇਖੀ ਜਾਊ। ਚੱਲ ਚਲੀਏ। ਉਹ ਭਾਊ ਥੋੜਾ ਪਾਉ ਕਰਨਾ ਪੈਣਾ ਯਾਰ। ਉਹ ਬਾਹੂ ਕੀ ਕਰਨਾ ਪੈਣਾ ਹੁਣ? ਉਹ ਕਹਿੰਦਾ ਦੁਖੀ ਆਤਮਾ ਪੁੱਠਾ ਕੱਛਾ, ਪੁੱਠੀ ਬਨੈਣ, ਪੁੱਠੀ ਪੈਂਟ ਸ਼ਰਟ ਤੇ ਪੁੱਠੀ ਜੁੱਤੀ, ਸਿਰ ਤੇ ਪੁੱਠੀ ਟੋਪੀ ਲੈ ਕੇ ਆਵੇ। ਉਹ ਕਹਿੰਦਾ ਜੇ ਕਿਸਮਤ ਨੂੰ ਪੁੱਠਾ ਗੇੜਾ ਦੇਣਾ ਹੈ ਤਾਂ ਪੁੱਠੇ ਕੰਮ ਕਰਨੇ ਪੈਣੇ ਆ। ਜਾਂਦੀ ਰਿਹਾ, ਮੈਨੂੰ ਤੇ ਸ਼ਰਮ ਆਊ ਜੇ ਆ ਲੋਕਾਂ ਨੇ ਦੇਖ ਲਿਆ ਨਾ। ਓਏ ਭਾਊ ਸ਼ਰਮ ਕਾਦੀ, ਤੇਰੇ ਕਾਲੀਆਂ ਐਨਕਾਂ ਲਵਾ ਦੇਾਂਗੇ। ਆ ਤੀਰਥ ਦਿਓਲ ਵਾਲੀ ਮੰਗ ਲਾਂਗੇ, ਉਹ ਕਾਲੀ ਸ਼ੀਸ਼ਿਆਂ ਵਾਲੀ, ਉਹ ਚ ਲੈ ਜੂ ਬਿਠਾ ਕੇ। ਕੱਲ ਯਾਰ ਜੇ ਤੂੰ ਕਹਿੰਦਾ ਮੈਂ ਪਾ ਨਾ ਕੱਪੜੇ ਬਦਲ ਕੇ ਆ ਸੇਰੀ। ਤੈਨੂੰ ਪਤਾ ਕੱਪੜੇ ਬਦਲੇ ਤੇ ਆਪੇ ਕੋਲ ਟਾਈਮ ਹੈ ਨਹੀਂ, ਮਸਾ ਅਪਾਇੰਟਮੈਂਟ ਲਈ ਆ। ਜਾਂ ਫਿਰ ਬਦਲ ਨੂੰ ਤਾਂ ਟਾਈਮ ਲੱਗੂਗਾ ਹੀ ਨਾ। ਓਏ ਛੇਤੀ ਕਰ ਲਾ ਥੋੜਾ ਜਿਹਾ, ਉੱਥੇ ਤਾਂ ਪੂਰੀਆਂ ਲੈਣ ਲਾਈ ਬੈਠੀਆਂ ਰਹਿੰਦੀਆਂ। $500 ਤਾਂ ਐਂ ਦੇ ਆਉਂਦੇ ਘਰਦਿਆਂ ਤੋਂ ਚੋਰੀ। ਉਹ ਮੈਂ ਹੁਣ ਕੱਪੜੇ ਰੋਕਣੇ ਆਉਂਗਾ, ਪਾ ਕੇ ਆਉਂਗਾ। ਕਦੇ ਕਹਿਣਗੇ ਮੇਰੇ ਘਰ ਵਾਲਾ ਮੇਰੇ ਵੱਸ ਨੂੰ, ਉਹ ਸੱਸ ਮੇਰੇ ਨਾਲ ਲੜਦੀ ਰਹਿੰਦੀ ਆ। ਇਹੋ ਜਿਹੇ ਸਵਾਲ ਪੁੱਛਦੀ ਆ ਬਾਬੇ ਤੋਂ। ਉਹਦਾ ਚੰਗਾ ਮੇਰੇ ਨਾਲ ਪਹਿਲਾਂ ਟੈਕਸੀ ਚਲਾਉਂਦਾ ਸੀ, ਤਾਂ ਕਰਕੇ ਮੈਨੂੰ ਟਾਈਮ ਦੇਦਾ। ਛੇਤੀ ਕਰ ਲੈ ਛੇਤੀ। ਉਹ ਬਾਬਾ ਮੇਰੀ ਵੀ ਨਹੀਂ ਮੰਨਣੀ, ਫਿਰ ਉਹ ਟੈਕਸੀ ਟੂਕਸੀ ਭੁੱਲ ਜਾਣੀ ਹੈ। ਓ ਯਾਰ ਮੈਂ ਆ ਜਾਣਾ ਯਾਰ, ਹੁਣ ਪਾ ਕੇ ਆਉਂਗਾ ਕਿ ਤੇਰੀ ਆ ਜਾਣਾ। ਆ ਕੇ ਤਾਂ ਆਉਣਾ ਹੀ ਪੈਣਾ, ਨਹੀਂ ਤਾਂ ਫਿਰ ਕੰਮ ਨਹੀਂ ਕਰਨਾ ਆ ਬਾਬੇ ਨੇ। ਧੀਰਿਆ ਕਦਮ ਵੀ ਨਾ ਰਾਹ 'ਚ ਹੀ ਲਾ ਲੈਣੇ ਜਾਂਦੇ, ਲੱਗਦੇ ਨਹੀਂ ਪੁੱਠੇ। ਭਾਊ ਕੋਈ ਕੱਚਾ ਬਨੈਣ ਵੀ ਪੁੱਠੇ ਆ। ਲੈ ਹੁਣ ਪੈਂਟ ਲਾ ਕੇ ਦਿਖਾ। ਆਪੇ ਦੇਖ ਲੈਣਾ ਬਾਬੇ ਨੇ ਯਾਰ। ਚੱਲ ਹੁਣ ਚੱਲੀਏ, ਇਹ ਬਹਿ ਗਿਆ। ਚੱਲ ਹੁਣ ਚੱਲੀਏ, ਫੇਰ ਬਹਿ ਗਿਆ ਯਾਰ। ਉਹ ਬੈਠਾ ਨਹੀਂ ਭਾਊ, ਕੀ ਸੋਚਣ ਲੱਗ ਪਿਆ? ਮੈਂ ਵੇਖਦਾ ਤਾਂ ਦੁੱਖਾਂ 'ਚ ਫਸਿਆ ਬੰਦਾ ਕਿੰਨਾ ਬੁੱਧੀਹੀਨ ਹੋ ਜਾਂਦਾ। ਕੁਝ ਨਹੀਂ ਗੱਲ ਨੂੰ ਤਿਆਰ ਹੋ ਜਾਂਦਾ। ਬਾਬਿਆਂ ਕੋਲੋਂ ਲੁੱਟ ਖੋਹ ਕਰ ਪੈਂਦਾ ਆਪਣੇ ਆਪ ਹੀ। ਉਹ ਤੂੰ ਆਪੇ ਹੀ ਤੇ ਕਹਿੰਦਾ ਸੀ ਵੀ ਬਾਬਾ ਬਹੁਤ ਕਰਨੀ ਵਾਲਾ ਆ।
ਸਿੱਧੀਆਂ ਪਾਉਂਦਾ ਆ। ਓਏ ਭਾਊ ਤੇਰੀਆਂ ਤਾਂ ਪਹਿਲਾਂ ਹੀ ਸਿੱਧੀਆਂ ਪਈਆਂ। ਕੀ ਮਤਲਬ? ਓਏ ਮਤਲਬ ਤੇਰਾ ਕੇਸ ਮਨਜ਼ੂਰ ਹੋ ਗਿਆ। ਹਾਂ ਹੋ ਗਈ ਤੈਨੂੰ। ਜੀ ਜਰਾ ਬੇਬੂ ਬਣਾ ਛੱਡਿਆ ਕੱਪੜੇ ਪਾਉਣ ਵਾਲੇ। ਆ ਬਾਬੇ ਬਣਾਉਂਦੇ ਆ, ਮੈਂ ਕੀ ਬਣਾਉਣਾ ਸੀ? ਬਈ ਧੀਰਿਆ ਅੱਜ ਤੇ ਨਾ ਮੈਂ ਦੁੱਖ ਕੱਟੇ ਗਏ। ਦੋ ਚੀਰਾਂ ਇਕੱਠੀਆਂ ਹੋਣਗੀਆਂ। ਆਹ ਪੈਗ ਬਣਾ ਕੇ ਰੱਖੇ ਹੋਇਆ। ਅੱਜ ਤਾਂ ਨਾ ਅੱਜ ਬਣਿਆ ਹੀ ਸੱਚਾ ਰੰਗ ਅਸਲੀ ਕੈਨੇਡੀਅਨ। अंदर उदास चेहरिया उत्ते रास खिलदिया अंदर थली दिखदी कणी वांगर खुशी दा छिंज आउंदा है तां धरती झूमदी दिसदी ते अंबर गीत गाउंदा है ते अंबर गीत गाउंदा है ते अंबर गीत गाउंदा है ते अंबर गीत गाउंदा है। ਲੈ ਬਈ ਸੋਨੂੰ ਪੁੱਤਰਾ ਆ ਹੀ ਆਪਣਾ ਇੱਥੇ ਕੈਨੇਡਾ ਵਾਲਾ ਘਰ। ਜਿਹੜੀ ਆ ਘਰ ਆ ਇਸ ਤੋਂ ਵੱਡਾ ਤੇ ਪਿੰਡ ਆਪਣੇ ਮੱਝਾਂ ਦਾ ਕੋਠਾ ਕੀ ਆ ਮੇਰੇ ਜਿਹੜਾ ਕਮਰਾ। ਵੇ ਪਹਿਲਾਂ ਜੁੱਤੀ ਦਾ ਲਾ ਲਾ ਫਿਰ ਨੌਕਸ ਵੀ ਕੱਢ ਲਈ। ਓਏ ਮਹਿੰਗੇ ਪਤਾ ਕਿੰਨੇ ਆ ਘਰ। ਕੋਈ ਨਾਲੇ ਆਹਾ ਹੀ ਨਹੀਂ ਕਮਰਾ। ਆ ਜਾ ਅੱਗੇ ਕਮਰੇ ਹੋਰ ਵੀ ਹੈਗੇ ਆ ਉਹ ਵੀ ਦੇਖ ਆ। ਆਹੋ ਆ ਬੈਡਰੂਮ ਇੱਧਰ ਆ। ਆਉਂਦਾ ਹੀ ਲੱਪਿਆ ਗੱਲ ਹੈ। ਲੈ ਵੀ ਭਜਨ ਕੋਰੇ ਤੁਸੀਂ ਹੁਣ ਆ ਗਏ ਆ ਤੇ ਆਪਣੀ ਕਜਾ ਕੱਟੀ ਗਈ। ਹੁਣ ਆਪਾਂ ਦੱਬ ਕੇ ਕੰਮ ਕਰਾਂਗੇ ਤੇ ਜੋ ਮਰਜ਼ੀ ਬਣਾ ਲਈਏ। ਉਹ ਤਾਂ ਚਲੋ ਜੀ ਠੀਕ ਆ ਜਿੱਦਾਂ ਦਾ ਰਿਵਾਜ ਹੋਇਆ ਪਰ ਤੁਹਾਡਾ ਇੱਥੇ ਸਾਹ ਨਹੀਂ ਘੁੱਟਦਾ। ਲਾ ਇਹਦੇ ਚ ਸਾਹ ਘੁੱਟਣ ਵਾਲੀ ਕਿਹੜੀ ਗੱਲ ਆ? ਆ ਇੰਨਾ ਸਾਫ ਸੁਥਰਾ ਅਪਾਰਟਮੈਂਟ ਆ ਨਾਲੇ ਉੱਤੇ ਤੇ ਹਵਾ ਵੀ ਲੱਗਦੀ ਆ। ਜੀ ਉਹ ਤਾਂ ਠੀਕ ਆ ਪਰ ਆਪਾਂ ਪਿੰਡ ਕੋਠੀ ਪਾਉਣ ਨਾਲੋਂ ਜੇ ਇੱਥੇ 2 ਮਰਲੇ ਲੈ ਕੇ ਮਕਾਨ ਪਾ ਲੈਂਦੇ ਤਾਂ ਠੀਕ ਨਹੀਂ ਸੀ। ਇਹ ਕੈਨੇਡਾ ਆ ਇੰਡੀਆ ਨਹੀਂ। ਉਹ ਜਿੱਥੇ 2 ਮਰਲੇ ਜਗ੍ਹਾ ਲਈ ਤੇ ਜੋ ਜੀ ਕੀਤਾ ਵਿੱਚ ਖੜਾ ਕਰ ਲਿਆ। ਓਏ ਇੱਥੇ ਸਰਕਾਰੀ ਸਕੀਮਾਂ ਨਾਲ ਕੰਮ ਚੱਲਦੇ ਆ। ਉਹ ਨਾਲੇ ਇੱਥੇ ਘਰ ਪਾਏ ਦਾ ਕਿਸੇ ਨੂੰ ਕੋਈ ਨਹੀਂ। ਪਰ ਆਪਾਂ ਜਿਹੜੀ ਇੰਡੀਆ ਕੋਠੀ ਪਾਈ ਆ ਨਾ ਉਹਨੇ ਪੰਜਾਬ 'ਚ ਨਾਂ ਵੀ ਬਣਾ ਕੇ ਰੱਖਤਾ ਨਾ ਕਿਹੜਾ। ਨਾ ਤਾਂ ਜੀ ਬਣਾਤਾ ਪਰ ਹੁਣ ਆਪਾਂ ਸਾਰੇ ਇੱਥੇ ਆ ਗਏ ਆ। ਤੁਹਾਡਾ ਕੋਠੀ ਉਤਲਾ ਜਹਾਜ਼ ਵੀ ਡੈਕ ਪਊ ਬੱਚੇ ਵੀ ਲੈ ਕੇ ਕੋਠੀ ਦੇ ਛੱਤਾਂ ਵਾਂਗੂ। ਓਏ ਨਹੀਂ ਡਿੱਗਣ ਦਿੰਦੇ ਭਜਨ ਕੋਰੇ ਨਹੀਂ ਡਿੱਗਣ ਦਿੰਦੇ। ਆਪਾਂ 5-4 ਸਾਲ ਕੰਮ ਕਰਨਾ ਇੱਥੇ ਤੇ ਵਾਪਸ ਇੰਡੀਆ ਚੱਲ ਜਾਣਾ। ਉਹ ਇੱਥੇ ਕੀ ਆ? ਇੱਥੇ ਕੋਈ ਕਿਸੇ ਦੀ ਬਾਤ ਨਹੀਂ ਪੁੱਛਦਾ। ਆ ਵੇਖ ਲਈ ਤੇਰੇ ਭਰਾ ਭਰਜਾਈ ਨੇ ਇੱਕ ਵਾਰੀ ਆਉਣਾ ਤੇ ਮੂੰਹ ਦਿਖਾ ਜਾਣਾ। ਲੈ ਮੁੜ ਕੇ ਪਿੱਛੂ ਪੈ ਜਾਣੇ ਆ ਵੀ ਕੋਈ ਬਗਾਰ ਹੀ ਨਾ ਪਾ ਦੇਣ। ਗੱਲ ਤਾਂ ਜੀ ਹੁਣ ਉੱਥੇ ਵੀ ਨਹੀਂ ਕੋਈ ਪੁੱਛਦਾ। ਲੋਕੀ ਏਦਾਂ ਹੀ ਸਮਝਦੇ ਆ ਵੀ ਕੈਨੇਡਾ 'ਚ ਪਤਾ ਨਹੀਂ ਝਾੜੂ ਲੈ ਕੇ ਪੈਸੇ ਇਕੱਠੇ ਕਰੀ ਜਾਂਦੇ ਆ। ਜਦੋਂ ਦੀ ਆਪਾਂ ਪਿੰਡ ਕੋਠੀ ਪਾਈ ਆ ਨਹੀਂ ਜੀ ਤੁਹਾਡੀਆਂ ਭੈਣਾਂ ਵੀ ਗੇੜੇ ਤੇ ਗੇੜਾ ਮਾਰਦੀਆਂ ਆ ਤੇ ਕਦੇ ਆਖਦੀਆਂ ਮੈਂ ਹੀ ਢਿੱਕਾ ਪਾਉਣੀ ਆ ਨਹੀਂ ਤਾਂ ਤੁਸੀਂ ਤਾਂ ਉਹਨਾਂ ਦੇ ਨਿਆਣੇ ਕਦੋਂ ਦੇ ਕੈਨੇਡਾ ਸੱਦ ਲੈਣੇ ਸੀ। ਉਹ ਪਤਾ ਨਹੀਂ ਲੋਕਾਂ ਦੀ ਮੱਤ ਨੂੰ ਉੱਥੇ ਕੀ ਹੋਇਆ ਆ। ਉਹ ਏਦਾਂ ਹੀ ਸੋਚ ਲੈਂਦੇ ਆ ਉਹ ਜਿਹੜਾ ਵੀ ਕੈਨੇਡਾ ਚਲਾ ਗਿਆ ਜਾ ਕੇ ਇਮੀਗ੍ਰੇਸ਼ਨ ਮਿਨਿਸਟਰ ਹੀ ਲੱਗ ਗਿਆ। ਓਏ ਅਸੀਂ ਤੇ ਆਪ ਮਸੀਂ ਪਾਕਿਸਤਾਨ ਨਾਲ ਪੱਕੇ ਹੋਏ ਆ। ਉਹ ਤਾਂ ਚਲੋ ਜੀ ਠੀਕ ਆ ਪਰ ਜੀ ਉਹ ਹਨਾ ਜਿਹੜੇ ਤੁਸੀਂ ਉੱਤੀ ਦੂਰੋਂ ਆਏ ਆ ਹਨਾ 에어ਪੋਰਟ ਤੇ ਫਿਰ ਮੇਰੇ ਭਰਾ ਭਰਜਾਈ ਸਾਨੂੰ ਲੈਣ ਕਿਉਂ ਨਹੀਂ ਆਏ? ਓਏ 4 ਦਿਨ ਠਹਿਰ ਜਾ ਭਜਨ ਕੋਰੇ ਠਹਿਰ ਜਾ 4 ਦਿਨ। ਆ ਤੈਨੂੰ ਆਪੇ ਹੀ ਪਤਾ ਲੱਗ ਜਾਣਾ ਆ ਕੈਨੇਡਾ 'ਚ ਰਸਤਿਆਂ ਦੀਆਂ ਤੰਦਾਂ ਕਿੰਨੀਆਂ ਕੁ ਪੱਕੀਆਂ ਹੁੰਦੀਆਂ। ਨਾ ਦੇਸ਼ ਨਮੋਹਾ ਨਾ ਲਹੂ ਸਫੈਦ ਹੋਇਆ ਆਪਣੇ ਹੀ ਜਾਲ ਅੰਦਰ ਬੰਦਾ ਹੈ ਕੈਦ ਹੋਇਆ ਬੰਦਾ ਹੈ ਕੈਦ ਹੋਇਆ ਹਾਂ ਭੈਣ ਹੋਰ ਸੁਣਾ ਕਿੱਦਾਂ? ਬਸ ਭੈਣ ਜੀ ਹੁਣ
ਭੈਣੇ ਜੋਬਾਂ ਕਿੱਥੇ ਛੱਡਦੀਆਂ ਬੰਦੇ ਨੂੰ। ਉਹੀ ਤੇ ਗੱਲ ਆ ਭੈਣ ਜੀ, 20 ਸਾਲ ਹੋ ਗਏ ਫੈਕਟਰੀਆਂ 'ਚ ਧੱਕੇ ਖਾਂਦੀਆਂ। ਹੋਰ ਕੀ ਭੈਣਾ ਫੇਰ? ਮੈਂ ਕੀ ਦੱਸਾਂ ਭੈਣ, ਹੁਣ ਤੇ ਵੱਡੀ ਰੂਹ ਨਹੀਂ ਕਰਦੀ ਕੰਮ ਤੇ ਜਾਣ ਨੂੰ। ਭੈਣ ਤੈਨੂੰ ਗੱਲ ਦੱਸਾਂ, ਦੱਸੋ ਭੈਣ ਜੀ। ਪਰ ਰਹਿਣ ਤੇ ਤੂੰ ਗਾਂਹ ਕਰ ਦੇਣੀ। ਲੈ ਭੈਣ ਜੀ, ਮੈਂ ਕਦੀ ਕੀਤੀ ਹੈ ਤੁਹਾਡੀ ਕੋਈ ਗੱਲ? ਚੱਲ ਏਦਾਂ ਕਰ, ਸਹੁੰ ਖਾ ਕੇ। ਲੈ ਸਹੁੰ ਤੇਰੀ ਭੈਣ ਮੈਨੂੰ। ਤੇ ਮੇਰੀ ਭਤੀਜੀ ਆਈ ਸੀ ਨਾ ਨਵੀਂ ਵਿਆਹ ਕਰਵਾ ਕੇ, ਹਾਂਜੀ। ਵੀ ਉਹਨੇ ਸਾਲ ਖੰਡ ਕੀਤਾ ਹੋਣਾ ਕੰਮ ਕਿਤੇ। ਅੱਛਾ। ਹੁਣ ਤਾਂ ਵਿਹਲੀ ਬੈਠੀ ਰਹਿੰਦੀ, ਪੈਸੇ 'ਚ ਖੇਡਦੀ ਆ। ਪਰ ਉਹ ਕਿਵੇਂ ਭੈਣ ਜੀ? ਇੰਸ਼ੋਰੈਂਸ ਤੇ ਬੈਠੀ ਆ। ਇੰਸ਼ੋਰੈਂਸ ਤੇ? ਨਹੀਂ ਆਉਗੀ ਹੁੰਦੀ ਅੱਗ ਲੱਗੀ। ਭੈਣ ਜੀ, ਇੰਸ਼ੋਰੈਂਸ ਵਾਲੇ ਇੰਨੇ ਸੌਖੇ ਪੈਸੇ ਦਿੰਦੇ ਨਹੀਂ। ਨਹੀਂ ਤੇਰੇ ਵਰਗੀਆਂ ਸਿੱਧਰੀਆਂ ਨੂੰ ਨਹੀਂ ਦਿੰਦੇ। ਉਹ ਤਾਂ ਕਈ ਵਾਰੀ ਲਈ ਬੈਠੀ ਆ, ਚਾਹ ਪੂਰਾਂ ਨੂੰ ਵੀ ਦਵਾਈ ਫਿਰਦੀ ਆ। ਪਰ ਕਿੱਦਾਂ ਭੈਣ ਜੀ? ਨਹੀਂ ਪਤਾ ਨਹੀਂ ਕਿੱਦਾਂ ਕਾਰ ਦਾ ਐਕਸੀਡੈਂਟ ਕਰਵਾਉਂਦੀ ਆ, ਆਪਣੇ ਭੈਣ ਭਰਾ ਵੀ ਪਿੱਛੇ ਬਿਠਾ ਲੈਂਦੀ ਆ ਤੇ ਆਪ ਵੀ ਪੈਸੇ ਲਈ ਜਾਂਦੀ ਆ, ਮੈਨੂੰ ਵੀ ਦਵਾਈ ਫਿਰਦੀ ਆ। ਪਰ ਭੈਣ ਜੀ, ਇਸੇ ਕਰਕੇ ਤੇ ਪ੍ਰਾਈਵੇਟ ਚ ਕਾਰ ਦੀ ਇੰਸ਼ੋਰੈਂਸ ਨਹੀਂ ਹੁੰਦੀ। ਤੇ ਉਹ ਵੀ ਕਿੰਨੇ ਮਿਲਣੇ ਆ ਤੇ ਕੋਡ ਵੀ ਹੋ ਜਾਣਗੇ। ਬਥੇਰੇ ਦਿੰਨੇ ਅਸੀਂ ਵੀ ਇਹਨਾਂ ਨੂੰ। ਅੱਛਾ ਨਾ ਕੀ ਚਾਹੀਦਾ? ਨਾ ਭੈਣ ਜੀ, ਮੈਂ ਤੇ ਕੁਝ ਨਹੀਂ ਕਿਹਾ। ਨਹੀਂ ਆਈ ਮੇਰਾ ਫੋਨ ਤੇ ਵੇਖ ਕੇ ਇਹਨੂੰ ਸੂਲੀ ਹੋ ਜਾਂਦਾ ਮੇਰਾ। ਓਏ 24 ਘੰਟੇ ਫੋਨ ਤੇ ਟੁੱਕ ਮੱਲੀ ਰੱਖੀ, ਇਹ ਤਾਂ ਨਾ ਕੀ। ਚਲੋ ਭੈਣ ਜੀ, ਤੁਸੀਂ ਭਾਜੀ ਨੂੰ ਦੇਖ ਲਓ, ਆਪਾਂ ਫੇਰ ਗੱਲ ਕਰਦੇ। ਨਾ ਹੁਣ ਦੱਸ ਕੀ ਚਾਹੀਦਾ ਸੀ? ਓਏ 5 ਵਜੇ ਦਾ ਉੱਠ ਕੇ ਹੱਡ ਚਲਾਉਣ ਲੱਗਾ ਆ ਮੂੰਹ ਨੂੰ ਸ਼ਿਕਲੀ ਨਹੀਂ ਦਿੱਤੀ ਹੋਈ, ਢਿੱਡ ਲੱਗਾ ਮੈਨੂੰ ਵੀ। ਨਾ ਤੇਰਾ ਢਿੱਡ ਅੱਗ ਲੱਗਣਾ ਭਰਦਾ ਹੀ ਨਹੀਂ। ਬੰਦਾ ਇਹ ਤਾਂ ਦੇਖ ਲਵੇ ਵੀ ਕਿਸੇ ਨਾਲ ਫੋਨ ਚੱਲਦਾ, ਹੁਣ ਉਹਨੂੰ ਵੀ ਤੇਰੀ ਅਕਲ ਦਾ ਪਤਾ ਲੱਗ ਗਿਆ। ਨਾ ਇਹ ਫੋਨ ਚੱਲਦਾ ਗੱਲ ਨਹੀਂ ਹੁੰਦਾ, ਨਾ 24 ਘੰਟੇ ਫੋਨ ਹੀ ਚੱਲਦਾ ਰਹਿੰਦਾ। ਨਾ ਮੇਰੇ ਫੋਨ ਦਾ ਸੂਲ ਹੁੰਦਾ, ਆਪ ਜਿੱਦਾਂ ਕਦੇ ਕੀਤਾ ਹੀ ਨਹੀਂ। ਤੇਰੇ ਵਾਂਗੂ ਨਹੀਂ 24 ਘੰਟੇ ਫੋਨ ਤੇ ਬੈਠੀ ਰਹਿਣਾ। ਓਏ ਪਹਿਲਾਂ ਫੈਕਟਰੀ ਹੱਟ ਚਲਾ ਕੇ ਆਉਣਾ, ਫਿਰ ਘਰ ਦੇ ਸਿਆਪੇ। ਕਦੇ ਉੱਠ ਕੇ ਕਿਸੇ ਨੇ ਘਰ ਨੂੰ ਪਾਣੀ ਵੀ ਦਿੱਤਾ? ਨਹੀਂ ਸਿਆਪੇ ਹੁੰਦੇ ਤਾਂ ਵੇਚ ਦੇ, ਮੇਥੋਂ ਨਹੀਂ ਹੁੰਦੇ ਘਰ ਦੇ ਬਾਹਰ ਦੇ ਸਿਆਪੇ। ਨਾ ਉਦੋਂ ਤਾਂ ਕਹਿੰਦੇ ਸੀ ਅਪਾਰਟਮੈਂਟ ਵਿੱਚ ਹਵਾ ਨਹੀਂ ਲੱਗਦੀ, ਹੁਣ ਦੇਖੋ ਵੱਡੇ ਘਰ ਦੇ ਵਾਲੇ ਨਾ ਨਹੀਂ ਮਾਰਦੇ ਕੱਟ ਕੇ ਵੇਲੇ ਨਹੀਂ ਬੈਠੇ ਰਹਿੰਦੇ। ਨਾ ਜਿਹੜਾ ਘਰ 'ਚ ਬੋਗ ਪਾਇਆ ਹੈ ਨਾ, ਉਹਨੂੰ ਨਾ ਕਹੀ ਕੰਮ ਬਸ ਲਾਉਣ ਲਈ। ਨਾ ਉਸ ਨਿਆਣੇ ਤੇਰਾ ਪਤਾ ਕੀ ਵਿਗਾੜਿਆ, 24 ਘੰਟੇ ਉਹਦੇ ਮਗਰ ਪਿਆ ਰਹਿਣਾ। ਉਹ ਨਿਆਣਾ, ਉਹ ਥੋੜੋ ਲੋਕੋ, ਆ ਨਿਆਣਾ ਹਲੇ 26 ਸਾਲਾਂ ਦਾ ਹੋ ਗਿਆ ਕੰਜਰ, ਹਲੇ ਨਿਆਣਾ ਹੀ ਆ। ਸੁੱਟ ਪੋਤੇ ਕਰ ਲੈਣੇ ਸੁੱਟ। What's the problem, old man? ਖੋਲ ਗੱਲ ਤੇਰੀ ਮਾਂ ਸਾਰੇ ਤੱਕ ਕੰਨ What the hell is wrong with you? ਰੋਜ਼ ਆਦਮੀ ਸਾਲਾ ਤੇਰਾ ਮਾਰ ਕੇ ਸਿਰ ਤੇ ਕੁਛ ਤੇਰੀ ਅੰਗਰੇਜ਼ੀ ਪਾਣੀ ਨੂੰ ਬਾਹਰ ਨਾ ਕੱਢੀ ਬਹਿ ਗਈ। ਨਾ ਕਿਉਂ ਸੁਣਦਾ? ਫੋਨ ਬਿਨਾ ਲਿਆ ਬੰਦਿਆ। ਫੋਨ ਬਾਹਰ ਵੀ ਨਾ ਲਿਆ। ਓਏ ਪਹਿਲਾਂ ਦੇ ਕੇ ਮੇਰੇ ਢੂਏ 'ਚ ਬਾਹ ਨਾ ਤੇ ਵੱਡਾ ਘਰ 'ਚ ਫਸਾਤਾ ਤੇ ਹੁਣ ਕੰਮ ਕਰਦਿਆਂ ਨੂੰ ਮੌਤ ਪੈਂਦੀ ਆ। This is your house and you take care of this shit. This is my house. ਅਰੇ ਤੁਹਾਡੇ ਨੇ ਸਾਰੀ ਉਮਰ ਮਾਰਦਾ ਰਿਹਾ ਬਣਦਾ ਰਿਹਾ, ਤੁਹਾਡਾ ਕੁਝ ਨਹੀਂ ਲੱਗਦਾ। Don't worry about me. I will make my own house. ਤੇ ਫਿਰ ਪਹਿਲਾਂ ਕੀ ਖੜਾ, ਚੱਲ ਦਫਾ ਹੋ ਜਾ ਤੂੰ। ਓਏ ਜੇ ਤੈਨੂੰ ਹੱਥ ਮਾਰੇ, ਆਪਣੀਆਂ ਦੇ ਤਾਂ ਆਪਣੇ ਹੱਥ ਹੁੰਦੀ ਆ। Alright, within 1 week, I will move from here. ਬਨ ਵੀ ਖੜਾ ਤਾਂ ਘੂ ਖੜਾ ਹੁਣੇ ਉਹ ਤੇ ਕਮਲਾ ਦੱਸਣਾ ਮਾੜਾ। Let me go. ਆ ਕੰਨ ਕੋ ਉਹ ਚਾਰ ਦਾ ਮਾਰ ਖਸਮ ਨੂੰ ਨਾ ਵੇ, ਇੱਥੇ ਲੈ ਜਾਣਾ ਬੱਚੇ ਨੂੰ। ਨਾ ਵੇ, ਬੈਠ ਉੱਤੇ ਜਾ ਕੇ ਨਾ ਵੇ। ਯਾਰ ਇਹ ਤਲੇ ਨੂੰ ਚਾਪੇ ਧੱਕੇ ਖਾ ਕੇ ਮੁੜਿਆ ਐਵੇਂ ਹੀ ਰੋਈ ਜਾਂਦੀ ਆ। ਤੇ ਕੈਨੇਡਾ ਆ ਕਿਸੇ ਨੇ ਨਹੀਂ ਝੱਲਣਾ, ਇੱਥੇ ਹੀ ਰਹਿਣਾ ਮੁੜ ਕੇ। ਨਾ ਤੇਰੇ ਪੈਰੇ ਕਾਲ ਤੇ ਖੱਟ ਗੁੱਡਾ ਕੱਢ ਗਿਆ। ਓਏ ਆ ਜਾਣਾ ਨਾ ਇੱਥੇ ਹੀ ਨਾ ਕਰਕੇ ਤੇ ਬਾਹਰ ਕਿਸੇ ਨੇ ਝੱਲਣਾ। What's happening here? Me no English. ਆ ਸੱਦਿਆ ਪਿਓ ਆਪਣੇ ਨੂੰ ਬੋਲ ਇੰਗਲਿਸ਼। ਉਹ ਮੈਂ ਪੰਜਾਬੀ ਜਾਣ ਸਕਦਾ, ਤੁਸੀਂ ਮੇਰੇ ਪੰਜਾਬੀ ਚ ਗੱਲ ਕਰ ਸਕਦੇ ਹੋ। ਜੀ ਕੱਲ ਤਾਂ ਕੁਛ ਵੀ ਨਹੀਂ ਹੋਈ। ਸਾਨੂੰ ਕਿਸੇ ਨੇ ਕਿਹਾ ਕਿ ਘਰ ਵਿੱਚ ਲੜਾਈ ਹੋ ਰਹੀ ਹੈ। ਜੀ ਇਹਦੀ ਆਦਤ ਸ਼ਰਾਬ ਪੀ ਕੇ ਉੱਚੀ ਉੱਚੀ ਬੋਲਦਾ, ਲੋਕੀ ਸਾਹਮਣੇ ਖਰੇ ਲੜਦਾ। ਤੁਹਾਡੀ ਬਾਤ ਕੀ ਹੋਇਆ? ਜੀ 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 ਦੇਖੋ ਡਰੋ ਨਾ, ਤੁਸੀਂ ਮੈਨੂੰ ਸਭ ਕੁਝ ਸੱਚ ਸੱਚ ਦੱਸ ਦਿਓ। ਇਹਦਾ ਤੁਹਾਨੂੰ ਵੀ ਝੂਠ ਬੋਲਣ ਦੇ ਦੋਸ਼ 'ਚ ਚਾਰਜ ਕੀਤਾ ਜਾ ਸਕਦਾ ਹੈ। ਜੀ ਜੀ ਮੇਰਾ ਪੈਰ ਫਿਸਲ ਗਿਆ ਤੇ ਬਾਹ ਮੇਰੀ ਕਾਊਂਟਰ 'ਚ ਵੱਜੀ। ਕੀ ਤੁਸੀਂ ਇਹਨਾਂ ਨੂੰ ਮਾਰਿਆ? ਅੱਛੀ ਮਾਈ ਬੈਬ I say lunch, she make lunch. I say butter, she give butter.
She said no, then 1, 2, 3, 4. ਤੁਸੀਂ ਮੇਰੇ ਨਾਲ ਪੰਜਾਬੀ 'ਚ ਗੱਲ ਕਰ ਸਕਦੇ ਹੋ ਪਰ ਇੱਕ ਪੰਜਾਬੀ ਹੋਣ ਦੇ ਨਾਤੇ ਤੁਹਾਨੂੰ ਇੱਕ ਗੱਲ ਚੰਗੀ ਤਰ੍ਹਾਂ ਸਮਝਾ ਦਿਆਂ ਕਿ ਕੈਨੇਡਾ 'ਚ ਤੁਸੀਂ ਆਪਣੀ ਵਾਈਫ ਨਾਲ ਇਸ ਤਰ੍ਹਾਂ ਬਿਹੇਵ ਨਹੀਂ ਕਰ ਸਕਦੇ ਤੁਸੀਂ ਜੇਲ੍ਹ ਜਾ ਸਕਦੇ ਹੋ Oh, she, my back. Me like beat she, me beat she. Me like no beat she, me no beat she. You fuck off, man. ਵੀਰਾ ਵੀਰਾ ਦੀ ਸ਼ਰਾਬ ਪੀਤੀ ਹੋਈ ਆ ਪਤਾ ਨਹੀਂ ਕੀ ਅਬਾ ਬੋਲੀ ਜਾਂਦਾ ਮੈਂ ਤੁਹਾਨੂੰ ਇੱਕ ਵਾਰੀ ਹੋਰ ਕਹਿਣਾ ਇਹ ਇੰਡੀਆ ਨਹੀਂ ਕੈਨੇਡਾ ਆ ਜੇ ਤੁਸੀਂ ਗਲਤ ਤਰ੍ਹਾਂ ਬਿਹੇਵ ਕਰੋਗੇ ਤਾਂ ਤੁਹਾਨੂੰ ਇਹਨੂੰ ਅਰੈਸਟ ਕਰਨਾ ਪਊਗਾ But she no listen to me. Me beat she. ਤੁਸੀਂ ਉਹਨਾਂ ਨੂੰ ਹੱਥ ਲਾ ਕੇ ਤਾਂ ਵਿਖਾਓ ਮੈਂ ਤੁਹਾਨੂੰ ਉਸ ਵੇਲੇ ਹੱਥਕੜੀ ਲਾ ਲਵਾਂਗਾ Eddie, oh please, oh please, oh मेरी बात रुक गई है. ਕੀ ਗੱਲ ਹੁਣ ਅੰਗਰੇਜ਼ੀ ਮੁੱਕ ਗਈ गलती हो गई प्लीज जी. ਵੀਰਾ गलती हो गई. ਵੀਰਾ ਦੇਖੀ ਕਿ ਸੱਚੀ ਨਾ ਮਰੋੜੀ ਗਈ ਹੋਵੇ ਤਾਂ ਤੁਹਾਡੀ ਨੇ ਬਾਂਸ ਗਾਤੀ ਨਾ ਤੁਹਾਨੂੰ ਮੈਂ ਮਾਰ ਲੱਗਾ ਸੀਗਾ ਤੁਸੀਂ ਜੇ ਤਾਰੀਫ ਕਰ ਰਹੇ ਇਹਨਾਂ ਦੀ ਵੀਰਾ ਘੁਮਾ ਕੇ ਨਾ ਵੀਰਾ ਕੀ ਕਰਾਂ ਮੇਰਾ ਘਰ ਵਾਲਾ ਜੋ ਹੋਇਆ ओए भजन करे, ओए भजन करे, ओए पैर मार के डाला. गलती हो गई प्लीज जी सॉरी गलती हो गई मेरी बाह ना तक हाथ लग ओए ਵੀਰਾ ਵੀਰਾ ਛੱਡ ਦੇ ਮੇਰਾ ਘਰ ਬਰਬਾਦ ਹੋ ਜੂ ਵੀਰਾ ਮਾਫ ਦੇ ਦੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜੋ ਕੁਝ ਮੈਂ ਕਰ ਸਕਦਾ ਸੀ ਕੀਤਾ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਇਹ ਨਹੀਂ ਸਮਝੀ ਤਾਂ ਮੈਨੂੰ ਕਾਨੂੰਨੀ ਕਾਰਵਾਈ ਕਰਨੀ ਪੈਣੀ ਆ ਲੈਟਸ ਗੋ ओ प्लीज जी गलती हो गई ओए मैंने माफ कर दियो मैं कसम खाना ਅੱਜ ਤੋਂ ਬਾਅਦ ਮੈਂ ਚਰਾਗ ਨੂੰ ਹੱਥ ਨਹੀਂ ਲਾਉਂ ਤੇ ਨਾ ਕਿਸੇ ਨੂੰ ਕੁਛ ਕਹੂੰ ਮੈਂ ਮੇਰਾ ਇਹ ਹਾਲ ਨਾ ਕਰ ਹੁਣ ਤਾਂ ਜੋ ਵੀ ਕਹਿਣਾ ਜੱਜ ਦੇ ਸਾਹਮਣੇ ਜਾ ਕੇ ਕਹੀ ਵੀਰਾ ਵੀਰਾ ਮੇਰਾ ਘਰ ਬਰਬਾਦ ਹੋ ਜੂ ਮਾਫ ਕਰ ਦੇ ਨਹੀਂ ਵੀਰਾ ਆਮ ਸੌਰੀ ਹੁਣ ਸਮਾਂ ਲੰਘ ਚੁੱਕਿਆ ਹੈ ਲੈਟਸ ਗੋ ਵਾਹ ਓਏ ਸੁੱਚਾ ਰਿਹਾ ਓਏ ਸਾਰੀ ਉਮਰ ਸੁੱਚਾ ਸੇ ਕੈਨੇਡੀਅਨ ਬਣਨ ਦੇ ਸੁਪਨੇ ਮਗਰੇ ਦੌੜਦਾ ਰਹਿ ਗਿਆ ਓਏ ਓਏ ਪਤਾ ਵੀ ਨਹੀਂ ਚੱਲਿਆ ਓਏ ਕਦੋਂ ਸੁਪਨਿਆਂ ਦੀ ਦੌੜ 'ਚ ਕੈਨੇਡੀਅਨ ਬਣਦਾ ਧੋਬੀ ਦਾ ਕੁੱਤਾ ਬਣ ਗਿਆ ਓਏ ਚੱਲ ਸੁਪਨਿਆਂ ਦੀ ਦੌੜ ਵਿੱਚ ਕਿਉਂ ਸੁਪਨਿਆਂ ਦੀ ਦੌੜ ਵਿੱਚ ਕਿਉਂ ਰੱਤ ਰਹਿਣੀ ਹਰ ਗਈ ਰੱਤ ਰਹਿਣੀ ਹਰ ਗਈ ਉਸ ਨੂੰ ਤਰੱਕੀ ਨਾ ਕਹੋ ਉਸ ਨੂੰ ਤਰੱਕੀ ਨਾ ਕਹੋ ਜੋ ਰਿਸ਼ਤਿਆਂ ਨੂੰ ਚਰ ਗਈ ਸੁਪਨਿਆਂ ਦੀ ਦੌੜ ਵਿੱਚ ਕਿਉਂ ਸੁਪਨਿਆਂ ਦੇ ਜੰਗਲਾਂ ਪਰਤ ਆਵੋ ਦੋਸਤੋ ਪਰਤ ਆਵੋ ਦੋਸਤੋ ਪਰਤ ਆਵੋ ਦੋਸਤੋ ਜ਼ਿੰਦਗੀ ਨੂੰ ਜੀਣ ਜੋਗੀ ਫਿਰ ਬਣਾਵੋ ਦੋਸਤੋ ਫਿਰ ਬਣਾਵੋ ਦੋਸਤੋ ਹਾਂ ਫਿਰ ਬਣਾਵੋ ਦੋਸਤੋ ਜ਼ਿੰਦਗੀ ਜੀਣ ਜੋਗੀ ਫਿਰ ਬਣਾਵੋ ਦੋਸਤੋ ਕੀ ਕਰਾਂਗੇ ਮੈਲ ਜੇਕਰ ਕੀ ਕਰਾਂਗੇ ਮੈਲ ਜੇਕਰ ਪ੍ਰੀਤ ਅੰਦਰੋਂ ਭਰ ਗਈ ਸੁਪਨਿਆਂ ਦੀ ਦੌੜ ਵਿੱਚ ਕਿਉਂ ਸੁਪਨਿਆਂ ਦੀ ਦੌੜ ਵਿੱਚ ਕਿਉਂ ਸੁਪਨਿਆਂ ਦੀ ਦੌੜ ਵਿੱਚ ਕਿਉਂ ऑफिसर कड़ी से खोला ਹਾਜ਼ਰੀਨ ਨਾਟਕ ਤੁਸੀਂ ਵੇਖਿਆ ਸੁੱਚਾ ਸਿੰਘ ਕੈਨੇਡੀਅਨ ਕਲਾਕਾਰਾਂ ਨੇ ਕੋਸ਼ਿਸ਼ ਕੀਤੀ ਹੈ ਕਿ ਨਮਾਣੀ ਜੀ ਜੇ ਤੁਹਾਨੂੰ ਇਹ ਕੋਸ਼ਿਸ਼ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਤੇ ਇੱਕ ਜ਼ੋਰਦਾਰ ਤਾੜੀ ਮੈਂ ਤੁਹਾਡੇ ਇਹਨਾਂ ਕਲਾਕਾਰਾਂ ਨਾਲ ਜਾਣ ਪਹਿਚਾਨ ਕਰਵਾ ਦਿਆਂ ਤੁਹਾਡੇ 5 ਮਿੰਟ ਲੈਣੇ ਨੇ ਹੋਰ ਜਾਣ ਪਹਿਚਾਨ ਤੋਂ ਬਾਅਦ
ਇੱਕ ਕਲਾਕਾਰਾਂ ਨੂੰ ਪਲੇਕਸ ਦੇਣ ਦੀ ਰਸਮ ਹੋਏਗੀ। ਉਸ ਤੋਂ ਬਾਅਦ ਤੁਰੰਤ ਅਸੀਂ ਸਮਾਪਤੀ ਕਰ ਦੇਵਾਂਗੇ। ਇਸ ਨਾਟਕ ਵਿੱਚ ਭਾਗ ਲੈ ਰਹੇ ਸਨ ਕਲਾਕਾਰ ਸੋਨੂ ਦੇ ਰੂਪ ਵਿੱਚ ਵਿਵੇਕ ਵਾਲੀਆ, ਸੁਖਦੇਵ ਤੇ ਟਰਾਂਸਲੇਟਰ ਦੇ ਰੂਪ ਵਿੱਚ ਤਰੁਣ ਵਾਲੀਆ, ਮਨਦੀਪ ਤੇ ਬੇਬੇ, ਤੇ ਗਵਾਂਢਣ ਦੇ ਰੂਪ ਵਿੱਚ ਜੋ ਪਿੱਛੋਂ ਆਵਾਜ਼ ਆ ਰਹੀ ਸੀ ਨਾਲ ਇਸ ਗੀਤ ਦੇ ਵਿੱਚ ਇਹਨਾਂ ਨੇ ਸੌਰੀ ਇਸ ਨਾਟਕ ਵਿੱਚ ਗੀਤਾਂ ਨੂੰ ਵੀ ਆਵਾਜ਼ ਦਿੱਤੀ ਸੀ। ਮੇਰੀ ਮੁਰਾਦ ਰਿੰਟੂ ਭਾਟੀਆ। ਰਣਧੀਰ ਸਿੰਘ ਦੇ ਰੂਪ ਵਿੱਚ ਸੀ ਸਾਡਾ ਕਲਾਕਾਰ ਸ਼ਿੰਗਾਰਾ ਸਮਰਾ। ਭਜਨੋਂ ਦੇ ਰੂਪ ਵਿੱਚ ਸਾਡੀ ਅਦਾਕਾਰਾ ਪਰਮਜੀਤ ਦਿਓਲ। ਸਾਰਾ ਪਰਿਵਾਰ ਸਾਡੇ ਨਾਲ ਲੱਗੇ ਰਹਿੰਦੇ ਹਸਲਾਂ ਦਰਮਿਆਨ ਬਹੁਤ ਸੇਵਾ ਕੀਤੀ ਇਹਨਾਂ ਨੇ। ਸੁੱਚਾ ਸਿੰਘ ਦੇ ਰੂਪ ਵਿੱਚ ਸਾਡਾ ਕਲਾਕਾਰ ਜੋਏ ਸੰਘੇੜਾ। ਬੇਬੇ ਦੇ ਰੂਪ ਵਿੱਚ ਸਾਡੀ ਅਦਾਕਾਰਾ ਸੁੰਦਰਪਾਲ ਰਾਜਾ ਸਾਂਸੀ। ਇਮੀਗ੍ਰੇਸ਼ਨ ਆਫੀਸਰ ਤੇ ਪੁਲਿਸ ਆਫੀਸਰ ਦੇ ਰੂਪ ਵਿੱਚ ਸਾਡਾ ਕਲਾਕਾਰ ਕਮਲ ਸ਼ਰਮਾ। ਇਸ ਨਾਟਕ ਨੂੰ ਜੋ ਵੱਖ-ਵੱਖ ਰੂਪ ਦੇ ਰਹੇ ਸਨ ਲਾਈਟਾਂ ਦੁਆਰਾ, ਜਿਨ੍ਹਾਂ ਨੇ ਸਾਡੀ ਲਾਈਟਾਂ ਦੀ ਸੇਵਾ ਨਿਭਾਈ, ਸਾਡੀ ਬੇਨਤੀ ਦੇ ਉੱਤੇ ਤੁਹਾਡੇ ਇੱਥੋਂ ਦੇ ਟਰਾਂਟੋ ਖੇਤਰ ਦੇ ਨਾਟਕ ਦੇ ਨਿਰਦੇਸ਼ਕ ਤੇ ਰੰਗਕਰਮੀ ਜਸਪਾਲ ਢਿੱਲੋਂ ਜੀ। ਢਿੱਲੋਂ ਸਾਹਿਬ ਆਜੋ ਪਲੀਜ਼। ਇਸ ਨਾਟਕ ਨੂੰ ਪਿੱਛੋਂ ਆਵਾਜ਼ਾਂ ਦਿੱਤੀਆਂ ਸੀ ਸ਼ਿਵਰਾਜ ਸਨੀ, ਇਕਬਾਲ ਬਰਾੜ ਜੀ। ਬਰਾੜ ਸਾਹਿਬ ਆਓ ਪਲੀਜ਼। ਤੇ ਨਾਲ ਰਿੰਟੂ ਭਾਟੀਆ ਜੀ ਸਨ ਇਹਨਾਂ ਦੇ। ਇਸ ਨਾਟਕ ਨੂੰ ਪਿੱਛੋਂ ਮਿਊਜ਼ਿਕ ਜੋ ਕੰਡਕਟ ਕਰ ਰਹੇ ਸਨ ਪਿੱਛੇ, ਤੇ ਜਿਨ੍ਹਾਂ ਨੇ ਇਸ ਨਾਟਕ ਨੂੰ ਕਾਗਜ਼ਾਂ ਤੇ ਉਕਰਿਆ, ਇਹ ਰੂਪ ਤਾਂ ਬਾਅਦ ਸਜੀਵ ਰੂਪ ਇਹਨਾਂ ਨੇ ਕਲਾਕਾਰਾਂ ਨੇ ਦਿੱਤਾ। ਮੇਰੀ ਮੁਰਾਦ ਹੈ ਕਿ ਟੋਰਾਂਟੋ ਏਰੀਏ ਦੇ ਮਸ਼ਹੂਰ ਲੇਖਕ ਤੇ ਬਹੁਤ ਸਾਰੇ ਨਾਟਕ ਵੀ ਇਹਨਾਂ ਨੇ ਲਿਖੇ ਨੇ, ਕੁਲਵਿੰਦਰ ਖਹਿਰਾ ਜੀ। ਜ਼ੋਰਦਾਰ ਤਾੜੀਆਂ। ਇਹ ਸਾਰਾ ਸੈੱਟ ਤੇ ਸਾਰਾ ਇੰਤਜ਼ਾਮ ਕਰਨ ਵਿੱਚ ਸਾਡੀ ਮਦਦ ਕੀਤੀ ਤੀਰਥ ਦਿਓਲ ਜੀ। ਆਜੋ ਦਿਓਲ ਸਾਹਿਬ। ਸਟੇਜ ਤੇ ਸਾਡੀ ਪਿੱਛੋਂ ਹੈਲਪ ਕਰ ਰਹੇ ਸਨ ਜਸਵਿੰਦਰ ਬੱਬੂ। ਸਾਡੇ ਹਾਲ ਦੇ ਬਾਹਰ ਸਨ ਮਨੂ ਦਿਓਲ, ਰਿੰਪੀ ਭਾਟੀਆ, ਉਹ ਬੱਚੀਆਂ ਬੈਠੀਆਂ ਸੀ ਬਾਹਰ। ਇਸ ਵਿੱਚ ਮੈਂ ਵੀ ਛੋਟਾ ਜਿਹਾ ਰੋਲ ਕੀਤਾ ਸੀਗਾ ਦਰਸ਼ਨ ਸਿੰਘ ਦਾ। ਪੇਸ਼ਕਸ਼ ਹੈਰੀਟੇਜ ਆਰਟ ਐਂਡ ਥੀਏਟਰ ਸੁਸਾਇਟੀ ਆਫ ਯੂਨਾਈਟਿਡ ਪ੍ਰੋਡਕਸ਼ਨਸ ਹੈਡਸ ਅਪ। ਤੇ ਇੱਕ ਹੋਰ ਰਸਮ ਹੈ ਛੋਟੀ ਜੀ। ਮੈਂ ਖੈਰ ਸਭ ਬੇਨਤੀ ਕਰਾਂਗਾ ਕਿ ਆਜੋ ਥੋੜਾ ਕਨੈਕਟ ਕਰੋ। ਹੀਰਾ ਰੰਧਾਵਾ ਜੀ ਇਹ ਰਿਕੁਐਸਟ ਹੈ ਕਿ ਇਹਨੂੰ ਰਿਪੀਟ ਕੀਤਾ ਜਾਏ। ਇੰਨਾ ਸ਼ਾਨਦਾਰ ਡਰਾਮਾ ਹੈ, ਹੱਡ ਬੀਤੀ ਜ਼ਰੂਰ ਕਰਾਂਗੇ। ਦੁੱਗਾ ਲੰਕਰ ਤੁਹਾਡੀਆਂ ਦੁਆਵਾਂ ਤੇ ਤੁਹਾਡੀਆਂ ਇੱਛਾਵਾਂ ਦੇ ਜ਼ਰੂਰ ਖਰੇ ਉਤਰਨ ਦੀ ਕੋਸ਼ਿਸ਼ ਕਰਾਂਗੇ। ਧੰਨਵਾਦ। ਦੋਸਤੋ, ਇਹ ਨਾਟਕ ਕਾਫੀ ਸਾਲ ਪਹਿਲਾਂ ਲਿਖਿਆ ਸੀ ਤੇ ਇੱਕ ਸਮਾਂ ਸੀ ਜਦੋਂ ਮੈਨੂੰ ਲੱਗਾ ਕਿ ਵਕਤ ਵਿਹਾਰ ਚੁੱਕਾ ਹੈ। ਔਰ ਸੱਚ ਜਾਣਿਓ ਕਿ ਮੇਰੇ ਕੋਲ ਇਹਦੀ ਸਕ੍ਰਿਪਟ ਵੀ ਹੈ ਨਹੀਂ ਸੀ ਇਸ ਵਕਤ। ਰੰਧਾਵਾ ਸਾਹਿਬ ਦੀ ਮਿਹਰਬਾਨੀ ਹੈ ਕਿ ਇਹਨਾਂ ਨੇ ਮੈਨੂੰ ਫੋਨ ਕੀਤਾ ਕਿ ਮੈਂ ਤੇਰਾ ਨਾਟਕ ਖੇਡਣਾ ਚਾਹੁੰਦਾ, ਤੇ ਮੈਂ ਕਿਹਾ ਯਾਰ ਮੇਰੇ ਕੋਲ ਸਕ੍ਰਿਪਟ ਨਹੀਂ, ਮੈਨੂੰ ਵੀ ਭੇਜ ਦੇ। ਤੇ ਇਹਨਾਂ ਨੇ ਉਹ ਕੱਢ ਕੇ ਨਾਟਕ ਪੇਸ਼ ਕੀਤਾ। ਹੁਣ ਮੈਨੂੰ ਲੱਗ ਰਿਹਾ ਕਿ ਸ਼ਾਇਦ ਇਹ ਜਿਹੜਾ ਸਾਡਾ ਇੱਕ ਜਿਹੜੀ ਸਾਡਾ ਇਤਿਹਾਸ ਹੈ ਕੈਨੇਡੀਅਨ, ਉਸ ਦੀ ਇੱਕ ਵਿੰਡੋ ਹੈ ਜਿਹੜਾ ਉਹ ਖੋਲ੍ਹਦਾ ਹੈ ਸਾਡੇ ਲਈ, ਕਿ ਜਿਹੜੇ ਲੋਕਾਂ ਦੀ ਬਦੌਲਤ ਅੱਜ ਅਸੀਂ ਇੰਨੀ ਵੱਡੀ ਗਿਣਤੀ 'ਚ ਬੈਠੇ ਹਾਂ। ਜਿਹੜੇ 1980-81 ਤੋਂ ਲੈ ਕੇ ਰਿਫਿਊਜੀ ਇੱਥੇ ਆਉਣੇ ਸ਼ੁਰੂ ਹੋਏ ਸੀ, ਜਦੋਂ 1986 ਵਿੱਚ ਉਹ ਪੱਕੇ ਹੋਏ ਤਾਂ ਉਹਨਾਂ ਨੇ ਆਪਣੇ ਪਰਿਵਾਰਾਂ ਨੂੰ ਸਤਿਆ। ਇਹ ਦੁੱਖ ਤਕਲੀਫਾਂ ਝੱਲ ਕੇ ਇਹ ਜਿਸ ਸੀਨ ਤੇ ਤੁਸੀਂ ਹੱਸ ਰਹੇ ਸੀ ਪ੍ਰੈਸ ਦੇ ਸੀਨ ਦੇ ਉੱਤੇ, ਇਹ ਹੱਸਣ ਵਾਲਾ ਸੀਨ ਨਹੀਂ ਸੀ, ਇਹ ਰੋਣ ਵਾਲਾ ਸੀਨ ਸੀ,
ਕਿਉਂਕਿ ਪਤਾ ਨਹੀਂ ਸਾਡੇ ਕਿੰਨੇ ਨੌਜਵਾਨ ਕਿੰਨੇ ਸਾਡੇ ਜਿਹੜੇ ਸੀਗੇ ਮਿਡਲ ਏਜ ਦੇ ਬੰਦੇ ਜਿਹੜੇ ਇਸ ਦੁਖਾਂਤ ਵਿੱਚੋਂ ਲੰਘੇ ਨਹੀਂ, ਕਿਉਂਕਿ ਉਹਨਾਂ ਨੂੰ ਸ਼ੋਅ ਕਰਨਾ ਸੀ ਕਿ ਅਸੀਂ ਟੌਰਚਰ ਹੋਏ ਹਾਂ। ਔਰ ਸਿਗਰਟ ਦੇ ਬੱਟ ਲਾ ਕੇ, ਉਹ ਪ੍ਰੈਸਾਂ ਲਾ ਕੇ, ਉਹ ਤਵਿਆਂ ਤੇ ਹੱਥ ਲਾ ਕੇ ਉਹਨਾਂ ਨੇ ਜਿਹੜਾ ਸੀ ਆਪਣਾ ਕੇਸ ਜਿਹੜਾ ਇਹ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ। ਇਹ ਸਾਨੂੰ ਯਾਦ ਰੱਖਣਾ ਚਾਹੀਦਾ ਜਦੋਂ ਸਾਡੇ ਨਵੇਂ ਆਉਣ ਵਾਲੇ ਆ ਕੇ ਤਾਨਾ ਮਾਰਦੇ ਨੇ ਕਿ ਤੁਸੀਂ ਇੱਥੇ ਆ ਕੇ ਕੀ ਕੀਤਾ ਸੀ, ਤੁਹਾਡੇ ਤੋਂ ਵੱਧ ਪੈਸੇ ਕਮਾ ਰਹੇ ਹਾਂ। ਤੇ ਮੈਂ ਕਹਿੰਦਾ ਕਿ ਉਹਨਾਂ ਲਈ ਵਿੰਡੋ ਖੁੱਲ੍ਹਦੀ ਹੈ ਕਿ ਅਸੀਂ ਤੁਹਾਡੇ ਲਈ ਕੀ ਕੁਛ ਕੀਤਾ, ਕੀ ਕੁਛ ਚੱਲ ਰਿਹਾ। ਇਹ ਨਾਟਕ ਬੜੇ ਥੋੜੇ ਸਮੇਂ ਦੇ ਵਿੱਚ ਤਿਆਰ ਕੀਤਾ ਗਿਆ ਔਰ ਤੁਹਾਡੇ ਤੱਕ ਸੁਨੇਹਾ ਪਹੁੰਚਾਉਣ ਦੇ ਵਿੱਚ ਜਿਹੜਾ ਸਾਨੂੰ ਸੰਸਥਾਵਾਂ ਨੇ ਜਿਹੜਾ ਸਾਥ ਦਿੱਤਾ, ਮੈਂ ਅੱਖਾਂ ਭਰ ਆਉਂਦੀਆਂ ਨੇ ਮੇਰੀਆਂ ਉਹ ਧੰਨਵਾਦ ਦੇ ਪੱਖੋਂ ਵੀ ਇੰਨਾ ਮੇਰਾ ਉਹਨਾਂ ਨੇ ਜਿਹੜਾ ਸਾਥ ਦਿੱਤਾ ਸਾਡਾ ਕੀਤਾ। ਇਹਦੇ ਵਿੱਚ ਪੰਜਾਬੀ ਆਰਟਸ ਐਸੋਸੀਏਸ਼ਨ, ਅੰਟਾਰੀਓ ਪੰਜਾਬੀ ਥੀਏਟਰ ਤੋਂ ਜਸਪਾਲ ਢਿੱਲੋਂ ਜੀ ਸਾਡੇ ਨਾਲ ਪਿਛਲੇ ਤਕਰੀਬਨ 1 ਹਫ਼ਤੇ ਤੋਂ ਕੰਮ ਕਰ ਰਹੇ ਨੇ, ਰੇਟਾਂ ਵੀ ਦੇ ਰਹੇ ਨੇ। ਇਸੇ ਤਰ੍ਹਾਂ ਤਰਕਸ਼ੀਲ ਸੁਸਾਇਟੀ ਹੈ, ਦੇਸ਼ ਭਗਤ ਸਪੋਰਟਸ ਕਲੱਬ ਹੈ, ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਔਰ ਤੁਹਾਡੇ ਤੱਕ ਸਾਡਾ ਸੁਨੇਹਾ ਪਹੁੰਚਾ ਕੇ ਇੱਥੋਂ ਤੱਕ ਲਿਆਂਦਾ। ਇਸੇ ਤਰ੍ਹਾਂ ਮੀਡੀਆ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਮੈਂ ਨਾਂ ਨੇ ਵਿੱਚੋਂ ਜਿਹੜੇ ਮੈਨੂੰ ਯਾਦ ਨੇ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਔਰ ਜਿਨ੍ਹਾਂ ਦਾ ਨਾਂ ਰਹੇਗਾ ਮੈਂ ਮਾਫੀ ਚਾਹਾਂਗਾ। ਰੇਡੀਓ ਸਰਗਮ ਸਾਡੇ ਵਿੱਚ ਅੱਜ ਹਾਜ਼ਰ ਵੀ ਨੇ, ਸੰਦੀਪ ਜੀ ਔਰ ਡਾਕਟਰ ਬਲਵਿੰਦਰ ਜੀ ਵੀ। ਫੁਲਕਾਰੀ ਮੀਡੀਆ ਤੋਂ ਰਾਜ ਘੁੰਮਣ ਜੀ, ਪ੍ਰਵਾਸੀ ਰੇਡੀਓ ਤੋਂ ਰਜਿੰਦਰ ਸੈਣੀ ਹੋਣੀ, ਮੁਲਾਕਾਤ ਰੇਡੀਓ ਤੋਂ ਬਰਾੜ ਜੀ, ਚਰਨਜੀਤ ਬਰਾੜ ਜੀ ਔਰ ਯਾਹੂ ਤੋਂ ਬਲਜਿੰਦਰ ਸੇਖੋਂ ਜੀ ਹੋਰਾਂ ਨੇ ਖਾਸ ਕਰਕੇ ਜਿਹੜਾ ਸਾਡਾ ਬਹੁਤ ਸਾਥ ਦਿੱਤਾ ਹੈ। ਕੈਨੇਡੀਅਨ ਪੰਜਾਬੀ ਪੋਸਟ, ਹਮਦਰਦ ਰੇਡੀਓ, ਟੀਵੀ ਅਖਬਾਰ, ਦੁੱਗਲ ਅੰਕਲ ਸਾਡੇ ਵਿੱਚ ਬੈਠੇ ਨੇ ਜਿਹੜੇ ਹੁਣੇ ਕਹਿ ਰਹੇ ਸਨ ਕਿ ਦੁਬਾਰਾ ਡਰਾਮਾ ਹੋਣਾ ਚਾਹੀਦਾ। ਦਿਲ ਆਪਣਾ ਪੰਜਾਬੀ, ਨਗਾਰਾ ਔਰ ਵਾਇਸ ਆਫ ਏਸ਼ੀਆ ਦੇ ਵਿੱਚ ਜਿਹੜਾ ਮੀਡੀਆ, ਇਹ ਤੋਂ ਬਹੁਤ ਸਾਰੀ ਜਿਹੜੀਆਂ ਹੋਰ ਅਖਬਾਰਾਂ ਨੇ ਜਿਨ੍ਹਾਂ ਵਿੱਚ ਸਾਡੀਆਂ ਜਿਹੜੀਆਂ ਖਬਰਾਂ ਛਪੀਆਂ ਨੇ। ਅਸੀਂ ਸਾਰਿਆਂ ਦੇ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡਾ ਸਾਥ ਦਿੱਤਾ। ਹੁਣ ਮੈਂ ਕਿਉਂਕਿ ਅਸੀਂ ਜਿਹੜੇ ਸਾਡੇ ਕਲਾਕਾਰ ਨੇ ਇਹਨਾਂ ਦੀ ਜਿਹੜੀ ਮਿਹਨਤ ਹੁੰਦੀ ਹੈ ਅਸੀਂ ਉਹਦਾ ਮੁੱਲ ਨਹੀਂ ਦੇ ਸਕਦੇ। ਤੁਸੀਂ ਦੇਖਿਆ ਕਿ ਕਿੰਨੀ ਛੋਟੀ ਗਿਣਤੀ ਹੈ ਔਰ ਖਰਚੇ ਬਹੁਤ ਵੱਡੇ ਹੁੰਦੇ ਨੇ। ਇਹ ਆਪਣੇ ਪਰਿਵਾਰਾਂ ਦਾ ਸਮਾਂ ਕੱਢ ਕੇ ਆਪਣੇ ਪੱਲਿਓਂ ਖਰਚੇ ਕਰਕੇ ਸਾਡਾ ਸਾਥ ਦਿੰਦੇ ਨੇ। ਡਰਾਮਾ ਜਿਹੜਾ ਤੁਹਾਡੇ ਤੱਕ ਲਿਆਉਣ ਲਈ ਮਹੀਨਿਆਂ ਬੱਧੀ ਮਿਹਨਤ ਕਰਦੇ ਨੇ, ਸਾਥ ਦਿੰਦੇ ਨੇ। ਅਸੀਂ ਤਹਿ ਦਿਲੋਂ ਇਹਨਾਂ ਦੇ ਧੰਨਵਾਦੀ ਹਾਂ। ਸਿਰਫ ਸ਼ੁਕਰਾਨੇ ਵਜੋਂ ਅਸੀਂ ਇਹਨਾਂ ਨੂੰ ਇੱਕ ਛੋਟਾ ਜਿਹੜਾ ਚਿੰਨ੍ਹ ਭੇਟ ਕਰਨਾ ਚਾਹੁੰਦੇ ਹਾਂ। ਬੇਨਤੀ ਕਰਾਂਗਾ ਸਾਡੇ ਵਿੱਚ ਡਾਕਟਰ ਵਰਿਆਮ ਸਿੰਘ ਸੰਧੂ ਜੀ ਬੈਠੇ ਨੇ, ਪਲੀਜ਼ ਸਟੇਜ ਤੇ ਆਉਣ। ਔਰ ਪ੍ਰੋਫੈਸਰ ਅਤੇ ਸਿੰਘ ਜੀ ਸਾਡੇ ਵਿੱਚ ਸ਼ਾਮਲ ਹੋਣ ਤਾਂ ਮੈਂ ਬੇਨਤੀ ਕਰਾਂਗਾ ਕਿ ਸਟੇਜ ਤੇ ਆਉਣ। ਡਾਕਟਰ ਬਲਵਿੰਦਰ ਜੀ, ਪਲੀਜ਼। ਸਭ ਤੋਂ ਪਹਿਲਾਂ ਪਲੈਕ ਲਈ ਮੈਂ ਬੇਨਤੀ ਕਰਾਂਗਾ ਸਤਿੰਦਰ ਕੌਰ ਜੀ ਕਾਲੋਂ ਜੋ ਇੰਡੀਆ ਤੋਂ ਪਹੁੰਚੇ ਨੇ। ਮੈਂ ਬੇਨਤੀ ਕਰਾਂਗਾ ਪਲੀਜ਼ ਸਟੇਜ ਤੇ ਆਉਣ। ਸਤਿੰਦਰ ਕੌਰ ਜੀ ਕਾਲੋਂ, ਪ੍ਰੋਫੈਸਰ ਸਤਿੰਦਰ ਕੌਰ ਕਾਲੋਂ। ਮੇਰੇ ਖਿਆਲ ਨਹੀਂ ਔਰ ਸਭ ਤੋਂ ਪਹਿਲਾਂ ਜਿਹੜਾ ਸਨਮਾਨ ਕੀਤਾ ਜਾ ਰਿਹਾ ਹੈ ਪਰਮਜੀਤ ਦਿਓਲ, ਜਿਨ੍ਹਾਂ ਨੇ ਨਾ ਇਸ ਨਾਟਕ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਕਾਫੀ ਨਾਟਕਾਂ ਵਿੱਚ ਕੰਮ ਕਰ ਚੁੱਕੇ ਨੇ ਔਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਹਨਾਂ ਦੇ ਘਰ ਵਿੱਚ ਜਿਹੜੀ ਹੈ ਉਹ ਰਿਹਰਸਲ ਚੱਲ ਰਹੀ ਹੈ। ਪੂਰਾ ਪਰਿਵਾਰ ਸਾਡਾ ਸਾਥ ਦੇ ਰਿਹਾ ਹੈ। ਪੂਰਾ ਜਿਹੜਾ ਖਾਣੇ ਦਾ ਵੀ ਜਿਹੜਾ ਪ੍ਰਬੰਧ ਕਰਕੇ ਰਾਤ ਨੂੰ ਜਿਹੜਾ ਸਾਡੇ ਸੇਵਾ ਕਰਦੇ ਰਹੇ। ਪਰਮਜੀਤ ਦਿਓਲ। ਮੇਰਾ ਛੋਟਾ ਵੀਰ ਜਦੋਂ ਵੀ ਆਵਾਜ਼ ਮਾਰਦੇ ਆ ਔਰ ਸਾਡਾ ਸਾਥ ਦਿੰਦੇ ਨੇ ਔਰ ਬੜੇ ਥੋੜੇ ਸਮੇਂ ਦੇ ਵਿੱਚ ਖਾਸ ਕਰਕੇ ਜਿਹੜਾ ਗੀਤ ਇਹਨਾਂ ਨੇ ਪਿੱਛੋਂ ਗਾਇਆ ਸੀਗਾ ਉਹ ਸਵੇਰੇ ਹੀ ਲਾਈਨਾਂ ਇਹਨਾਂ ਨੂੰ ਦਿੱਤੀਆਂ ਗਈਆਂ ਕਿ ਤੁਸੀਂ ਇਹ ਸਟੇਜ ਦੇ ਉੱਤੇ ਬੈਕ ਸਟੇਜ ਤੋਂ ਗਾਉਣਾ ਹੈ ਔਰ ਉਹਨਾਂ ਨੇ ਬੜੀ ਛੇਤੀ ਉਹਦੀ ਸੁਰ ਤਿਆਰ ਕਰਕੇ ਗਾਇਆ
ਮੇਰੀ ਮੁਰਾਦ ਸ਼ਿਵਰਾਜ ਸਨੀ। ਇਹਨਾਂ ਦੇ ਨਾਲ ਜਿਨ੍ਹਾਂ ਸਾਥ ਦਿੱਤਾ, ਹਮੇਸ਼ਾ ਸਾਡਾ ਵੀ ਸਾਥ ਦਿੰਦੇ ਨੇ, ਇਕਬਾਲ ਬਰਾੜ ਜੀ। ਇਸ ਤੋਂ ਅੱਗੇ ਪਹਿਲੀ ਵਾਰੀ ਨਾਟਕ ਵਿੱਚ ਹਿੱਸਾ ਲਿਆ ਔਰ ਦੁੱਖ ਦੀ ਬਾਤ ਹੈ ਕਿ ਇਹਨਾਂ ਦੇ ਘਰੇ ਬੜੀ ਵੱਡੀ ਟ੍ਰੈਜਡੀ ਵਾਪਰੀ ਹੈ ਥੋੜੇ ਦਿਨ ਪਹਿਲਾਂ। ਉਸ ਦੇ ਬਾਵਜੂਦ ਇਹਨਾਂ ਨੇ ਸਾਡੀ ਬੇਨਤੀ ਮੰਨੀ ਔਰ ਸਾਡਾ ਸਾਥ ਦਿੱਤਾ। ਸੁੰਦਰਪਾਲ ਰਾਜਾ ਸਾਂਸੀ। ਇਸ ਤੋਂ ਅੱਗੇ ਪਹਿਲੀ ਵਾਰੀ ਸਟੇਜ ਤੇ ਆਏ ਨੇ ਵਿਵੇਕ ਵਾਲੀਆ। तरुण वालिया जी की पहली बार स्टेज पे आए ने और तुसीं देखा होगा आवाज में कितना दम है इन्हां दे। रिंटू भाटिया जी बहुत अच्छी आवाज के मालिक ने, लेकिन स्टेज पे ड्रामा इन्होंने पहली बार किया। कमल शर्मा जी साडे ਵੱਡੇ ਭਾਈ ਜਸਪਾਲ ਭਾਜੀ ਢਿੱਲੋਂ ਦੇ ਨਾਲ ਇਹ ਨਾਟਕ ਵਿੱਚ ਪਹਿਲਾਂ ਵੀ ਕੰਮ ਕਰ ਚੁੱਕੇ ਨੇ ਔਰ ਸਾਡਾ ਸਾਥ ਦਿੱਤਾ ਹੈ। ਇਸ ਬੰਦੇ ਨੂੰ ਤੁਸੀਂ ਤੁਹਾਡਾ ਪਛਾਣ ਲੈਣਾ ਹੈ, ਸ਼ਿੰਗਾਰਾ ਸਮਰਾ। ਇਸ ਨਾਟਕ ਦੇ ਮੁੱਖ ਪਾਤਰ ਜਿਨ੍ਹਾਂ ਨੇ ਕਾਫੀ ਨਾਟਕਾਂ ਦੇ ਵਿੱਚ ਗੁਰਚਰਨ ਨਾਲ ਵੀ ਕੰਮ ਕੀਤਾ ਔਰ ਜਸਪਾਲ ਢਿੱਲੋਂ ਭਾਈ ਦੀ ਟੀਮ ਦੇ ਨਾਲ ਕਾਫੀ ਸਮੇਂ ਤੋਂ ਜੁੜੇ ਨੇ, ਜੋਗੀ ਸੰਘੇੜਾ। ਇੱਕ ਸਨਮਾਨ ਚਿੰਨ ਹੈਡਸ ਆਪ ਵੱਲੋਂ ਹੈਰੀਟੇਜ ਆਰਟਸ ਐਂਡ ਥੀਏਟਰ ਸੁਸਾਇਟੀ ਯੂਨਾਈਟਿਡ ਪ੍ਰੋਡਕਸ਼ਨ ਵੱਲੋਂ ਇਸ ਨਾਟਕ ਦੇ ਲੇਖਕ ਸਾਡੇ ਕਲਾਕਾਰਾਂ ਵੱਲੋਂ ਇੱਕ ਸਨਮਾਨ ਚਿੰਨ ਕੁਲਵਿੰਦਰ ਖਹਿਰਾ ਜੀ। ਇੱਕ ਸਾਡੀ ਤਰਫੋਂ ਸਨਮਾਨ ਚਿੰਨ ਜਸਪਾਲ ਢਿੱਲੋਂ ਜੀ ਨੂੰ। ਜਸਪਾਲ ਢਿੱਲੋਂ ਜੀ ਪਲੀਜ਼ ਕਮ। कोई गल नहीं, जोड़ जाड़ ठीक रहिंदे आ। चलो हाँ इस नाटक की जी तैयारी करवाई है पिछले तकरीबन महीने तो उपर समा ला के हीरा रंधावा जी। लग रहा कि इन्नी थोड़े समय तैयारी भी हो सकनी, पर इन्होंने काफ़ी मेहनत कर पूरी टीम की जी डेडिकेशन है जोड़ा इन्होंने 3-3 4-4 घंटे रोज़ टाइम लैके तैयारी की है और वो जो कुछ भी असी कर सके हैं पेश वो सारी इन्हों की मेहनत का सदका है। मैं हीरा रंधावा जी होरां दा बहुत बहुत धन्नवादी हाँ कि इन्होंने जो इस नाटक में रूप देने की जोड़ा उपराला किया। इस दे नाल ही मैं तुहाडा सारिਆਂ ਦਾ बहुत धन्नवादी हाँ कि जिहड़ा तुसीं इन्नी वड्डी गिनती में पहुंचे हो साडे सद्दे दे उत्ते और सानू इन्ने प्यार दे नाल तुसीं जिहड़ा साडा नाटक वेखिया और इन्ना जिहड़ा चुप रह के उस नूं जिहड़ी ओहदी प्रशंसा की है। इसलिए बहुत बहुत धन्नवाद। आउण वाले समय बहुत बहुत शुक्रिया। प्रोफेसर अतय सिंह जी कुछ कहना चाहते हैं, प्लीज एक मिनट लिए। प्रोफेसर अतय सिंह कुछ कहना चाहते हैं। सिर्फ मैं यही कहने ਲਈ ਇੱਥੇ ਉੱਠਿਆ ਵਾਂ ਕਿ ਸਭ ਤੋਂ ਵੱਧ ਧੰਨਵਾਦ ਕੁਲਵਿੰਦਰ ਖਹਿਰਾ ਦਾ ਤੇ ਸਭ ਤੋਂ ਵੱਧ ਤਾੜੀਆਂ ਇਸ ਦੇ ਵਾਸਤੇ ਜਿਨੇ ਇੱਕ ਖੂਬਸੂਰਤ ਨਾਟਕ ਸਾਨੂੰ